मैं हासे लभदी हाँ उस सहमी हुई आवाज़ विचों जिहड़ी निक्की जी गल ते हज़ारां कुकरुआं वांग टुणक टुणक पैंदी सी। मैं शोखियां ढूंढदी हाँ उस नैना दी झील विचों जिस विच तरदे कमल मैनू धुर अंदर तक लटबौरी कर दिया करदे सी। ये जिहड़ी भरूण हत्या वाली गल आ जी ये क्यों ते किस ढंग दे नाल होंद विच आई जी कि एक त्रासदी साडे समाज दी बन गई जिन्हें कुड़ियां दी गिणती घटा दित्ती जी ते इहदे नाल ही कुड़ियां दी तरसयोग हालत जिहड़ी ओह कर दित्ती। बहुत सारे कारण ने जिहदे करके क्योंकि अपनी कुख ਨੂੰ ਕੋਈ ਮਾਂ ਐਵੇਂ ਖਤਮ ਨਹੀਂ ਕਰਦੀ। ਕੋਈ ਬਾਪ ਵੀ ਨਹੀਂ ਚਾਹੁੰਦਾ ਕਿ ਉਹਦੇ ਬੱਚੇ ਨੂੰ ਮਾਰਿਆ ਜਾਵੇ, ਪਰ ਕਿਸੇ ਨੇ ਕਿਹਾ ਕਿ ਮੈਂ ਆਪਣੀਆਂ ਧੀਆਂ ਦੀ ਕਦਰ ਨਹੀਂ ਸੀ ਕਰਦਾ, ਪਰ ਹੁਣ ਮੈਂ ਆਪਣੀ ਧੀ ਜਿਹੜੀ ਹੈਗੀ ਆ ਉਹਨੂੰ ਪੁੱਤ ਦੇ ਬਰਾਬਰ ਸਮਝੂਗਾ, ਉਹਨੂੰ ਪੜ੍ਹਾਊਂਗਾ। ਬਹੁਤ ਸਾਰੀਆਂ ਚਿੱਠੀਆਂ ਜਿਹੜੀ ਆਪਾਂ ਬਦਲਾਅ ਦੀ ਗੱਲ ਕਰਦੇ ਆ। ਸੋ ਉਸ ਚਿੱਠੀ ਨੂੰ ਹੀ ਮੈਂ ਜਿਹੜੀ ਕਿਤਾਬ ਦੀ ਗੱਲ ਕਰਦੀ ਸੀ, 2 ਐਡੀਸ਼ਨ ਛਪੀਆਂ ਨਾ ਮੰਮੀ ਨਾ ਦੀਆਂ, ਉਹ ਲੋਕਾਂ ਦੀਆਂ ਸਾਰੀਆਂ ਚਿੱਠੀਆਂ ਦੀਆਂ ਮੈਂ ਫੋਟੋ ਕਾਪੀਆਂ ਜਿਹੜੀਆਂ ਉਸ ਕਿਤਾਬ ਦੇ ਵਿੱਚ ਲਾਈਆਂ ਸੀ। ਕਿ ਔਰਤ ਜਿਹੜੀ ਹੈ ਜਿਉਂ-ਜਿਉਂ ਕਿੱਕਰਾਂ ਦੇ ਕੰਢਿਆਂ ਦੇ ਉੱਤੋਂ ਲੰਘਦੀ ਸੀ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਜ਼ਿਆਦਾ ਸਜਗ ਸੀ, ਪਰ ਜਦੋਂ ਉਹਨੂੰ ਘਰ ਵਰਗੀ ਇੱਕ ਸੰਸਥਾ ਮਿਲ ਗਈ ਬਈ ਤੂੰ ਘਰ ਦੇ ਅੰਦਰ ਰਹਿਣਾ ਹੈ, ਤੂੰ ਬੱਚੇ ਪੈਦਾ ਕਰਨੇ ਹੈ, ਤੂੰ ਸੰਭਾਲਣੇ ਹੈ, ਤਾਂ ਉਹਨੂੰ ਲੱਗਾ ਕਿ ਮੈਨੂੰ ਤਾਂ ਠੰਡੀ ਛਾਂ ਮਿਲ ਗਈ ਹੈ ਤੇ ਹੁਣ ਮੈਂ ਨਹੀਂ ਘਰੋਂ ਬਾਹਰ ਨਿਕਲਦੀ। ਤੇ ਜਿਉਂ ਹੀ ਉਹਦਾ ਘਰੋਂ ਬਾਹਰ ਨਿਕਲਣਾ ਉਹਦੇ ਉੱਤੇ ਥੋੜ੍ਹਾ ਜਿਹਾ ਕੁੰਡਾ ਲੱਗ ਗਿਆ, ਉਦੋਂ ਹੀ ਉਹਦੇ ਅੰਦਰ ਘੁੱਟਣ ਵੀ ਆ ਗਈ, ਉਦੋਂ ਹੀ ਉਹਦੇ ਅੰਦਰ ਇੱਕ ਸੰਤਾਪ ਜਿਹਾ ਆਉਣ ਲੱਗ ਪਿਆ। ਉਦੋਂ ਹੀ ਉਹਨੂੰ ਲੱਗਾ ਕੁੜੀ ਦੇ ਲਈ ਸਾਰੇ ਹੀ ਮਾਪਦੰਡ ਦੇ ਜਿਹੜੇ ਹੈਗੇ ਆ ਸ਼ੁਰੂ ਤੋਂ ਹੀ ਲੈ ਕੇ ਜਨਮ ਤੋਂ ਹੀ ਲੈ ਕੇ, ਨਾ ਸਿਰਫ ਸਹੁਰਿਆਂ ਦੇ ਘਰ ਪੇਕਿਆਂ ਦੇ ਘਰ ਤੋਂ ਵੀ ਲੈ ਕੇ ਬਿਲਕੁਲ ਮੁੰਡਿਆਂ ਨਾਲੋਂ ਵੱਖਰੇ ਹੁੰਦੇ ਆ। ਔਰ ਉਹਨਾਂ ਨੂੰ ਕਈ ਵਾਰੀ ਇਸ ਤਰ੍ਹਾਂ ਦੇ ਦਬਾਅ 'ਚ ਪਾਲਿਆ ਜਾਂਦਾ ਕਿ ਉਹਨਾਂ ਦੀ ਜਿਹੜੀ ਸੋਚਣ ਸ਼ਕਤੀ ਹੈਗੀ ਆ ਉਹਨੂੰ ਵੀ ਬੜਾ ਤੰਗ ਕਰ ਦਿੱਤਾ ਜਾਂਦਾ, ਜੇ ਉਹਨਾਂ ਨੂੰ ਪ੍ਰੋਪਰ ਵਿੱਦਿਆ ਵੀ ਨਹੀਂ ਦਿੱਤੀ ਜਾਂਦੀ। ਸੋ ਫਿਰ ਉਹ ਉਸੇ ਤਰ੍ਹਾਂ ਦੇ ਉਹ ਸਹੁਰੇ ਘਰ 'ਚ ਆ ਜਾਂਦੀ, ਉਹਦੇ 'ਤੇ ਹੋਰ ਬਹੁਤ ਸਾਰੀਆਂ ਮਰਿਆਦਾਵਾਂ ਨਿਕਲ ਜਾਂਦੀਆਂ ਕਿ ਤੂੰ ਇਹ ਨਹੀਂ ਕਰ ਸਕਦੀ, ਉਹ ਨਹੀਂ ਕਰ ਸਕਦੀ। ਜੋ ਉਹਨਾਂ ਦੇ ਘਰਦਿਆਂ ਦੀ ਮਰਜ਼ੀ ਆ ਉਹਨਾਂ ਨੂੰ ਉਹ ਕਰਨਾ ਪੈਂਦਾ, ਉਹ ਤੋਂ ਬਿਨਾਂ ਉਹਨਾਂ ਦੇ ਲਈ ਤਾਂ ਬੜਾ ਸੌਖਾ ਹੁੰਦਾ। ਔਰ ਬਈ ਉਹ ਕਹਿੰਦੇ ਜੀ ਅਸੀਂ ਤਾਂ ਹੋਰ ਵਿਆਹ ਕਰਾ ਲਾਂਗੇ। ਜਿਹੜੇ ਇੱਥੋਂ ਵਾਲੇ ਲੋਕੀ ਆ ਨਾ ਉਹ ਵੀ ਕਹਿ ਦਿੰਦੇ ਮੈਂ ਇੰਡੀਆ ਤੋਂ ਹੋਰ ਵਿਆਹ ਕਰਾ ਲਿਆਉਂਗਾ। ਜਿਹੜਾ ਲੜਕਾ ਉਹ ਬਹੁਤ ਵੱਡੀ ਦੁਬਿਧਾ 'ਚ ਆ ਜਾਂਦਾ ਹੈ ਕਿ ਮੈਂ ਕਿਹੜੇ ਪਾਸੇ ਹੋਵਾਂ, ਹੈ ਕਿ ਮੈਂ ਮਾਂ ਦੇ ਵੱਲ ਹੋਵਾਂ ਕਿ ਜਾਂ ਮੈਂ ਆਪਣਾ ਪਰਿਵਾਰ ਸੰਭਾਲਾਂ। ਤੁਹਾਨੂੰ ਕੀ ਲੱਗਦਾ ਹੈ ਕਿ ਚਾਹੇ ਮੁੰਡਾ ਜਿੰਨੀ ਮਰਜ਼ੀ ਦੁਬਿਧਾ 'ਚੋਂ ਲੰਘੇ ਉਹਦੀ ਪਹਿਲਾਂ ਜਿਹੜੀ ਪਹਿਲ ਉਹ ਕਿਹਦੇ ਵੱਲ ਹੋਣੀ ਚਾਹੀਦੀ? ਹੁਣ ਇਹੋ ਜਿਹੇ ਸੀਰੀਅਲ ਆਉਂਦੇ ਸੀਗੇ, ਸਾਸ ਵੀ ਕਭੀ ਬਹੂ ਥੀ ਤੇ तीन ਬਹੂ ਰਾਣੀਆਂ, ਤੇ ਕਈ ਇਹੋ ਜਿਹੇ ਸੀਰੀਅਲ ਆਉਂਦੇ ਜਿਹੜੇ ਔਰਤਾਂ ਦੀ ਸੋਚ ਬਿਲਕੁਲ ਜ਼ਹਿਰੀਲੀ ਕਰ ਦਿੰਦੇ ਆ। ਉਹੀ ਦੇਖਦੀਆਂ ਨੇ, ਹੈ ਨਾ, ਉਹੀ ਦੇਖਦੀਆਂ ਨੇ, ਸਾਜ਼ਿਸ਼ਾਂ ਘੜਦੀਆਂ ਨੇ, ਕਿਉਂਕਿ ਜੋ ਕੁਝ ਤੁਸੀਂ ਦੇਖਦੇ ਹੋ ਨਾ ਉਹ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਅਬਜ਼ਰਵ ਕਰ ਲੈਂਦੇ ਹੋ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹੀ ਚੀਜ਼ਾਂ ਉਵੇਂ ਉਹਨਾਂ ਨੂੰ ਐਕਟ ਕਰਨ ਲੱਗ ਜਾਂਦੇ ਹੋ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੁਸੀਂ ਇਸ ਵੇਲੇ ਸ਼ਾਮਲ ਹੋਣ ਜਾ ਰਹੇ ਹੋ ਪ੍ਰੋਗਰਾਮ ਗੱਲਬਾਤ ਵਿੱਚ। ਗੱਲਬਾਤ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਸਾਡੇ ਨਾਲ ਬਹੁਤ ਹੀ ਪਿਆਰਾ ਤੇ ਬਹੁਤ ਹੀ ਅਹਿਮ ਸ਼ਖਸੀਅਤ ਹੁੰਦੀ ਹੈ, ਕਿਉਂਕਿ ਗੱਲਬਾਤ ਕਰ ਹੀ 2 ਵਿਅਕਤੀ ਸਕਦੇ ਨੇ। ਤੇ ਅੱਜ ਮੇਰੇ ਨਾਲ ਸ਼ਾਮਲ ਜਿਹੜੀ ਸ਼ਖਸੀਅਤ ਨੇ ਉਹਨੇ ਡਾਕਟਰ ਗੁਰਮਿੰਦਰ ਕੌਰ ਸਿੱਧੂ ਜੀ। ਪੇਸ਼ੇ ਵਜੋਂ ਡਾਕਟਰ ਤੇ ਕਿੱਤੇ ਵਜੋਂ ਲੇਖਕ ਤੇ ਸ਼ੌਕ ਵਜੋਂ ਜੋ ਮਰਜ਼ੀ ਕਰ ਲਵੋ। ਸਿੱਕੇ ਦੇ 2 ਪਾਸੇ ਨੇ, ਜਿਹੜਾ ਪਾਸਾ ਮਰਜ਼ੀ ਤੁਸੀਂ ਅੱਗੇ ਕਰ ਲਓ। ਦੋਨਾਂ ਦੇ ਵਿੱਚ ਹੀ ਪਰਪੱਕ ਗੁਰਮਿੰਦਰ ਕੌਰ ਸਿੱਧੂ ਜੀ ਦਾ ਆਪਾਂ ਪਹਿਲਾਂ ਸਵਾਗਤ ਕਰਦੇ ਹਾਂ ਤੇ ਫਿਰ ਅਸੀਂ ਗੱਲਬਾਤ ਜਾਰੀ ਕਰਦੇ ਹਾਂ। ਗੁਰਮਿੰਦਰ ਸਿੱਧੂ ਜੀ, ਤੁਹਾਡਾ ਪ੍ਰੋਗਰਾਮ ਗੱਲਬਾਤ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤੁਸੀਂ ਕੈਲਗਰੀ ਆਏ, ਹਾਂਜੀ, ਸਾਡੇ ਨਾਲ ਤੁਹਾਡਾ ਮੇਲ ਹੋਇਆ ਤੇ ਮੈਨੂੰ ਅਤ ਖੁਸ਼ੀ ਹੋ ਰਹੀ ਹੈ ਕਿ ਮੈਂ ਤੁਹਾਨੂੰ ਅੱਜ ਆਪਣੇ ਪੰਜਾਬੀ ਨੈਸ਼ਨਲ ਟੀਵੀ ਦੇ ਸਟੂਡੀਓ ਦੇ ਵਿੱਚ ਲੈ ਕੇ ਆਈ ਹਾਂ। ਜੀ, ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਉੱਥੇ ਬੈਠੀ ਕੈਲਗਰੀ ਸੁਣਦੀ ਰਹਿੰਦੀ ਹੁੰਦੀ ਸੀ ਕਿ ਐਕਟੀਵਿਟੀਜ਼ ਹੁੰਦੀਆਂ ਨੇ, ਇਹ ਹੁੰਦੀਆਂ। ਮੇਰਾ ਵੀ ਦਿਲ ਕਰਦਾ ਸੀਗਾ ਕਿ ਮੈਂ ਜਿੰਨੇ ਗਤੀਸ਼ੀਲ ਲੋਕੀ ਉਹਨਾਂ ਨੂੰ ਮਿਲਾਂ, ਦੇਖਾਂ, ਤੇ ਬੜਾ ਚੰਗਾ ਲੱਗ ਰਿਹਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਥੋੜੇ ਦਿਨ ਪਹਿਲਾਂ ਆਪਾਂ ਇੱਕ ਐਕਟੀਵਿਟੀ ਦੇ ਵਿੱਚ ਸ਼ਾਮਲ ਹੋਏ ਸਾਂ, ਜਿਹੜੀ ਕਿ ਇੱਕ ਲੇਖਕ ਸਭਾ ਦੀ ਮੀਟਿੰਗ ਸੀ, ਤੇ ਉੱਥੇ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ, ਸੁਣਿਆ ਤੁਹਾਨੂੰ। ਤੇ ਅੱਜ ਸਟੂਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ। ਇੱਕ ਛੋਟੀਆਂ ਜਿਹੀ 2 ਲਾਈਨਾਂ ਦੇ ਨਾਲ ਮੈਂ ਸ਼ੁਰੂਆਤ ਕਰੂੰਗੀ ਇਸ ਮੁਲਾਕਾਤ ਦੀ, ਇਸ ਗੱਲਬਾਤ ਦੀ। ਮੈਂ ਹਾਸੇ ਲੱਭਦੀ ਹਾਂ ਉਸ ਸਹਿਮੀ ਹੋਈ ਆਵਾਜ਼ ਵਿੱਚੋਂ ਜਿਹੜੀ ਨਿੱਕੀ ਜੀ ਗੱਲ ਤੇ ਹਜ਼ਾਰਾਂ ਕੁਕਰੂਆਂ ਵਾਂਗ ਟੁਣਕ ਟੁਣਕ ਪੈਂਦੀ ਸੀ। ਮੈਂ ਸ਼ੋਖੀਆਂ ਢੂੰਡਦੀ ਹਾਂ ਉਸ ਨੈਣਾ ਦੀ ਝੀਲ ਵਿੱਚੋਂ ਜਿਸ ਵਿੱਚ ਤਰਦੇ ਕਮਲ ਮੈਨੂੰ ਧੁਰ ਅੰਦਰ ਤੱਕ ਲਟਬੌਰੀ ਕਰ ਦਿਆ ਕਰਦੇ ਸੀ। ਮੈਂ ਥਿਰਕਣ ਮੰਗਦੀ ਹਾਂ ਉਸ ਮਾਸੂਮ ਅੱਡੀ ਕੋਲੋਂ ਜਿਹੜੀ ਬਿਨਾਂ ਝਾਂਜਰਾਂ ਤੋਂ ਹੀ ਸ਼ਮ ਨੱਚਿਆ ਕਰਦੀ ਸੀ। ਮੈਂ ਲੋਹ ਭਾਲਦੀ ਹਾਂ ਉਸ ਉਦਾਸ ਫੁੱਲ ਝੜੀ ਕੋਲੋਂ
ਜਿਹੜੀ ਜਦੋਂ ਜਗਦੀ ਸੀ ਤੇ ਸਾਰਾ ਵਿਹੜਾ ਚਾਨਣ ਚਾਨਣ ਹੋਇਆ ਕਰਦਾ ਸੀ, ਤੇ ਭੁੱਲ ਜਾਂਦੀ ਹਾਂ ਹਰ ਵਾਰ ਕਿ ਉਹ ਫੁੱਲਝੜੀ ਤਾਂ ਵਿਆਹੀ ਜਾ ਚੁੱਕੀ ਹੈ। ਜੀ ਬਿਲਕੁਲ। ਗੁਰਮਿੰਦਰ ਸਿੱਧੂ ਜੀ, ਜਦੋਂ ਤੁਸੀਂ ਇਹ ਨਜ਼ਮ ਲਿਖੀ ਜੀ ਤਾਂ ਜ਼ਰੂਰ ਉਹਨਾਂ ਪ੍ਰਦੇਸ਼ਾਂ ਨੂੰ ਮੁਖਾਤਬ ਹੋ ਕੇ ਲਿਖੀ ਹੋਣੀ ਹੈ ਜੀ ਜੀ ਜਿਹੜੀਆਂ ਵਿਆਹ ਕੇ ਬਾਪ ਦਾ ਘਰ ਛੱਡ ਕੇ ਸਹੁਰੇ ਘਰ ਚਲੀਆਂ ਜਾਂਦੀਆਂ ਨੇ, ਜੀ ਤੇ ਉਹਨਾਂ ਦੇ ਫੁੱਲਝੜੀਆਂ ਵਰਗੇ ਹਾਸੇ ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ ਕਈ ਵਾਰੀ ਅਥਰੂਆਂ 'ਚ ਬਦਲ ਜਾਂਦੇ ਨੇ। ਤੁਸੀਂ ਇੱਕ ਔਰਤ ਹੋ, ਮੈਂ ਵੀ ਇੱਕ ਔਰਤ ਹਾਂ। ਜੀ ਕੀ ਕਾਰਨ ਹੈ ਕਿ ਸਾਨੂੰ ਇਹੋ ਜਿਹੀਆਂ ਨਜ਼ਮਾਂ ਲਿਖਣੀਆਂ ਪੈ ਜਾਂਦੀਆਂ ਨੇ ਕਿ ਜਦੋਂ ਸਾਡੇ ਸੰਗ ਦੇ ਵਿੱਚੋਂ ਸਾਡੀਆਂ ਕੁੜੀਆਂ ਦੇ ਹਾਸਿਆਂ ਦੀ ਜਗ੍ਹਾ ਸਾਨੂੰ ਲੱਗਦਾ ਕਿ ਰੋਣ ਨਿਕਲ ਰਿਹਾ ਜੀ। ਕਾਰਨ ਤਾਂ ਇਹਦੇ ਵਿੱਚ ਬਹੁਤ ਸਾਰੇ ਨੇ, ਹੈ ਨਾ। ਜਦੋਂ ਧੀ ਵਿਆਹੀ ਜਾਂਦੀ ਹੈ ਤੇ ਉਹ ਤੋਂ ਬਾਅਦ ਜੇ ਮਾਂ ਨੂੰ ਜਾਂ ਕਿਸੇ ਨੂੰ ਵੀ ਇਹੋ ਜਿਹੀ ਨਜ਼ਮ ਲਿਖਣੀ ਪਵੇ, ਜਦੋਂ ਉਹਨੂੰ ਲੱਗੇ ਕਿ ਜਿਹਦਾ ਹਾਸਾ ਜਿਹੜਾ ਉਹ ਮੈਨੂੰ ਲਟਬੋਰੀ ਕਰ ਦਿਆ ਕਰਦਾ ਸੀ ਤੇ ਹੁਣ ਉਹਦੀਆਂ ਅੱਖਾਂ 'ਚ ਹੰਝੂ ਨੇ, ਤਾਂ ਇਹ ਤਰਾਸਦੀ ਤਾਂ ਸਾਰੇ ਸਮਾਜ ਦੀ ਹੈ, ਸਾਰੇ ਮਾਪਿਆਂ ਦੀ ਹੈ, ਸਾਰੇ ਵੀਰਾਂ ਦੀ ਵੀ ਹੈ। ਕਾਰਨ ਤਾਂ ਇਹਦੇ ਬਹੁਤ ਸਾਰੇ ਨੇ। ਕਾਰਨ ਤਾਂ ਫਿਰ ਉਹਦੇ ਵਿੱਚ ਆਪਾਂ ਜਾਵਾਂਗੇ ਤਾਂ ਇਹੀ ਹੈ ਕਿ ਧੀਆਂ ਦੂਜੇ ਘਰ ਜਾ ਕੇ ਖੁਸ਼ ਕਿਉਂ ਨਹੀਂ ਹੁੰਦੀਆਂ, ਉਹਨਾਂ ਨੂੰ ਖੁਸ਼ ਕਿਉਂ ਨਹੀਂ ਰੱਖਿਆ ਜਾਂਦਾ, ਇਹੋ ਜਿਹੇ ਹਾਲਾਤ ਕਿਉਂ ਬਣ ਜਾਂਦੇ ਨੇ ਕਿ ਜਿਹੜੇ ਘਰ ਦੇ ਵਿੱਚ ਉਹ ਸੁਪਨਿਆਂ ਦੀ ਪੀਂਘ ਪਾਉਣ ਜਾਂਦੀਆਂ ਨੇ, ਉਸ ਘਰ ਦੇ ਵਿੱਚੋਂ ਉਹਨਾਂ ਨੂੰ ਇਸ ਤਰ੍ਹਾਂ ਦਾ ਵਰਤਾਓ ਹੁੰਦਾ ਕਿ ਕਈ ਜਗ੍ਹਾ ਤਾਂ ਜਿਹੜੀ ਉਹਨਾਂ ਦਾ ਸਾਲੂ ਹੈ ਕਫਨ ਤੱਕ ਬਣ ਜਾਂਦਾ ਜੀ। ਗੁਰਮਿੰਦਰ ਸਿੱਧੂ ਜੀ, ਜਿਨ੍ਹਾਂ ਦੇ ਨਾਲ ਮੈਂ ਇਸ ਵੇਲੇ ਗੱਲਬਾਤ ਕਰ ਰਹੀ ਹਾਂ, ਉਹ ਬਹੁਤ ਜਾਣੀ ਪਹਿਚਾਣੀ ਲੇਖਕ ਨੇ। ਉਹਨਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਉਹਨਾਂ ਦੀ ਝੋਲੇ ਵਿੱਚ ਪਏ ਨੇ, ਤੇ ਕਈ ਮਾਣ ਸਨਮਾਨ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਅੱਖਰਾਂ ਦੇ ਰੂਪ ਵਿੱਚ ਮੇਰੇ ਤੱਕ ਆਏ, ਸੁਨੇਹਿਆਂ ਦੇ ਰੂਪ ਵਿੱਚ ਉਹਨਾਂ ਤੱਕ ਆਏ। ਸੋ ਇਹਨਾਂ ਨੇ ਕਵਿਤਾ ਦੇ ਨਾਲ ਸ਼ੁਰੂਆਤ ਕੀਤੀ ਤੇ ਇਹਨਾਂ ਦੀਆਂ 6 ਤੋਂ ਵੱਧ ਕਵਿਤਾਵਾਂ ਦੀਆਂ ਕਿਤਾਬਾਂ ਛਪ ਚੁੱਕੀਆਂ ਨੇ। ਇਹਨਾਂ ਦੀਆਂ ਕਵਿਤਾਵਾਂ ਮੰਮੀ ਨਾ ਮੰਮੀ ਜਿਹੜੀ ਕਿਤਾਬ ਹੈ ਉਹ 2 ਐਡੀਸ਼ਨ ਉਹਦੇ ਛਪ ਚੁੱਕੇ ਨੇ, ਤੇ ਉਹਦੇ ਵਿੱਚੋਂ ਨਾ ਮੰਮੀ ਨਾ ਕਵਿਤਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਮਕਬੂਲ ਹੋਈ, ਜਿਹੜੀ ਕਿ ਭਰੂਣ ਹੱਤਿਆ ਦੇ ਉੱਪਰ ਹੈ। ਸੋ ਬੀਇੰਗ ਡਾਕਟਰ, ਇਹ ਭਰੂਣ ਹੱਤਿਆ ਦੇ ਇਹਨਾਂ ਨੇ ਬਹੁਤ ਨੇੜੇ ਹੋ ਕੇ ਵੇਖਿਆ। ਸੋ ਅਸੀਂ ਗੱਲ ਹੁਣ ਕੁੜੀਆਂ ਦੀ ਕਿਸਮਤ ਦੀ ਕਰ ਰਹੇ ਹਾਂ। ਅਸੀਂ ਕਿਉਂਕਿ 2 ਔਰਤਾਂ ਬੈਠੀਆਂ ਹੋਈਆਂ, ਤੇ ਮੈਨੂੰ ਇਹ ਨਹੀਂ ਹੈ ਕਿ ਅਸੀਂ ਮਰਦ ਨੂੰ ਇਸ ਸਮਾਜ ਵਿੱਚੋਂ ਮਨਫੀ ਕਰ ਦਿੰਦੇ ਹਾਂ, ਪਰ ਤਰਾਸਦੀ ਜਿਹੜੀ ਹਿੱਸੇ ਆਉਂਦੀ ਹੈ ਉਹ ਅਕਸਰ ਕੁੜੀਆਂ ਦੇ ਹਿੱਸੇ ਆ ਜਾਂਦੀ, ਔਰਤਾਂ ਦੇ ਹਿੱਸੇ ਆ ਜਾਂਦੀ ਹੈ। ਅਸੀਂ ਬਹੁਤ ਦਹਾਕੇ ਪਿਛਾਂਹ ਨੂੰ ਜਾਂਦੇ ਹਾਂ ਜੀ। ਮੈਂ ਵੀ ਬਿਲਕੁਲ ਤੁਹਾਡੇ ਸਮਕਾਲੀ ਹਾਂ, ਲਗਭਗ ਉਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰੀ ਹੋਈ ਹਾਂ। ਇਹ ਜਿਹੜੀ ਭਰੂਣ ਹੱਤਿਆ ਵਾਲੀ ਗੱਲ ਆ ਜੀ, ਇਹ ਕਿਉਂ ਤੇ ਕਿਸ ਢੰਗ ਦੇ ਨਾਲ ਹੋਂਦ ਵਿੱਚ ਆਈ ਜੀ ਕਿ ਇਹ ਇੱਕ ਤਰਾਸਦੀ ਸਾਡੇ ਸਮਾਜ ਦੀ ਬਣ ਗਈ, ਜਿਹਨੇ ਕੁੜੀਆਂ ਦੀ ਗਿਣਤੀ ਘਟਾ ਦਿੱਤੀ ਜੀ, ਤੇ ਇਹਦੇ ਨਾਲ ਹੀ ਕੁੜੀਆਂ ਦੀ ਤਰਸਯੋਗ ਹਾਲਤ ਜਿਹੜੀ ਉਹ ਕਰ ਦਿੱਤੀ ਜੀ ਹੈ। ਇਹ ਕਿਉਂਕਿ ਬੀਇੰਗ ਡਾਕਟਰ ਤੁਸੀਂ ਇਹਨੂੰ ਬਹੁਤ ਨੇੜਿਓਂ ਵੇਖਿਆ ਹੋਣਾ। ਮੈਂ ਬਹੁਤ ਨੇੜਿਓਂ ਦੇਖਿਆ, ਇਹਦੇ ਬਾਰੇ ਮੈਂ ਬਹੁਤ ਸਟੱਡੀ ਵੀ ਕੀਤਾ ਕਿ ਇਹ ਤਾਂ ਠੀਕ ਹੈ ਕਿ ਲੋਕੀ ਭਰੂਣ ਹੱਤਿਆ ਕਰਦੇ ਨੇ, ਕੁੜੀਆਂ ਨੂੰ ਮਾਰਦੇ ਨੇ, ਪਰ ਕਿਉਂ ਮਾਰਦੇ ਨੇ? ਜਿਹੜਾ ਤੁਹਾਡਾ ਸਵਾਲ ਹੈ, ਕਿਉਂ ਮਾਰਦੇ ਨੇ, ਇਹ ਸਮਾਜ ਲਈ ਵੀ ਬਹੁਤ ਵੱਡਾ ਸਵਾਲ ਹੈ। ਬਹੁਤ ਸਾਰੇ ਕਾਰਨ ਨੇ ਜਿਹਦੇ ਕਰਕੇ, ਕਿਉਂਕਿ ਆਪਣੀ ਕੁੱਖ ਨੂੰ ਕੋਈ ਮਾਂ ਐਵੇਂ ਖਤਮ ਨਹੀਂ ਕਰਦੀ, ਕੋਈ ਬਾਪ ਵੀ ਨਹੀਂ ਚਾਹੁੰਦਾ ਕਿ ਉਹਦੇ ਬੱਚੇ ਨੂੰ ਮਾਰਿਆ ਜਾਵੇ, ਪਰ ਸਮਾਜ ਨੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਆ ਕਿ ਧੀਆਂ ਜਿਹੜੀਆਂ ਹੈਗੀਆਂ, ਪਹਿਲੀ ਗੱਲ ਤਾਂ ਜਦੋਂ ਧੀ ਦਾ ਜਨਮ ਹੁੰਦਾ ਨਾ, ਤੇ ਕਹਿੰਦੇ ਆ ਵੀ ਇਹ ਤਾਂ ਪੱਥਰ ਹੀ ਜੰਮ ਪਿਆ, ਕਿਉਂਕਿ ਜਿਹੜੀ ਬਾਪ ਦੀ ਜੋ ਵੀ ਆਮਦਨ ਹੈ ਉਹ ਸਾਰੀ ਇਹਦੇ ਪੜ੍ਹਾਈ ਤੇ ਇਹਦੇ ਵਿਆਹ ਤੇ ਲੱਗ ਜੂਗੀ। ਤਾਂ ਦਾਜ ਬਹੁਤ ਵੱਡੀ ਸਮੱਸਿਆ ਹੈਗਾ, ਧੀਆਂ ਨੂੰ ਵਿਆਹੁਣਾ ਬਹੁਤ ਔਖਾ ਹੋਇਆ। ਇੱਥੋਂ ਦਾ ਮੈਨੂੰ ਪਤਾ ਨਹੀਂ ਤੁਹਾਡੇ ਕੈਲਗਰੀ ਦਾ ਜਾਂ ਤੁਹਾਡੇ ਕੈਨੇਡਾ ਦਾ ਕੀ ਹਾਲ ਹੈ, ਪਰ ਹਿੰਦੁਸਤਾਨ ਦੇ ਵਿੱਚ ਜਿਹੜਾ ਧੀ ਦਾ ਜਨਮ ਜਦੋਂ ਹੁੰਦਾ ਤੇ ਮਾਪਿਆਂ ਨੂੰ ਲੱਗਦਾ ਕਿ ਇਹਦਾ ਵਿਆਹ ਕਿਵੇਂ ਕਰਾਂਗੇ। ਇੱਕ ਕਾਰਨ ਬਹੁਤ ਸਾਰੇ ਨੇ। ਦੂਜਾ ਕਾਰਨ ਜਿਹੜਾ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ, ਸਾਹਮਣੇ ਵੀ ਆ ਰਿਹਾ, ਜੋ ਪਹਿਲਵਾਨ ਧੀਆਂ ਨਾਲ ਹੋ ਰਿਹਾ ਹਿੰਦੁਸਤਾਨ ਦੇ ਵਿੱਚ, ਬੜਾ ਬਰਨਿੰਗ ਇਸ਼ੂ ਹੈਗਾ ਕਿ ਕੁੜੀਆਂ ਦੀ ਸੁਰੱਖਿਆ ਜਿਹੜੀ ਹੈਗੀ ਹੈ ਉਹ ਨਹੀਂ ਮਿਲਦੀ। ਉਹਨਾਂ ਨਾਲ ਕਿਵੇਂ ਪੈਰ ਤੇ ਉਹਨਾਂ ਦੀ ਇੱਜ਼ਤ ਤੱਕ ਲੁੱਟੀ ਜਾਂਦੀ ਹੈ। ਮਾਪਿਆਂ ਨੂੰ ਲੱਗਦਾ ਕਿ ਜੇ ਮੇਰੇ ਧੀ ਹੋਊਗੀ, ਪਤਾ ਨਹੀਂ ਮੈਨੂੰ ਉਹਨੂੰ ਕਿਹੋ ਜਿਹੇ ਹਾਲਾਤਾਂ ਵਿੱਚੋਂ ਗੁਜ਼ਰਨਾ ਪਊਗਾ। ਹੋਰ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਕਰਕੇ ਲੋਕੀ ਮਾਰਦੇ ਨੇ। ਹਿੰਦੁਸਤਾਨ ਦੇ ਵਿੱਚ ਤਾਂ ਇਹ ਵੀ ਸੋਚਦੇ ਨੇ ਕਿ ਧੀ ਦੇ ਨਾਲ ਤਾਂ ਸਾਡੀ ਕੁਲ ਨਹੀਂ ਚੱਲਣੀ, ਪੁੱਤ ਹੋਊਗਾ ਤਾਂ ਸਾਡਾ ਖਾਨਦਾਨ ਅੱਗੇ ਚੱਲੂਗਾ, ਜਾਂ ਪੁੱਤ ਹੋਊਗਾ ਤਾਂ ਸਾਡੇ ਉਹ ਜਿਹੜੀ ਅੰਤਿਮ ਰਸਮਾਂ ਉਹ ਹੋਣਗੀਆਂ ਤੇ ਸਾਨੂੰ ਮੁਕਤੀ ਮਿਲੂਗੀ। ਤੇ ਬਹੁਤ ਸਾਰੇ ਇੱਕ ਹੋਰ ਵੱਡਾ ਕਾਰਨ ਹੈਗਾ ਕਿ ਜਿਹੜੇ ਕਹਿੰਦੇ ਆ ਨਾ ਵੀ ਬਾਬਲ ਕਦੇ ਨਾ ਨਿਵਿਆ ਤੇ ਧੀਆਂ ਨੇ ਆਣ ਨਵਾਇਆ ਨਾ, ਤੇ ਲੋਕੀ ਸੋਚਦੇ ਆ ਕਿ ਮੇਰੀ ਧੀ ਹੋਊਗੀ, ਇਹਦਾ ਵਿਆਹ ਹੋਊਗਾ, ਮੈਨੂੰ ਇਹਦੇ ਸਹੁਰੇ ਅੱਗੇ ਝੁਕਣਾ ਪਊਗਾ, ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ, ਮੇਰੀ ਜਿਹੜੀ ਹਉਮੈ ਹੈ, ਮੇਰੀ ਸੈਲਫ ਰਿਸਪੈਕਟ ਹੈ ਉਹ ਖਤਮ ਹੋਊਗੀ। ਤਾਂ
ਬਹੁਤ ਬਹੁਤ ਕਾਰਨ ਨੇ ਜਿਹਦੇ ਕਰਕੇ ਲੋਕੀ ਕਹਿੰਦੇ ਇਹਦੇ ਨਾਲੋਂ ਚੰਗਾ ਆ ਕਿ ਪਹਿਲਾਂ ਹੀ ਧੀ ਨੂੰ ਖਤਮ ਕਰ ਦਿਓ। ਤੇ ਸੋ ਇਸ ਕਰਕੇ ਜਦੋਂ ਮੈਂ ਕਹਿੰਦੀ ਆ ਜਾਂ ਤੁਸੀਂ ਕਹਿੰਦੇ ਹੋ ਜਾਂ ਕੋਈ ਵੀ ਕਹਿੰਦਾ ਕਿ ਕੁੜੀਆਂ ਨੂੰ ਕੁੱਖ ਵਿੱਚ ਨਾ ਮਾਰੋ, ਸਿਰਫ ਕੁੱਖ ਵਿੱਚ ਨਹੀਂ, ਜੇ ਹੋ ਗਿਆ ਬੈਨ ਹੋ ਗਿਆ ਹੈਗਾ ਕੁੱਖ ਦੇ ਵਿੱਚ ਮਾਰਨਾ ਜਾਂ ਸੈਕਸ ਦੱਸਣਾ, ਤਾਂ ਲੋਕੀ ਜੰਮਣ ਤੋਂ ਬਾਅਦ ਉਹਨਾਂ ਨੂੰ ਕਿਤੇ ਰੂੜੀ ਤੇ ਸੁੱਟਤਾ, ਕਿਤੇ ਡਸਟਬਿਨ ਤੇ ਵਿੱਚ ਪਈ ਹੈ, ਕਿਤੇ ਹਸਪਤਾਲ ਦੇ ਕਿਸੇ ਬਾਥਰੂਮ 'ਚ ਪਈ ਹੈ। ਸੋ ਬਹੁਤ ਤਰੀਕਿਆਂ ਨਾਲ ਲੋਕੀ ਖਤਮ ਕਰਦੇ ਆ ਧੀਆਂ ਨੂੰ, ਪਰ ਕਿਉਂ ਕਰਦੇ ਨੇ? ਜਿੰਨਾ ਚਿਰ ਅਸੀਂ ਉਹ ਕਾਰਨ ਨਹੀਂ ਨਾ ਦੂਰ ਕਰਦੇ, ਉਹਨਾਂ ਚਿਰ ਲੋਕੀ ਲੁਕ ਛਿਪ ਕੇ ਕਰਨਗੇ ਜੇ ਸਾਹਮਣੇ ਨਹੀਂ ਕਰ ਸਕਦੇ। ਇੱਥੇ 'ਚ ਨਾ ਮੈਂ ਹੁਣ ਇੱਕ ਗੱਲ ਤੁਹਾਡੇ ਨਾਲ ਐਡ ਕਰਨ ਲੱਗੀ ਹਾਂ। ਅਸੀਂ ਇੱਥੇ ਮੈਂ 2009 ਦੇ ਵਿੱਚ ਆਈ ਹਾਂ, ਤੇ ਉਸ ਤੋਂ ਬਾਅਦ 2-3 ਸਾਲਾਂ ਬਾਅਦ ਮੈਨੂੰ ਯਾਦ ਹੈ ਕਿ ਅਸੀਂ ਇੱਕ ਭਰੂਣ ਹੱਤਿਆ ਤੇ ਇਸ ਤਰ੍ਹਾਂ ਡਰਾਮਾ ਕੀਤਾ ਸੀਗਾ ਕਿ ਸਾਡੇ ਵਿਦੇਸ਼ਾਂ ਦੇ ਵਿੱਚੋਂ ਵੀ ਲੋਕ ਜਿਹੜੇ ਸੀ ਉੱਥੇ ਜਾਂਦੇ ਸੀ। ਪਰ ਹੁਣ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਇਹ ਵੇਵ ਜਿਹੜੀ ਚੱਲੀ ਸੀ ਜੀ, ਕਿ ਇਹਦੇ ਅਗੇਂਸਟ ਕਾਫੀ ਸਾਰਾ ਵਿਰੋਧ ਉੱਠਿਆ, ਰੈਲੀਆਂ ਵੀ ਹੋਈਆਂ ਤੇ ਕਈ ਕੁਛ ਸੀ। ਤੁਹਾਨੂੰ ਲੱਗਦਾ ਹੈ ਕਿ ਕਾਫੀ ਕੁਝ ਸੁਧਰ ਗਿਆ ਹੈ? ਕਿਉਂਕਿ ਉਹ ਵੇਵ ਜਿਹੜੀ ਉਹ ਲਗਭਗ ਹੁਣ ਖਤਮ ਹੈ। ਫਰਕ ਪੈਂਦਾ ਜੀ। ਦੇਖੋ ਜਿਵੇਂ ਤੁਸੀਂ ਨਾਟਕ ਕੀਤਾ ਜਾਂ ਕਹਾਣੀਆਂ ਛਪਦੀਆਂ ਨੇ, ਕਿਤਾਬਾਂ ਛਪਦੀਆਂ ਨੇ, ਆਖਰ ਜਿਹੜਾ ਸਾਹਿਤ ਹੈਗਾ ਕਿਸੇ ਵੀ ਰੂਪ ਵਿੱਚ ਸਾਹਿਤ ਹੋਵੇ, ਉਹ ਲੋਕਾਂ ਦੇ ਮਨਾਂ ਦੇ ਉੱਤੇ ਅਸਰ ਕਰਦਾ ਹੈ ਨਾ, ਤੇ ਉਹਨਾਂ ਦੀ ਸੋਚ ਬਦਲਦਾ। ਗੱਲ ਤਾਂ ਸੋਚ ਬਦਲਣ ਦੀ ਹੈਗੀ ਹੈ। ਰੈਲੀਆਂ ਹੁੰਦੀਆਂ, ਭਾਸ਼ਣ ਹੁੰਦੇ ਆ, ਜੋ ਕੁਝ ਹੁੰਦਾ ਸਾਰੇ ਕਾਰਨਾਂ ਕਰਕੇ, ਬੇਸ਼ੱਕ ਬਹੁਤ ਵੱਡੇ ਲੈਵਲ ਤੇ ਨਾ ਹੋਇਆ ਹੋਵੇ, ਪਰ ਲੋਕੀ ਜਿਹੜੇ ਹੈਗੇ ਆ ਫਿਰ ਵੀ ਸ਼ਰਮ ਮਹਿਸੂਸ ਕਰਦੇ। ਔਰ ਬਹੁਤ ਸਾਰੇ ਜਿਹੜੀ ਤੁਸੀਂ ਨਾ ਮੰਮੀ ਨਾ ਮੇਰੀ ਰਚਨਾ ਦੀ ਗੱਲ ਕਰੀ ਹੈ, ਉਹ ਜਦੋਂ ਛਪੀ ਚਿੱਠੀ ਅਖਬਾਰਾਂ ਵਿੱਚ ਛਪੀ, ਉਹ ਤੋਂ ਬਾਅਦ ਜਿਹੜੀ ਤੁਸੀਂ ਚੇਂਜ ਦੀ ਗੱਲ ਕਰਦੇ ਹੋ, ਮੈਨੂੰ ਬਹੁਤ ਸਾਰੀਆਂ ਚਿੱਠੀਆਂ ਆਈਆਂ ਸਮਾਜ ਦੇ ਹਰ ਵਰਗ ਵਿੱਚੋਂ, ਅਮੀਰਾਂ ਵੱਲੋਂ ਵੀ, ਗਰੀਬਾਂ ਵੱਲੋਂ ਵੀ, ਰੇਹੜੀ ਵਾਲੇ ਕੋਲੋਂ, ਕਰਿਆਨੇ ਵਾਲੇ ਕੋਲੋਂ, ਜੇਲ੍ਹਾਂ 'ਚੋਂ, ਫੌਜ ਵਿੱਚੋਂ, ਕਿੱਥੋਂ ਜਿਨ੍ਹਾਂ ਚਿੱਠੀਆਂ ਦੇ ਵਿੱਚ ਕਿਸੇ ਨੇ ਕਿਹਾ ਸੀਗਾ ਕਿ ਅਸੀਂ ਜੀ ਪਹਿਲਾਂ ਤਾਂ ਇੱਕ ਧੀ ਮਾਰਤੀ ਹੈ, ਪਰ ਹੁਣ ਅਸੀਂ ਕਦੀ ਨਹੀਂ ਕਰਾਂਗੇ, ਸਾਨੂੰ ਮਾफ़ ਕਰ ਦਿਓ। ਕਿਸੇ ਨੇ ਕਿਹਾ ਕਿ ਮੈਂ ਆਪਣੀਆਂ ਧੀਆਂ ਦੀ ਕਦਰ ਨਹੀਂ ਸੀ ਕਰਦਾ, ਪਰ ਹੁਣ ਮੈਂ ਆਪਣੀ ਧੀ ਜਿਹੜੀ ਹੈਗੀ ਆ ਉਹਨੂੰ ਪੁੱਤ ਦੇ ਬਰਾਬਰ ਸਮਝੂਗਾ, ਉਹਨੂੰ ਪੜ੍ਹਾਊਂਗਾ। ਬਹੁਤ ਸਾਰੀਆਂ ਚਿੱਠੀਆਂ ਜਿਹੜੀ ਆਪਾਂ ਬਦਲਾਅ ਦੀ ਗੱਲ ਕਰਦੇ ਆ। ਸੋ ਉਸ ਚਿੱਠੀ ਨੂੰ ਹੀ ਮੈਂ ਜਿਹੜੀ ਕਿਤਾਬ ਦੀ ਗੱਲ ਕਰਦੀ ਸੀ, 2 ਐਡੀਸ਼ਨ ਛਪੀਆਂ ਨਾ ਮੰਮੀ ਨਾ ਦੀਆਂ, ਉਹ ਲੋਕਾਂ ਦੀਆਂ ਸਾਰੀਆਂ ਚਿੱਠੀਆਂ ਦੀਆਂ ਮੈਂ ਫੋਟੋ ਕਾਪੀਆਂ ਜਿਹੜੀਆਂ ਉਸ ਕਿਤਾਬ ਦੇ ਵਿੱਚ ਲਾਈਆਂ ਸੀ। ਡਾਕਟਰਸ ਵੱਲੋਂ ਚਿੱਠੀਆਂ ਆਈਆਂ ਕਿ ਅਸੀਂ ਹੁਣ ਦੱਸਾਂਗੇ ਨਹੀਂ ਕਿ ਕੁੜੀ ਹੈ ਜਾਂ ਮੁੰਡਾ ਹੈ, ਜਾਂ ਅਸੀਂ ਹੁਣ ਅਬੋਰਸ਼ਨ ਨਹੀਂ ਕਰਾਂਗੇ। ਤਾਂ ਸੋ ਚੇਂਜ ਆਉਂਦੀ ਹੈ। ਇੱਥੇ ਇੱਕ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ, ਕਿਉਂਕਿ ਮੈਂ ਵੀ ਉਸੇ ਦੌਰ ਦੇ ਵਿੱਚੋਂ ਲੰਘੀ ਹੋਈ ਇੱਕ ਔਰਤ ਹਾਂ, ਕਿ ਜਦੋਂ ਸਾਡੇ ਗੌਰਮੈਂਟ ਦੇ ਵੱਲੋਂ ਜਾਂ ਕਿਸੇ ਵੀ ਸਰਕਾਰ ਦੇ ਵੱਲੋਂ, ਚਾਹੇ ਕੈਨੇਡਾ ਦੀ ਹੈ ਚਾਹੇ ਦੂਜੀ ਹੈ, ਅਗਰ ਅਸੀਂ ਜਿਹੜਾ ਅਬੋਰਸ਼ਨ ਹੈ ਉਹਨੂੰ ਲੀਗਲ ਕਰ ਦਿੰਦੇ ਆ ਕਿ ਕਰਵਾ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਤੁਹਾਨੂੰ ਸਾਡੇ ਉਸ ਵੇਲੇ ਦਾ ਜਿਹੜਾ ਦੌਰ ਸੀ, ਮੈਂ ਇੰਡੀਆ ਦੇ ਵੱਲ ਨੂੰ ਮੁੜਾ ਤਾਂ ਸਕੂਲਾਂ ਦੇ ਵਿੱਚ ਆ ਗਿਆ ਸੀਗਾ ਕਿ ਜੇ ਕੋਈ 2 ਜਾਂ 3 ਬੱਚੇ ਤੋਂ ਉਸ ਤੋਂ ਨਹੀਂ ਹੈਗਾ, 1 ਜਾਂ 2 ਬੱਚਿਆਂ ਦਾ ਆਇਆ ਸੀਗਾ ਪ੍ਰਚਲਨ, ਤਾਂ ਤੀਸਰੇ ਵਾਸਤੇ ਤੁਸੀਂ, ਜੇ ਤੁਹਾਡਾ ਇੱਕ ਲੜਕਾ ਤੇ ਇੱਕ ਲੜਕੀ ਪਹਿਲੋਂ ਹੈਗੇ ਆ, ਤਾਂ ਤੀਸਰੇ ਲਈ ਤੁਹਾਨੂੰ ਛੁੱਟੀ ਨਹੀਂ ਮਿਲੇਗੀ। ਠੀਕ ਹੈ, ਜੇ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਛੁੱਟੀ ਲੈ ਵੀ ਸਕਦੇ ਹੋ। ਸੋ ਮਤਲਬ ਜਦੋਂ ਸਰਕਾਰ ਇਹਦੇ ਵਿੱਚ ਇੰਟਰਫੀਅਰ ਕਰਨ ਲੱਗ ਪੈਂਦੀ ਹੈ, ਸਾਡੇ ਸਮਾਜ ਦੇ ਦਾਇਰੇ ਵਿੱਚ ਇੱਕ ਸਾਡਾ ਕਾਨੂੰਨ ਐਂਟਰ ਕਰ ਜਾਂਦਾ, ਤੁਹਾਨੂੰ ਲੱਗਦਾ ਕਿ ਫਿਰ ਉਹ ਬਿਮਾਰੀ ਵੱਧਦੀ ਹੈ? ਨਹੀਂ, ਕਿ ਜਦੋਂ ਮੈਨੂੰ ਪਤਾ ਹੈ ਕਿ ਜੇ ਇੱਕ ਲੜਕਾ ਤੇ ਇੱਕ ਲੜਕੀ ਮੇਰੀ ਹੈਗੀ ਹੈ, ਸਰਕਾਰ ਕਹਿੰਦੀ ਕਿ ਹੁਣ ਤੁਹਾਨੂੰ ਮੈਂ ਅਬੋਰਸ਼ਨ ਦੀ ਛੁੱਟੀ ਦੇ ਸਕਦਾ, ਕਿਉਂਕਿ ਤੁਸੀਂ ਤੀਜਾ ਬੱਚਾ ਪੈਦਾ ਨਾ ਕਰੋ। ਜੇ ਤੁਹਾਡੇ ਪਹਿਲਾਂ 2 ਲੜਕੀਆਂ ਨੇ ਤਾਂ ਫਿਰ ਮੈਂ ਤੁਹਾਨੂੰ ਤੀਜਾ ਚਾਂਸ ਦਿੰਨਾ ਹੈ ਕਿ ਤੁਸੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਗਲਤ ਗੱਲ ਹੈ ਇਸ ਤਰ੍ਹਾਂ ਦੀ ਕਰਨੀ। ਨਹੀਂ, ਮੈਂ ਕਿਹਾ ਇੰਜ ਵੀ ਹੋਇਆ। ਹਾਂ, ਤੇ ਮਤਲਬ ਕੋਈ ਡਿਸਕ੍ਰਿਮੀਨੇਸ਼ਨ ਇਸ ਤਰ੍ਹਾਂ ਦੀ ਹੋਣੀ ਨਹੀਂ ਚਾਹੀਦੀ ਕਿ ਤੁਹਾਡੇ ਦੋ ਕੁੜੀਆਂ ਹੋਣਗੀਆਂ ਜਾਂ ਇੱਕ ਕੁੜੀ ਇੱਕ ਮੁੰਡਾ ਹੋਊਗਾ ਜਾਂ 2 ਮੁੰਡੇ ਹੋਣਗੇ। ਦੇਖੋ, ਬੱਚੇ ਤਾਂ ਜੋ ਵੀ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ, ਦੋਵੇਂ ਹੀ ਤੁਹਾਡੇ ਵਾਰਿਸ ਨੇ। ਤੁਹਾਡਾ ਮੈਂ ਇੱਕ ਨਜ਼ਮ ਦੀਆਂ 2 ਲਾਈਨਾਂ ਨੇ ਕਿ 2 ਲਾਈਨਾਂ ਨੇ ਕਿ ਦੋਵੇਂ ਨੇ ਵਿਹੜੇ ਦੇ ਸੂਰਜ, ਚਾਨਣੀਆਂ ਦੇ ਬੀ, ਹਿਕੜੀ ਨਾਲ ਲਗਾ ਲੈ ਲੋਕਾ, ਕੀ ਪੁੱਤਰ ਕੀ ਧੀ। ਕੋਈ ਫਰਕ ਨਹੀਂ ਹੋਣਾ ਚਾਹੀਦਾ ਕਿਸੇ ਵੀ ਲੈਵਲ ਤੇ। ਬਰਾਬਰ ਨੇ, ਧੀਆਂ ਵੀ ਬਰਾਬਰ ਨੇ, ਪੁੱਤ ਵੀ ਨਾ ਪੁੱਤ ਪਿੱਛੇ ਨੇ ਨਾ ਧੀਆਂ, ਸਾਰੇ ਬਰਾਬਰ ਨੇ। ਉਸੇ ਤਰ੍ਹਾਂ ਦੇ ਕਾਨੂੰਨ ਹੋਣ, ਧੀਆਂ ਵਾਸਤੇ ਵੀ ਹੋਣ, ਪੁੱਤਾਂ ਵਾਸਤੇ ਵੀ ਹੋਣ। ਉਸੇ ਤਰ੍ਹਾਂ ਦਾ ਸਮਾਜ ਦਾ ਰੁਖ ਹੋਵੇ, ਆਪਣਾ ਸਾਰਿਆਂ ਦਾ ਵਤੀਰਾ ਹੋਵੇ। ਹੁਣ ਤਾਂ ਬਿਲਕੁਲ ਹੀ ਕਿਸੇ ਲੈਵਲ ਤੋਂ ਕੁੜੀਆਂ ਜਿਹੜੀਆਂ ਪਿੱਛੇ ਨਹੀਂ ਹੈਗੀਆਂ। ਪਰ ਚਲੋ, ਮੈਂ ਉਸ ਦੌਰ ਦੀ ਗੱਲ ਕਰਦੀ ਜਦੋਂ ਤੁਸੀਂ ਇਹਨਾਂ ਨਜ਼ਮਾਂ ਨੂੰ ਰਚਿਆ ਜੀ, ਤੇ ਉਹ ਦੌਰ ਸੀਗਾ ਜਦੋਂ ਕਿ ਆਪਣੇ
ਪੰਜਾਬ ਦੇ ਵਿੱਚ ਖਾਸ ਤੌਰ ਤੇ ਭਰੂਣ ਹੱਤਿਆ ਜਿਹੜੀ ਬੜੀ ਸਿਖਰਾਂ ਤੇ ਸੀ, ਹਾਲਾਂਕਿ ਹੁਣ ਇਹ ਠੱਲ ਪੈ ਗਈ ਹੈ। ਉਹ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦੀ ਸੀ ਕਿ ਬੀਇੰਗ ਡਾਕਟਰ ਤੁਸੀਂ ਵੇਖਿਆ ਕਿ ਕਈ ਵਾਰੀ ਅਸੀਂ ਕੀ ਹੁੰਦਾ ਕਿ ਜਦੋਂ ਵਕਤ ਵਿਹਾ ਕੇ ਉਹ ਚੀਜ਼ ਜਿਹੜੀ ਉਹਨੂੰ ਦੱਬ ਦਿੰਦੇ ਆ ਤੇ ਲੱਗਦਾ ਕਿ ਸਭ ਠੀਕ ਹੋ ਗਿਆ, ਹਾਲਾਂਕਿ ਤੈਅ ਤੋਂ ਸਭ ਠੀਕ ਲੱਗਦਾ ਹੈ, ਅੰਦਰ ਠੀਕ। ਦੇਖੋ ਠੀਕ ਤਾਂ ਉਦੋਂ ਹੀ ਹੋਊਗਾ ਜਦੋਂ ਆਪਾਂ ਆਪਣੀ ਸੋਚ ਬਦਲੂਗੇ, ਜਦੋਂ ਆਪਣਾ ਵਤੀਰਾ ਬਦਲੂਗਾ। ਜੇ ਆਪਾਂ ਉੱਪਰੋਂ ਕਵਾਂਗੇ, ਚਾਹੇ ਆਪਾਂ ਕਾਨੂੰਨ ਦੇ ਡਰ ਤੋਂ ਕਵਾਂਗੇ, ਉਹਨਾਂ ਚਿਰ ਬਦਲਾਅ ਨਹੀਂ ਆਊਗਾ। ਬਦਲਾਅ ਆਊਗਾ ਹੀ ਉਦੋਂ ਜਦੋਂ ਅਸੀਂ ਸੋਚਾਂਗੇ ਵੀ ਧੀ ਤੇ ਪੁੱਤ ਦੇ ਵਿੱਚ ਕੋਈ ਫਰਕ ਨਹੀਂ, ਬਿਲਕੁਲ ਫਿਰ ਹੀ ਸਾਰਾ ਕੁਝ ਠੀਕ ਹੋਊਗਾ। ਤੇ ਹੈ ਹੀ ਨਹੀਂ ਹੈ, ਇਹ ਸੋਚਣਾ ਹੀ ਨਹੀਂ ਚਾਹੀਦਾ। ਮੈਂ ਸਿਰਫ ਇਹ ਨਹੀਂ ਕਹਿੰਦੀ ਹੁੰਦੀ ਕਿ ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ ਧੀ ਨੂੰ ਜੰਮਣ ਦੇਣਾ ਚਾਹੀਦਾ, ਧੀ ਨੂੰ ਜਿਉਣ ਵੀ ਦੇਣਾ ਚਾਹੀਦਾ। ਸਿਰਫ ਇਹ ਨਹੀਂ ਕਿ ਉਹਨੂੰ ਜਨਮ ਹੀ ਦੇਤਾ, ਉਹਨੂੰ ਸਾਰਾ ਉਹਨੂੰ ਪੜ੍ਹਨ ਦਾ, ਉਹਨੂੰ ਜਿਉਣ ਦਾ, ਬਿਮਾਰੀ ਤੋਂ ਉਹਦੀ ਸੁਰੱਖਿਆ ਦਾ ਸਾਰਾ ਇਹ ਤਾਂ ਹੋਣਾ ਚਾਹੀਦਾ ਧੀਆਂ ਵਾਸਤੇ। ਇਹ ਜਿਹੜੀ ਕਿਤਾਬ ਹੈ ਬੱਚਿਆਂ ਵਾਸਤੇ, ਮੈਂ ਹੁਣੇ ਕਿਤਾਬ ਚੱਕੀ ਹੈ ਤੇ ਮੈਂ ਗੱਲ ਇਹੋ ਹੀ ਲੱਗੀ ਸਾਂ ਕਿ ਤੁਸੀਂ ਬੱਚਿਆਂ ਲਈ ਵੀ ਬੜੀਆਂ ਖੂਬਸੂਰਤ ਕਿਤਾਬਾਂ ਲਿਖੀਆਂ ਨੇ। ਰੁੱਖਾਂ ਦੀ ਅੰਤਾਕਸ਼ਰੀ ਹੈ, ਸੋ ਇਹ ਕਿਤਾਬ ਮੇਰੇ ਹੱਥ 'ਚ ਹੈ ਇਸ ਵੇਲੇ। ਤੇ ਤੁਸੀਂ ਜਿੱਥੇ ਮੈਂ ਲਿਖਿਆ ਕਵਿਤਾਵਾਂ ਬੜੀਆਂ ਸੰਵੇਦਨਸ਼ੀਲ ਲਿਖੀਆਂ ਨੇ, ਉੱਥੇ ਬਾਲ ਸਾਹਿਤ ਦੀ ਰਚਨਾ ਵੀ ਗੱਲਾਂ ਚੋਂ ਗੱਲ ਜਿਵੇਂ ਹੋਰ ਪਾਸੇ ਚਲੀ ਜਾਂਦੀ ਹੈ। ਇਹ ਜਿਹੜੀ ਕਿਤਾਬ ਹੈਗੀ ਨਾ, ਇਹਦੇ ਵਿੱਚ ਮੈਂ ਬੱਚਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰੁੱਖਾਂ ਦੇ ਕੀ ਲਾਭ ਹੁੰਦੇ ਆ। ਅੱਛਾ, ਜਿਹੜੀ ਰੁੱਖਾਂ ਦੀ ਅੰਤਾਕਸ਼ਰੀ ਹੈ, ਬੱਚੇ ਅੰਤਾਕਸ਼ਰੀ ਖੇਡ ਰਹੇ ਨੇ, ਉਹਦੇ ਵਿੱਚ ਉਹ ਰੁੱਖਾਂ ਦੇ ਅੰਤਾਕਸ਼ਰੀ ਖੇਡਦੇ ਲਾਭ ਦੱਸ ਰਹੇ ਨੇ ਇੱਕ ਦੂਜੇ ਨੂੰ। ਕੋਈ ਬੱਚਾ ਦੱਸ ਰਿਹਾ ਕਿ ਇਸ ਰੁੱਖ ਦਾ ਇਹ ਲਾਭ ਹੈ, ਉਸ ਰੁੱਖ ਦਾ ਇਹ ਲਾਭ ਹੈ, ਬੂਟਿਆਂ ਦੇ। ਸੋ ਜਿਵੇਂ ਆਪਾਂ ਉਦੋਂ ਵਾਤਾਵਰਨ ਦੀ ਗੱਲ ਕਰੀ ਸੀ, ਤਾਂ ਇਹ ਉਹਦੇ ਵਿੱਚ ਵੀ ਹੁੰਦਾ ਕਿ ਆਪਾਂ ਕਿਵੇਂ ਬੂਟੇ ਰੱਖਣੇ ਆ, ਪਾਲਣੇ ਆ, ਦਰਖਤ ਚਾਹੀਦੇ ਆ। ਸੋ ਇਹ ਜੋ ਫਾਇਦੇ ਆ, ਇਹ ਬੱਚੇ ਇੱਕ ਦੂਜੇ ਨੂੰ ਗਿਣਾਉਂਦੇ ਨੇ ਤੇ ਫਿਰ ਉਹ ਅਖੀਰ 'ਚ ਉਹ ਫੈਸਲਾ ਕਰਦੇ ਨੇ ਵੀ ਹਾਂ ਵੀ ਅਸੀਂ ਤਾਂ ਆਪਣੇ ਘਰ 'ਚ ਬੂਟਾ ਲਾਵਾਂਗੇ, ਅਸੀਂ ਤਾਂ ਇਦਾਂ ਕਰਾਂਗੇ। ਸੋ ਸਾਰੇ ਤਰ੍ਹਾਂ ਦੇ ਫਲਾਂ ਦੇ ਫਾਇਦੇ। ਆਪਾਂ ਤੁਹਾਡੇ ਕੋਲੋਂ ਕਵਿਤਾ ਸੁਣੀ ਸੀ, ਬੜੀ ਖੂਬਸੂਰਤ ਕਵਿਤਾ ਤੁਸੀਂ ਪੇਸ਼ ਕੀਤੀ। ਮੈਂ ਹੁਣੇ ਵੀ ਕੁਝ ਲਾਈਨਾਂ ਜਿਹੜੀਆਂ ਵਾ ਉਹ ਸਾਂਝੀਆਂ ਵੀ ਕੀਤੀਆਂ ਵਾ, ਤੇ ਮੈਂ ਕਹਿੰਦੀ ਹਾਂ ਕਿ ਤੁਸੀਂ ਇੱਕ ਕਵਿਤਰੀ ਜਿਹੜੀ ਹੈ ਉਹਦੇ ਤੌਰ ਦੇ ਉੱਪਰ ਲਿਖਣਾ ਸ਼ੁਰੂ ਕੀਤਾ, ਜਿੰਨਾ ਕਿ ਮੇਰਾ ਖਿਆਲ ਹੈ। ਤੇ ਤੁਸੀਂ ਇਹਨਾਂ ਦੇ ਬੱਚਿਆਂ ਦੇ ਸਾਹਿਤ ਵੱਲ ਕਿਵੇਂ ਆ ਗਏ? ਬੱਚਿਆਂ ਦਾ ਸਾਹਿਤ ਉਨਾ ਹੀ ਇੰਪੋਰਟੈਂਟ ਹੈ। ਇਹਦੇ ਤੋਂ ਪਹਿਲਾਂ ਮੇਰੀ ਇੱਕ ਨਹੀਂ, ਮੈਂ ਕਿਹਾ ਕਿ ਇੱਕ ਪੇਸ਼ੇਵਰ ਡਾਕਟਰ ਸੀ ਤੁਸੀਂ, ਇੱਕ ਔਰਤ ਮਨ ਨੂੰ ਮੈਂ ਵੇਖਿਆ ਬਹੁਤ ਜ਼ਿਆਦਾ ਇਹਦੇ 'ਚ ਕੀਤਾ, ਬਟ ਬੱਚਿਆਂ ਨੂੰ ਲੱਗਾ ਕਿ ਕਿਵੇਂ ਉਹਨਾਂ ਦੀਆਂ ਕਲਕਾਰੀਆਂ ਜਿਹੜੀਆਂ ਉਹ ਹਸਪਤਾਲ 'ਚ ਸੁਣਦੇ ਸੀ ਤਾਂ ਲੱਗਾ। ਨਹੀਂ, ਹਸਪਤਾਲ 'ਚ ਵੀ ਆਪਣੇ ਬੱਚੇ ਵੀ ਨੇ, ਐਂਡ ਬੱਚੇ ਜਿਹੜੇ ਆ, ਬੱਚਾ ਹੀ ਤਾਂ ਇਨਸਾਨ ਦਾ ਜਿਹੜਾ ਪਹਿਲਾ ਰੂਪ ਹੈਗਾ। ਤੇ ਬੱਚਿਆਂ ਦੀ ਕਵਿਤਾ, ਔਰ ਮੈਂ ਤਾਂ ਕਹਿੰਦੀ ਹਾਂ ਕਿ ਬੱਚਿਆਂ ਦਾ ਸਾਹਿਤ ਲਿਖਣਾ ਵੱਡਿਆਂ ਦਾ ਸਾਹਿਤ ਲਿਖਣ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ। ਸੋ ਮੈਨੂੰ ਇਹ ਗੱਲ ਬਹੁਤ ਮਹਿਸੂਸ ਹੋਈ ਕਿ ਜਿੰਨਾ ਚਿਰ ਆਪਾਂ ਬੱਚਿਆਂ ਨੂੰ ਸਾਹਿਤ ਨਾਲ ਨਹੀਂ ਜੋੜਦੇ ਤੇ ਉਹਨਾਂ ਚਿਰ ਆਪਾਂ ਕਿਵੇਂ ਉਮੀਦ ਕਰ ਸਕਦੇ ਵੱਡੇ ਹੋ ਕੇ ਉਹ ਸਾਹਿਤ ਨਾਲ ਜੋੜਨਗੇ। ਇਹ ਤਾਂ ਸ਼ੁਰੂ 'ਚ ਹੀ ਬੱਚਿਆਂ ਨੂੰ ਆਦਤ ਪਾਣੀ ਚਾਹੀਦੀ ਹੈ। ਸੋ ਜਿਹੜੀ ਪਹਿਲੀ ਕਿਤਾਬ ਸੀ ਚੰਦ ਦੀ ਬਰਫੀ, ਜਿਹਦੇ 'ਚ ਭਾਸ਼ਾ ਵਿਭਾਗ ਵੱਲੋਂ ਇਨਾਮ ਵੀ ਮਿਲਿਆ ਸੀਗਾ, ਉਹ ਬਿਲਕੁਲ ਬੱਚਿਆਂ ਦੀਆਂ ਛੋਟੀਆਂ, ਇਹ ਤਾਂ ਹੈ ਨਾ ਇੱਕ ਤਰ੍ਹਾਂ ਸਿੱਖਿਆ ਦਾ ਇੱਕ ਉਹ ਬੱਚੇ ਦੇ ਜਿਵੇਂ ਇੱਕ ਨਾਟਕ ਵਾਂਗੂ ਲੱਗ ਰਿਹਾ ਮੈਨੂੰ। ਹਾਂ, ਉਹ ਬੱਚਿਆਂ ਦੀਆਂ ਖੇਡਾਂ ਤੋਂ, ਬੱਚਿਆਂ ਦੀਆਂ ਗੱਲਾਂ ਬਾਤਾਂ ਤੋਂ, ਬੱਚਿਆਂ ਦੀਆਂ ਕਹਾਣੀਆਂ ਤੋਂ ਉਸ ਤਰ੍ਹਾਂ ਦੀ ਸੀਗੀ। ਬੱਚੇ ਬਾਲ ਸਾਹਿਤ ਨਾਲ ਜੁੜਨਾ ਬਹੁਤ ਜ਼ਰੂਰੀ ਹੈ, ਬਾਲ ਸਾਹਿਤ ਲਿਖਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਉਹੀ ਬੱਚੇ ਵੱਡੇ ਹੋ ਕੇ ਕਿਤਾਬਾਂ ਨਾਲ ਜੁੜਨਗੇ। ਜੇ ਅਸੀਂ ਸ਼ੁਰੂ 'ਚ ਹੀ ਨਹੀਂ ਲਿਖਾਂਗੇ ਤਾਂ ਸਾਹਿਤ ਆਪਣੇ ਲੋਕਾਂ ਨਾਲ ਹੀ ਖਤਮ ਹੋ ਜਾਊਗਾ, ਦੂਜੇ ਬੱਚੇ ਤਾਂ ਪੜ੍ਹਨਗੇ ਨਹੀਂ। ਬਿਲਕੁਲ। ਸੋ ਜਿੱਥੇ ਇਹ ਬਹੁਤ ਹੀ ਸੰਵੇਦਨਸ਼ੀਲ ਕਵਿਤਾਵਾਂ ਦੇ ਰਚੇਤਾ ਨੇ ਤੇ ਇਹਨਾਂ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਅਹਿਮੀਅਤ ਰੱਖਦੀਆਂ ਨੇ ਸਾਡੇ ਪੰਜਾਬੀ ਸਾਹਿਤ ਦੇ ਵਿੱਚ, ਉੱਥੇ ਬੱਚਿਆਂ ਦਾ ਸਾਹਿਤ ਵੀ ਇਹ ਲਿਖਦੇ ਨੇ। ਤੇ ਆਪਾਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਗੁਰਮਿੰਦਰ ਸਿੱਧੂ ਜੀ ਹੁਣਾਂ ਦੇ ਨਾਲ ਗੱਲਬਾਤ ਜਾਰੀ ਰੱਖਾਂਗੇ। ਸੋ ਤੁਹਾਨੂੰ ਥੋੜ੍ਹੀ ਦੇਰ ਬਾਅਦ ਫਿਰ ਪ੍ਰੋਗਰਾਮ ਗੱਲਬਾਤ ਦੇ ਵਿੱਚ ਸ਼ਾਮਲ ਕਰਦੇ ਹਾਂ। ਸੋ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਗੁਰਚਰਨ ਥਿੰਦ ਵੱਲੋਂ। ਆਪਾਂ ਪ੍ਰੋਗਰਾਮ ਗੱਲਬਾਤ ਦੇ ਵਿੱਚ ਇਸ ਵੇਲੇ ਸ਼ਾਮਲ ਹਾਂ ਤੇ ਸਾਡੇ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਨੇ ਡਾਕਟਰ ਗੁਰਮਿੰਦਰ ਕੌਰ ਸਿੱਧੂ ਜੀ, ਜਿਹੜੇ ਕਿ BC ਦੇ ਵਿੱਚ ਰਹਿੰਦੇ ਨੇ ਤੇ ਇਸ ਵੇਲੇ ਸਾਡੇ ਕੋਲ ਚੈਸਟਰਮੀਅਰ ਆਏ ਹੋਏ ਨੇ ਕੈਲਗਰੀ ਦੇ ਵਿੱਚ। ਤੇ ਉਂਝ ਇਹ ਲੁਧਿਆਣੇ ਦੇ ਰਹਿਣ ਵਾਲੇ ਨੇ, ਸਿੱਧਵਾਂ ਬੇਟ ਦੇ ਜੰਮਪਲ ਨੇ ਤੇ ਲੁਧਿਆਣਾ ਮੇਰੀ ਕਰਮ ਭੂਮੀ ਹੈ। ਲੁਧਿਆਣਾ ਮੇਰੀ ਕਰਮ ਭੂਮੀ ਹੈ। ਤੇ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਨੂੰ ਹੋਰ ਵੀ ਜ਼ਿਆਦਾ ਮੋਹ ਆਇਆ। ਤੇ ਨਾਲੇ ਮੈਂ ਵੀ ਦੱਸ ਦਵਾਂ ਕਿ ਅਸੀਂ ਦੋਨੋਂ ਹੀ ਲਗਭਗ ਸਮਕਾਲੀ ਹਾਂ
ਇੱਕੋ ਹੀ ਦੌਰ ਦੇ ਵਿੱਚੋਂ ਲੰਘੀਆਂ ਹੋਈਆਂ ਦੋ ਇੱਕੋ ਤਰ੍ਹਾਂ ਦਾ ਔਰਤਾਂ, ਸੋਚਦੇ ਵੀ ਆ। ਇੱਕੋ ਤਰ੍ਹਾਂ ਦਾ ਸੋਚਦੇ ਵੀ ਆ, ਦੋ ਔਰਤਾਂ ਆ। ਇਸੇ ਕਰਕੇ ਅਸੀਂ ਉਹਨਾਂ ਵਿਸ਼ਿਆਂ ਦੇ ਉੱਪਰ ਉਹਨਾਂ ਗੱਲਾਂ ਨੂੰ ਕਰਨ ਦਾ ਯਤਨ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚੋਂ ਅਸੀਂ ਗੁਜ਼ਰੇ ਆ, ਜੋ ਜਿਹੜੀਆਂ ਸਾਡੇ ਸਿਰ ਦੇ ਵਿੱਚੋਂ ਗੁਜ਼ਰੀਆਂ ਨੇ। ਸੋ ਗੱਲਬਾਤ ਫਿਰ ਦੁਬਾਰਾ ਮੁੜਦੇ ਹਾਂ ਆਪਾਂ ਗੁਰਮਿੰਦਰ ਸਿੱਧੂ ਜੀ ਵੱਲ। ਸੋ ਗੁਰਮਿੰਦਰ ਸਿੱਧੂ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ, ਬਿਲਕੁਲ ਜੀ। ਤੇ ਗੱਲ ਨਿਰੀ ਆਪਾਂ ਔਰਤ ਦੀ ਨਹੀਂ ਕਰਨੀ, ਗੱਲ ਆਪਾਂ ਨਿਰੀ ਕਿਸੇ ਵਿਅਕਤੀ ਦੀ ਨਹੀਂ ਕਰਨੀ ਜਾਂ ਅਸੀਂ ਮਰਦ ਦੀ ਨਹੀਂ ਕਰਨੀ, ਗੱਲ ਅਸੀਂ ਉਸ ਹਿੱਸੇ ਦੀ ਕਰਨੀ ਹੈ ਜਿਹੜਾ ਹਿੱਸਾ ਕਈ ਵਾਰੀ ਅਣਗੌਲਿਆ ਰਹਿ ਜਾਂਦਾ ਤੇ ਕਈ ਵਾਰੀ ਉਹ ਅਣਗੌਲਿਆ ਹਿੱਸਾ ਇੰਨਾ ਪੀੜਤ ਹੋ ਜਾਂਦਾ ਜੀ ਕਿ ਜਿਉਂ ਅਸੀਂ ਇਤਿਹਾਸ ਵੱਲ ਨੂੰ ਪਿਛਾਂਹ ਨੂੰ ਮੁੜਦੇ ਆ ਤੇ ਮੈਨੂੰ ਕਈ ਵਾਰੀ ਨਾ ਉਹ ਦੌਰ ਯਾਦ ਆਉਂਦਾ ਹੁੰਦਾ ਜਦੋਂ ਔਰਤ ਪ੍ਰਧਾਨ ਪਰਿਵਾਰ ਹੁੰਦਾ ਸੀ। ਹਾਂਜੀ, ਪਹਿਲਾਂ ਇਹੀ ਹੁੰਦਾ ਸੀ। ਉਹ ਔਰਤ ਹੀ ਘਰ ਦਾ ਸਾਰਾ ਡਿਸੀਜਨ ਕਰਦੀ ਸੀ, ਔਰਤ ਹੀ ਸਾਰਾ ਕੁਝ ਕਰਦੀ ਸੀ। ਤੇ ਮੈਂ ਇੱਕ ਆਰਟੀਕਲ ਲਿਖਿਆ ਸੀਗਾ, ਕਿਕਰਾਂ ਵੀ ਲੰਘ ਆਈ ਬੇਰੀਆਂ ਵੀ ਲੰਘ ਆਈ ਲੰਘਣ ਵਾਲੇ ਤੂਤ। ਤੇ ਮੈਂ ਉਸ ਆਰਟੀਕਲ ਦੇ ਵਿੱਚ ਇੱਥੋਂ ਲੈ ਕੇ ਤੇ ਅਗਾਂਹ ਲੈ ਕੇ ਤੁਰੀ ਸਾਂ ਕਿ ਔਰਤ ਜਿਹੜੀ ਹੈ ਜਿਉਂ-ਜਿਉਂ ਕਿਕਰਾਂ ਦੇ ਕੰਢਿਆਂ ਦੇ ਉੱਤੋਂ ਲੰਘਦੀ ਸੀ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਜ਼ਿਆਦਾ ਸਜਗ ਸੀ। ਪਰ ਜਦੋਂ ਉਹਨੂੰ ਘਰ ਵਰਗੀ ਇੱਕ ਸੰਸਥਾ ਮਿਲ ਗਈ ਬਈ ਤੂੰ ਘਰ ਦੇ ਅੰਦਰ ਰਹਿਣਾ ਹੈ, ਤੂੰ ਬੱਚੇ ਪੈਦਾ ਕਰਨੇ ਹੈ, ਤੂੰ ਸੰਭਾਲਣੇ ਹੈ, ਤਾਂ ਉਹਨੂੰ ਲੱਗਾ ਕਿ ਮੈਨੂੰ ਤਾਂ ਠੰਡੀ ਛਾਂ ਮਿਲ ਗਈ ਹੈ ਤੇ ਹੁਣ ਮੈਂ ਨਹੀਂ ਘਰੋਂ ਬਾਹਰ ਨਿਕਲਦੀ। ਤੇ ਜਿਉਂ ਹੀ ਉਹਦਾ ਘਰੋਂ ਬਾਹਰ ਨਿਕਲਣਾ ਉਹਦੇ ਉੱਤੇ ਥੋੜ੍ਹਾ ਜਿਹਾ ਕੁੰਡਾ ਲੱਗ ਗਿਆ, ਉਦੋਂ ਹੀ ਉਹਦੇ ਅੰਦਰ ਘੁੱਟਣ ਵੀ ਆ ਗਈ, ਉਦੋਂ ਹੀ ਉਹਦੇ ਅੰਦਰ ਇੱਕ ਸੰਤਾਪ ਜਿਹਾ ਆਉਣ ਲੱਗ ਪਿਆ। ਉਦੋਂ ਹੀ ਉਹਨੂੰ ਲੱਗਾ ਕਿ ਮੈਂ ਇਹ ਕੁੰਡਾ ਖੋਲ੍ਹ ਕੇ ਬਾਹਰ ਨਹੀਂ ਜਾਣਾ, ਬਾਹਰ ਮਰਿਆਦਾ ਦੀਆਂ ਦੀਵਾਰਾਂ ਲੱਗੀਆਂ ਨੇ। ਸ਼ਾਇਦ ਇਹ ਮੇਰੀ ਸੋਚ ਹੈ। ਤੁਸੀਂ ਇਹਨੂੰ ਕਿਵੇਂ ਲੈਂਦੇ ਹੋ ਕਿ ਕੀ ਔਰਤ ਨੇ ਖੁਦ ਆਪਣੀ ਆਜ਼ਾਦੀ ਨੂੰ ਜਾਂ ਖੁਦ ਆਪਣੀਆਂ ਖੁੱਲ੍ਹਾਂ ਨੂੰ ਜਿੰਦਰਾ ਮਾਰਿਆ ਹੋਇਆ? ਨਹੀਂ, ਮੈਂ ਇਹ ਨਹੀਂ ਸੋਚਦੀ ਕਿ ਔਰਤ ਨੇ ਜਿੰਦਰਾ ਮਾਰਿਆ ਹੋਇਆ। ਔਰਤ, ਹਰ ਔਰਤ ਖੁੱਲ੍ਹ ਕੇ ਹੀ ਜਿਉਣਾ ਚਾਹੁੰਦੀ ਹੈ, ਆਮ ਜ਼ਿੰਦਗੀ ਹੀ ਜਿਉਣਾ ਚਾਹੁੰਦੀ ਹੈ। ਉਹਦੇ ਉੱਤੇ ਇਸ ਤਰ੍ਹਾਂ ਦੀਆਂ ਮਰਿਆਦਾਵਾਂ ਲਗਾ ਦਿੱਤੀਆਂ ਜਾਂਦੀਆਂ, ਇਸ ਤਰ੍ਹਾਂ ਦੇ ਰੂਲਸ ਬਣਾ ਦਿੱਤੇ ਜਾਂਦੇ ਜਿਹਦੀ ਤੁਸੀਂ ਗੱਲ ਕਰਦੇ ਹੋ ਕਿ ਉਹਨੂੰ ਉਹਦੇ ਵਿੱਚੋਂ ਨਿਕਲਣਾ ਜਿਹੜਾ ਨਾ ਉਹਦੇ ਲਈ ਸੌਖਾ ਨਹੀਂ ਹੁੰਦਾ। ਤੇ ਉਹ ਹਿੰਮਤ ਵੀ ਨਹੀਂ ਕਰਦੀ ਨਿਕਲਣ ਦੀ, ਕਿਉਂਕਿ ਜਿਸ ਤਰ੍ਹਾਂ ਦੀਆਂ ਸ਼ੁਰੂ ਤੋਂ ਹੀ ਕੁੜੀਆਂ ਦੀ ਆਪਾਂ ਮਰਿਆਦਾ ਦੀ ਗੱਲ ਕਰਦੇ ਹਾਂ ਕਿ ਤੂੰ ਜੀ ਪਿਓ ਦੀ ਪੱਗ ਨੂੰ ਦਾਗ ਨਹੀਂ ਲਾਉਣਾ, ਤੂੰ ਆਪਣਾ ਚਿੱਟੀ ਦਾਗ, ਕੋਈ ਨਹੀਂ ਕਹਿੰਦਾ ਮਾਂ ਦੀ ਚੁੰਨੀ ਨੂੰ ਦਾਗ ਨਹੀਂ ਲਾਉਣਾ, ਕੋਈ ਮੁੰਡੇ ਨੂੰ ਨਹੀਂ ਕਹਿੰਦਾ। ਨਹੀਂ, ਨਾਲ ਕੁੜੀ ਨੂੰ ਐ ਨਹੀਂ ਕਹਿੰਦੇ ਕਿ ਮਾਂ ਦੀ ਚੁੰਨੀ ਨੂੰ ਦਾਗ ਲੱਗ ਜੂ, ਕਿਉਂਕਿ ਮਾਂ ਦੀ ਚੁੰਨੀ ਨੂੰ ਤਾਂ ਦਾਗ ਨਹੀਂ ਲੱਗਣਾ। ਮਾਂ ਦੀ ਚੁੰਨੀ ਉਹ ਕਹਿੰਦੇ ਉਹਦੀ ਕੋਈ ਗੱਲ ਹੀ ਨਹੀਂ। ਕੁੜੀ ਮੁੰਡਾ ਜੋ ਕੁਛ ਮਰਜ਼ੀ ਬਾਹਰੋਂ ਕਰਿਆ ਆਵੇ, ਕੋਈ ਗਲਤ ਕੰਮ ਕਰਿਆ ਆਵੇ, ਕੁਛ ਕਰਿਆ ਆਵੇ, ਕੋਈ ਨਹੀਂ ਜੀ ਇਹ ਤਾਂ ਮੁੰਡੇ ਖੁੰਡੇ ਕਰ ਲੈ ਦਿੰਦੇ। ਕੁੜੀ ਥੋੜਾ ਜਿਹਾ ਵੀ ਕੁਛ ਟਾਈਮ ਤੋਂ ਲੇਟ ਹੋ ਜਾਏ, ਹਨਾ, ਕੁੜੀ ਦੇ ਲਈ ਉਹ ਕਿੱਥੇ ਗਈ ਸੀ, ਕਿਉਂ ਗਈ ਸੀ, ਕਿਹਨੂੰ ਮਿਲੀ ਸੀ, ਕੁੜੀ ਦੇ ਲਈ ਸਾਰੇ ਹੀ ਮਾਪਦੰਡ ਦੇ ਜਿਹੜੇ ਹੈਗੇ ਆ ਸ਼ੁਰੂ ਤੋਂ ਹੀ ਲੈ ਕੇ, ਜਨਮ ਤੋਂ ਹੀ ਲੈ ਕੇ, ਨਾ ਸਿਰਫ ਸਹੁਰਿਆਂ ਦੇ ਘਰ, ਪੇਕਿਆਂ ਦੇ ਘਰ ਤੋਂ ਵੀ ਲੈ ਕੇ ਬਿਲਕੁਲ ਮੁੰਡਿਆਂ ਨਾਲੋਂ ਵੱਖਰੇ ਹੁੰਦੇ ਆ। ਔਰ ਉਹਨਾਂ ਨੂੰ ਕਈ ਵਾਰੀ ਇਸ ਤਰ੍ਹਾਂ ਦੇ ਦਬਾਅ 'ਚ ਪਾਲਿਆ ਜਾਂਦਾ ਕਿ ਉਹਨਾਂ ਦੀ ਜਿਹੜੀ ਸੋਚਣ ਸ਼ਕਤੀ ਹੈਗੀ ਆ ਉਹਨੂੰ ਵੀ ਬੜਾ ਤੰਗ ਕਰ ਦਿੱਤਾ ਜਾਂਦਾ, ਜੇ ਉਹਨਾਂ ਨੂੰ ਪ੍ਰੋਪਰ ਵਿੱਦਿਆ ਵੀ ਨਹੀਂ ਦਿੱਤੀ ਜਾਂਦੀ। ਸੋ ਫਿਰ ਉਹ ਉਸੇ ਤਰ੍ਹਾਂ ਦੇ ਉਹ ਸਹੁਰੇ ਘਰ 'ਚ ਆ ਜਾਂਦੀ, ਉਹਦੇ 'ਤੇ ਹੋਰ ਬਹੁਤ ਸਾਰੀਆਂ ਮਰਿਆਦਾਵਾਂ ਨਿਕਲ ਜਾਂਦੀਆਂ ਕਿ ਤੂੰ ਇਹ ਨਹੀਂ ਕਰ ਸਕਦੀ, ਉਹ ਨਹੀਂ ਕਰ ਸਕਦੀ। ਸੋ ਇਹ ਨਹੀਂਗਾ ਕਿ ਕੋਈ ਔਰਤ ਜਿਹੜੀ ਆ ਉਹਦੇ 'ਚ ਰਹਿਣਾ ਚਾਹੁੰਦੀ ਹੈ, ਪਰ ਉਹ ਆਪਣੇ ਘਰ ਦੀ ਸੁਰੱਖਿਆ ਵਾਸਤੇ ਕਿ ਆਪਣੇ ਪਰਿਵਾਰ ਦੇ, ਉਹਦਾ ਪਰਿਵਾਰ ਹੱਸਦਾ ਵਸਦਾ ਰਵੇ। ਔਰਤ ਜਿਹੜੀ ਹੈਗੀ ਆ ਨਾ ਉਹ ਕੁਰਬਾਨੀ ਕਰਦੀ ਹੈ, ਉਹ ਆਪਣੇ ਸੁੱਖ ਦੀ ਵੀ ਕੁਰਬਾਨੀ ਕਰ ਦਿੰਦੀ ਹੈ, ਆਪਣੀ ਖੁਸ਼ੀ ਦੀ ਵੀ ਕੁਰਬਾਨੀ ਕਰ ਦਿੰਦੀ ਹੈ ਕਿ ਆਪਣੇ ਬੱਚਿਆਂ ਲਈ, ਆਪਣੇ ਪਤੀ ਲਈ, ਸਹੁਰਿਆਂ ਲਈ, ਭੈਣ ਭਰਾ ਦੀ ਖੁਸ਼ੀ ਲਈ ਉਹ ਆਪਣੀਆਂ ਜਿਹੜੀਆਂ ਆਪਣੀਆਂ ਖੁਸ਼ੀਆਂ, ਜਿਹੜੇ ਆਪਣੇ ਸੁਪਨੇ ਆ ਉਹਨਾਂ ਨੂੰ ਮਾਰ ਦਿੰਦੀ ਹੈ। ਪਰ ਹੁਣ ਕੁੜੀਆਂ ਜਾਗਰੂਕ ਹੋ ਗਈਆਂ ਹੋਈਆਂ ਤੇ ਉਹਨਾਂ ਨੂੰ ਪਤਾ ਲੱਗਿਆ ਹੋਇਆ ਕਿ ਮੈਂ ਵੀ ਜਿਉਣਾ, ਮੈਨੂੰ ਵੀ ਜਿਉਣ ਦਾ ਹੱਕ ਹੈ। ਹਾਂ, ਹੁਣ ਵੇਖੋ ਕੁੜੀ ਜਾਗਰੂਕ ਹੋ ਗਈ ਹੈ, ਕਹਿੰਦੇ ਨੇ ਕਿ ਔਰਤ ਦੇ ਕੋਲ ਬੜੀ ਆਜ਼ਾਦੀ ਆ ਗਈ, ਉਹਨੂੰ ਖੁੱਲ੍ਹਾਂ ਮਿਲ ਗਈਆਂ ਨੇ। ਘਰਾਂ ਦੇ ਵਿੱਚ ਵੱਧਦੇ ਲੜਾਈ ਝਗੜੇ ਜਿਹਨੂੰ ਅਸੀਂ ਘਰੇਲੂ ਹਿੰਸਾ ਕਹਿੰਦੇ ਹਾਂ, ਜਿਹਦੇ ਵਿੱਚ ਹੋਰ ਕਈ ਕੁਝ ਅਬਿਊਜ਼ ਛੁਪੀ ਹੋਈ ਹੈ। ਤੁਹਾਨੂੰ ਮੈਂ ਕਈਆਂ ਤੋਂ ਸੁਣਿਆ, ਕਹਿੰਦੇ ਨੇ ਜੀ ਘਰ ਦੇ ਵਿੱਚ ਇੰਨੀ ਤਾਂ ਔਰਤ ਦੀ ਹੋਈ ਚੱਲਦੀ ਹੈ, ਝਗੜੇ ਜਿਹੜੇ ਹਮੇਸ਼ਾ ਨੂੰਹ ਸੱਸ ਦੇ ਹੁੰਦੇ ਆ, ਕਦੀ ਨੂੰਹ ਸਹੁਰੇ ਦਾ ਨਹੀਂ ਹੋਇਆ, ਹੈ ਨਾ। ਤੇ ਇਹਦਾ ਕੀ ਕਹਿੰਦੇ ਨੇ ਕਿ ਔਰਤ ਹੀ ਔਰਤ ਨਾਲ ਝਗੜਾ ਕਰਦੀ ਹੈ, ਔਰਤ ਹੀ ਔਰਤ ਦੀ ਦੁਸ਼ਮਣ ਹੈ। ਤੁਸੀਂ ਬੀਇੰਗ ਔਰਤ ਕੋਈ ਬਹੁਤ ਲੰਬਾ ਸਫ਼ਰ ਤੈਅ ਕਰ ਚੁੱਕੇ ਹੋ, ਇੱਕ ਡਾਕਟਰ ਦੇ ਵਜੋਂ ਵੀ ਕਰ ਚੁੱਕੇ, ਤੁਹਾਡੇ ਕੋਲ ਕਈ ਇਹੋ ਜਿਹੇ ਕੇਸ ਆਉਂਦੇ ਹੋਣਗੇ। ਤੁਹਾਨੂੰ ਕੀ ਲੱਗਦਾ ਕਿ ਸਹੀ ਮਾਇਨੇ 'ਚ ਔਰਤ ਹੀ ਔਰਤ ਦੀ ਦੁਸ਼ਮਣ ਹੈ? ਉਹ ਆਪਣੀ ਨੂੰਹ ਨੂੰ ਰੋਕਦੀ ਹੈ, ਆਪਣੀ ਧੀ ਨੂੰ ਰੋਕਦੀ ਹੈ, ਟੋਕਦੀ ਹੈ, ਕਿਉਂ ਨਹੀਂ? ਉਹ ਔਰਤ ਇਸ ਕਰਕੇ ਹੈਗਾ ਕਿ ਉਹਦੇ ਵਿੱਚ ਇਹ ਗੱਲਾਂ ਉਹਨੂੰ ਪਹਿਲਾਂ ਹੀ ਸਿਖਾਈਆਂ ਜਾਂਦੀਆਂ। ਉਹਨੂੰ ਪਤਾ ਹੈ ਕਿ ਜੇ ਮੈਂ ਆਪਣੀ ਧੀ ਨੂੰ ਇਹ ਕੁਛ ਨਹੀਂ ਕਰੂੰਗੀ ਤਾਂ ਮੇਰੀ ਧੀ ਅੱਗੇ ਜਾ ਕੇ ਔਖੀ ਹੋਊਗੀ, ਤਾਂ ਉਹਨੂੰ ਉਸੇ ਕਰਕੇ ਸ਼ੁਰੂ 'ਚ ਹੀ ਉਹਨੂੰ ਆਪਣੀ ਧੀ ਨੂੰ ਟ੍ਰੇਨ ਕਰਨਾ ਸ਼ੁਰੂ ਕਰ ਦਿੰਦੀ ਹੈ। ਔਰ ਜੇ ਕਹਿੰਦੇ ਨਾ ਵੀ ਧੀ ਨੂੰ ਮਰਵਾਉਣ 'ਚ ਵੀ ਔਰਤ ਦੀ ਦੁਸ਼ਮਣ ਹੈਗੀ ਹੈ, ਤੇ ਉਹ ਵੀ ਪਰ ਕਿਉਂਕਿ
ਔਰਤ ਨੇ ਜੋ ਕੁਝ ਸਿਆ ਹੈਗਾ, ਜੇ ਇੱਕ ਔਰਤ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਝ ਸਿਆ ਹੈਗਾ ਨਾ ਦੁੱਖ, ਉਹ ਇਹ ਨਹੀਂ ਚਾਹੁੰਦੀ ਕਿ ਮੇਰੀ ਬੱਚੀ ਜਾਂ ਮੇਰੀ ਪੋਤੀ ਜਾਂ ਮੇਰੀ ਦੋਤੀ ਉਹ ਦੁੱਖ ਸਹੇ। ਕਿੰਨਾ ਸੱਚ ਕਹਿ ਰਹੇ ਹੋ ਜੋ ਮੈਂ ਕਹਿੰਦੀ ਹੁੰਦੀ ਹਾਂ। ਉਹ ਦੁੱਖ ਜਿਹੜਾ ਮੇਰੀ ਜਿਹੜੀ ਇਹਦੇ ਵਾਸਤੇ ਹੈ ਨਾ, ਇੰਟਰਵਿਊ ਹੋਈ ਇੱਕ ਰੇਡੀਓ ਤੇ, ਇੱਕ ਜਿਹੜੀ ਜਿਵੇਂ ਟਾਕ ਸ਼ੋ ਹੁੰਦਾ, ਤੇ ਇੱਕ ਕੁੜੀ ਨੇ ਕਿਹਾ ਕਿ ਮੈਂ ਕਹਿੰਦੀ ਆ ਕਿ ਕੁੜੀਆਂ ਨੂੰ ਮਾਰ ਦੇਣਾ ਚਾਹੀਦਾ ਕੁੱਖ ਵਿੱਚ। ਅੱਛਾ। ਤੇ ਮੈਂ ਉਹਨੂੰ ਪੁੱਛਿਆ ਵੀ ਕਿਉਂ ਮਾਰਨਾ ਚਾਹੀਦਾ? ਕਹਿੰਦੀ ਮੈਂ ਆਪਣੇ ਆਲੇ ਦੁਆਲੇ ਜਿੰਨੀਆਂ ਔਰਤਾਂ ਦੇਖ ਰਹੀਆਂ, ਉਹ ਜਿੰਨੀ ਔਖੀ ਜ਼ਿੰਦਗੀ ਕੱਟ ਰਹੀਆਂ ਨੇ, ਜਿਸ ਤਰ੍ਹਾਂ ਉਹ ਜਿਉ ਰਹੀਆਂ ਨੇ, ਇਹਦੇ ਤੋਂ ਤਾਂ ਉਹਨਾਂ ਨੂੰ ਮਾਰ ਹੀ ਦਿੱਤਾ ਜਾਂਦਾ। ਇਹ ਤਾਂ ਇੱਕ ਮਾਯੂਸੀ ਹੈ, ਇੱਕ ਵਿਦਰੋਹ ਆ। ਇਹ ਇੱਕ ਮਾਯੂਸੀ ਵਿਦਰੋਹ ਹੈ। ਮਤਲਬ ਉਹਨੂੰ ਲੱਗਦਾ ਹੈ ਕਿ ਇਹੋ ਜਿਹੀ ਜ਼ਿੰਦਗੀ ਔਰਤ ਦੀ ਹੁੰਦੀ ਹੈ, ਕਿਉਂ ਹੁੰਦੀ ਹੈ ਇਹੋ ਜਿਹੀ ਜ਼ਿੰਦਗੀ। ਸੋ ਇਹ ਇਸੇ ਗੱਲ ਵਿੱਚੋਂ ਹੀ ਨਿਕਲਣਾ ਪੈਣਾ, ਇਸੇ ਗੱਲ 'ਚੋਂ ਸੋਚਣਾ ਪੈਣਾ ਕਿ ਇਹ ਜ਼ਿੰਦਗੀ ਨਾ ਹੋਵੇ। ਉਹਦੇ ਲਈ ਮੈਂ ਜ਼ਰੂਰ ਇਹ ਕਹਿਣਾ ਚਾਹੂੰਗੀ ਕਿ ਕੁੜੀਆਂ ਦੇ ਉੱਤੇ ਮਰਿਆਦਾਵਾਂ ਲਗਾਉਣ ਦੀ ਜਗ੍ਹਾ, ਉਹਨਾਂ ਦੇ ਉੱਤੇ ਬੰਦਿਸ਼ਾਂ ਲਗਾਉਣ ਦੀ ਜਗ੍ਹਾ, ਆਪਣੀਆਂ ਧੀਆਂ ਨੂੰ ਨਾ ਆਪਣੇ ਪੈਰਾਂ 'ਤੇ ਜ਼ਰੂਰ ਖੜਿਆ ਕੀਤਾ ਜਾਵੇ। ਉਹਨਾਂ ਨੂੰ ਪੜ੍ਹਾਇਆ ਲਿਖਾਇਆ, ਹੁਨਰ ਦਿੱਤਾ ਜਾਵੇ ਕਿ ਉਹ ਜੇ ਉਹਨਾਂ ਨੂੰ ਕੋਈ ਮਰਿਆਦਾ ਤੋੜਨੀ ਵੀ ਪਵੇ ਤਾਂ ਉਹ ਜਿਉ ਸਕਣ। ਮੈਂ ਇਹਨਾਂ ਦੀ ਇੱਕ ਨਜ਼ਮ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜੰਮਣ ਪੀੜਾ ਨਜ਼ਮ ਮੈਨੂੰ ਬੜੀ ਅੱਛੀ ਲੱਗੀ। ਆਪਣੀ ਕੁੱਖੋਂ ਜਾਈ ਤੇ ਪਏ ਵਕਤਾਂ ਨੂੰ ਦੇਖ ਕੇ ਮੇਰੀਆਂ ਆਂਦਰਾਂ 'ਚੋਂ ਗੁਜ਼ਰਦੀਆਂ ਪੀੜ ਤਰਾਟਾਂ ਕਿੰਨੀਆਂ ਤਿੱਖੀਆਂ ਤੇ ਵਾੜਵੀਆਂ ਨੇ, ਉਹਨਾਂ ਪੀੜਾਂ ਸਾਵੇਂ ਜਿਹੜੀਆਂ ਉਹਨੂੰ ਜੰਮਣ ਵੇਲੇ ਮੇਰੇ ਅੰਗ ਅੰਗ 'ਚੋਂ ਗੁਜ਼ਰੀਆਂ ਸਨ। ਤੇ ਫਿਰ ਉਹ ਪੀੜਾਂ ਤਾਂ ਸ਼ਾਈ ਮੈਂ ਹੀ ਹੋ ਗਈਆਂ ਸਨ। ਮੇਰੀ ਝੋਲੀ ਵਿੱਚ ਚੰਬੇ ਦੀ ਇੱਕ ਕਲੀ ਧਰ ਕੇ, ਤੇ ਇਹ ਪੀੜਾਂ ਤਾਂ ਜਦੋਂ ਵੀ ਛਿੜਦੀਆਂ ਨੇ ਮੇਰੀ ਝੋਲੀ ਵਿੱਚ ਦਹਿਕਦੇ ਅੰਗਾਰੇ ਧਰ ਜਾਂਦੀਆਂ ਨੇ। ਕੀ ਮੇਰੀ ਬੱਚੀ ਦਾ ਨਵਾਂ ਜਨਮ ਹੋਣ ਵਾਲਾ ਹੈ। ਇੱਕ ਮਾਂ ਜੰਮਣ ਪੀੜਾ ਵਿੱਚੋਂ ਨਿਕਲਦੀ ਵੀ ਨਹੀਂ ਸੁਣਾਈ, ਤੁਸੀਂ ਸੁਣਾ ਦਿੱਤੀ। ਮੈਂ ਸੁਣਾ ਦਿੱਤੀ। ਇੱਕ ਮਾਂ ਧੀ ਜੰਮਦੀ ਹੈ ਤੇ ਉਹ ਉਹੀ ਪੀੜਾ ਸਹਿੰਦੀ ਹੈ ਜਿਹੜੀਆਂ ਉਹਨੇ ਪੁੱਤਰ ਨੂੰ ਜੰਮਣ ਵੇਲੇ ਸਹੀਆਂ ਸੀ। ਪਰ ਜਦੋਂ ਇੱਕ ਮਾਂ ਦੀ ਧੀ ਉਹਨਾਂ ਹੀ ਤਕਲੀਫਾਂ ਦੇ ਵਿੱਚੋਂ ਲੰਘਦੀ ਹੈ ਤੇ ਉਹ ਮਾਂ ਨੂੰ ਨਵੇਂ ਸਿਰੋਂ ਜੰਮਣ ਪੀੜਾਂ ਛਿੜ ਜਾਂਦੀਆਂ। ਸਹੀ ਗੱਲ ਹੈ। ਉਦੋਂ ਵੀ ਜ਼ਿਆਦਾ ਦਰਦ, ਉਹਦੇ ਵੀ ਜ਼ਿਆਦਾ ਦਰਦ। ਉਹਨਾਂ ਪੀੜਾਂ ਦੇ ਵਿੱਚੋਂ ਉਹਨੂੰ ਕੁਝ ਮਿਲਦਾ ਵੀ ਨਹੀਂ। ਸਿਰਫ ਜਿਵੇਂ ਜੰਮਣ ਪੀੜਾਂ 'ਚ ਤਾਂ ਉਹਨੂੰ ਆਪਣਾ ਬੱਚਾ ਮਿਲ ਜਾਂਦਾ, ਪਰ ਜਿਹੜੀਆਂ ਪੀੜਾਂ 'ਚੋਂ ਮਾਂ ਨਿਕਲਦੀ ਹੈ, ਸੋ ਉਹਦੀ ਜਿਹੜੀ ਹੈਗੀ ਹੈ ਪ੍ਰਗਟਾਵਾ। ਇਹ ਕਿਤਾਬ ਹੈ ਇਹਨਾਂ ਦੀ ਅੰਬਰੀ ਉੱਡਣ ਤੋਂ ਪਹਿਲਾਂ। ਮੈਨੂੰ ਇਹ ਕਿਤਾਬ ਜੀ ਲੁਧਿਆਣੇ ਮਿਲੀ। ਹਾਂਜੀ। ਤੇ ਇਹ ਕਿਤਾਬ ਮੈਂ ਜਦੋਂ ਪੜ੍ਹਨ ਲੱਗੀ ਤਾਂ ਮੈਂ ਸੋਚਿਆ ਕਿ ਜਾ ਕੇ ਪੜ੍ਹਨੀ ਹੈ ਜੀ, ਪਰ ਮੈਂ ਪਲੇਨ ਦੇ ਵਿੱਚ ਖਤਮ ਕਰਕੇ ਆਈ ਸੀ। ਕੀ ਬਾਤ ਹੈ, ਕੀ ਬਾਤ ਹੈ। ਇਹ ਕਿਤਾਬ ਸਾਡੇ ਸਮਾਜ ਦਾ ਉਹ ਸ਼ੀਸ਼ਾ ਹੈ, ਜਿਹੜਾ ਸ਼ੀਸ਼ਾ ਜਿਹੜੀ ਅਸੀਂ ਗੱਲਾਂ ਕਰਕੇ ਹਟੇ ਆ, ਧੀਆਂ ਦਾ ਜੰਮਣਾ, ਉਹਦੇ ਉੱਪਰ ਲੱਗਣੀਆਂ ਰੋਕਾਂ, ਉਹਨਾਂ ਦਾ ਜੰਮਣ ਤੋਂ ਪਹਿਲਾਂ ਹੀ ਰੂੜੀਆਂ ਤੇ ਸੁੱਟੇ ਜਾਣਾ, ਤੇ ਇੱਕ ਅਣਜੰਮੀ ਧੀ ਦਾ ਇੰਜ ਵਗਣਾ ਖੂਨ ਜਿਵੇਂ ਕਿ ਹਦਵਾਣੇ ਵਿੱਚੋਂ ਨਿਕਲਦਾ ਰਸ ਹੁੰਦਾ ਹੈ। ਇਹ ਮਾਵਾਂ ਹੀ ਭੁਗਤਦੀਆਂ ਨੇ। ਸਮਾਜ ਕੇਵਲ ਇੱਕ ਦਰਸ਼ਕ ਬਣ ਕੇ ਵੇਂਦਾ ਹੈ, ਸਿਰਫ ਤਾਨੇ ਦਿੰਦਾ ਹੈ। ਅਬੋਰਸ਼ਨ ਵੀ ਤੇ ਔਰਤ ਹੀ ਕਰਾਉਂਦੀ ਹੈ। ਹੈ ਉਹਦੀ ਸੱਸ ਹੀ ਕਹਿੰਦੀ ਹੈ ਅਬੋਰਸ਼ਨ ਕਰਾ, ਘਰ ਵਾਲਾ ਤੇ ਕਦੇ ਨਹੀਂ ਕਹਿੰਦਾ ਕਰਾ, ਨਾ ਸਹੁਰਾ ਕਹਿੰਦਾ ਕਰਾ। ਨਹੀਂ, ਪਰ ਕੀ ਕਾਰਨ ਆ ਇਹ ਸਾਰਾ ਕੁਝ ਜਿਹੜਾ ਵਾ ਇਹ ਕਿਉਂ ਸਿਰਫ ਔਰਤਾਂ ਦੇ ਮੱਥੇ ਲੱਗ ਜਾਂਦਾ? ਇਹ ਸੱਸ ਦੇ ਨਾਂ ਤੇ ਹੀ ਪਾ ਦਿੱਤਾ ਜਾਂਦਾ ਤੇ ਸਹੁਰਾ ਵੀ ਘਰ ਵਾਲਾ ਵੀ। ਬੜੀਆਂ ਐਗਜ਼ਾਮਪਲਾਂ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਘਰ ਵਾਲੇ ਹੈਗੇ ਆ, ਉਹਨਾਂ ਨੇ ਇਹ ਕਿਹਾ ਹੋਇਆ ਕਿ ਜੇ ਘਰੋਂ ਕੱਢ ਦਿੰਦੇ ਨੇ ਜੇ ਕੁੜੀ ਹੁੰਦੀ ਹੈ, ਉਹਨੂੰ ਕਹਿੰਦੇ ਆ ਕਿ ਤੂੰ ਆਈ ਨਾ, ਜੇ ਤੇਰੇ ਕੁੜੀ ਹੋਈ ਤੂੰ ਆਪਣੇ ਪੇਕਿਓਂ ਹੀ ਰਹਿਣਾ, ਤੇ ਦੂਜੀ ਅਬੋਰਸ਼ਨ ਕਰਾਉਣ ਵਾਸਤੇ ਮਜਬੂਰ ਕਰਦੇ ਨੇ। ਇਹ ਵੀ ਸ਼ਾਇਦ ਗੱਲ ਐਵੇਂ ਸਾਹਮਣੇ ਆ ਗਈ ਹੈ ਕਿ ਸੱਸਾਂ ਹੀ ਕਹਿੰਦੀਆਂ ਨੇ ਜਾਂ ਮਾਵਾਂ ਹੀ ਕਹਿੰਦੀਆਂ ਨੇ। ਇਹ ਸਾਰਾ ਸਮਾਜ, ਸਾਰਾ ਹਾਲਾਤ, ਮਾਂ ਬਾਪ ਵੀ, ਘਰ ਵਾਲਾ ਵੀ, ਸਾਰੇ ਹੀ ਮਜਬੂਰ ਕਰਦੇ ਨੇ ਕਰਨ ਲਈ। ਤੇ ਜੇ ਸਾਰੇ ਹੀ ਹਟ ਜਾਣਗੇ ਤਾਂ ਔਰਤ ਦੇ ਤਾਂ ਵਸ ਵਿੱਚ ਹੀ ਕੁਝ ਨਹੀਂ ਹੁੰਦਾ, ਉਹ ਤਾਂ ਮਜਬੂਰੀਆਂ ਦੇ ਵਿੱਚ ਪਈ ਹੋਈ ਅਬੋਰਸ਼ਨ ਕਰਾਉਣ ਜਾਂਦੀ ਹੈ, ਉਹਦਾ ਨਹੀਂ ਜੀ ਕਰਦਾ ਕਰਵਾਉਣ। ਅਸੀਂ ਗੱਲ ਅੰਬਰੀ ਉੱਡਣ ਤੋਂ ਪਹਿਲਾਂ ਦੇ ਵੀ ਕਰਨੀ ਹੈ, ਬਟ ਇਹਦੀ ਪਿੱਛੇ ਬੈਕ ਜਿਹੜੀ ਇਹਦਾ ਆਧਾਰ ਹੈ ਉਹਦੀ ਵੀ ਗੱਲ ਕਰਨੀ ਹੈ। ਮੈਂ ਤੁਹਾਡੇ ਨਾਲ ਇੱਕ ਹੋਰ ਗੱਲਬਾਤ ਪ੍ਰੋਗਰਾਮ ਦੇ ਵਿੱਚ ਹੀ, ਕਿਉਂਕਿ ਗੱਲਬਾਤ ਹੀ ਕਰ ਰਹੇ ਤੇ ਗੱਲ ਸਾਂਝੀ ਕਰਨੀ ਕਿ ਬੜੇ ਇੱਕ ਉੱਚ ਦਰਜੇ ਦੇ ਪੜ੍ਹੇ ਲਿਖੇ ਬਹੁਤ ਆਲਾ ਇਨਸਾਨ ਪਿਛਲੇ ਦਿਨੀ ਜਦੋਂ ਮੇਰੀ ਬੁੱਕ ਰਿਲੀਜ਼ ਹੋਈ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਗੱਲ ਚੱਲੀ ਔਰਤਾਂ ਦੀ, ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਘਰ ਵਿੱਚ 80% ਤੇ ਜੀ ਔਰਤਾਂ ਦੀ ਚੱਲਦੀ ਹੈ, ਜੋ ਲੜਾਈ ਝਗੜਾ ਕਰਾਉਂਦੀਆਂ ਔਰਤਾਂ ਹੀ ਕਰਦੀਆਂ, ਮਰਦ ਤੇ ਕਦੀ ਉਹਦੇ 'ਚ ਸ਼ਾਮਲ ਨਹੀਂ ਹੁੰਦਾ। ਮੈਂ ਬੜਾ ਟਰਾਈ ਕੀਤੀ ਕਿ ਮੈਂ ਆਪਣੇ ਸ਼ਬਦਾਂ ਨਾਲ ਗੱਲ ਕਰਾਂ ਕਿ ਉਹਦੇ ਪਿੱਛੇ ਔਰਤ ਦੀ ਇਸ ਮਾਨਸਿਕਤਾ ਦੇ ਪਿੱਛੇ ਸਮਾਜ ਖੜੋਤਾ ਹੁੰਦਾ। ਉਹ ਸਾਡੇ ਸਮਾਜਿਕ ਵਰਤਾਰੇ ਖਲੋਤੇ ਹੁੰਦੇ ਆ। ਕਿਸੇ ਔਰਤ ਦਾ ਜੀ ਨਹੀਂ ਕਰਦਾ ਕਿ ਮੈਂ ਆਹ ਕਰਾਂ,
ਲੋੜ ਉਹਨਾਂ ਸਮਾਜਿਕ ਵਰਤਾਰਿਆਂ ਨੂੰ ਬਦਲਣ ਦੀ ਹੈ, ਉਹਨਾਂ ਨੂੰ ਅਸੀਂ ਬਦਲਦੇ ਨਾਲੇ ਇਹ ਸਾਰੇ ਘਰਾਂ ਵਿੱਚ ਨਹੀਂ ਹੁੰਦਾ। ਜਿੰਨਾ ਮਰਦਾਂ ਨੇ ਤੁਹਾਨੂੰ ਕਿਹਾ ਹੋਊਗਾ ਉਹਨਾਂ ਦੇ ਘਰਾਂ ਵਿੱਚ ਵੀ ਹੋ ਸਕਦਾ ਨਾ ਹੁੰਦਾ ਹੋਵੇ। ਬਹੁਤ ਸਾਰੀ ਵੱਡੀ ਪਰਸੈਂਟੇਜ ਜਿਹੜੀ ਹੈ ਉਹਦੇ ਉੱਥੇ ਕੁਝ ਘਰਾਂ 'ਚ ਚੱਲਦੀ ਹੈ। ਮੈਂ ਨਹੀਂ ਕਹਿੰਦੀ 80% ਛੱਡ ਕੇ 100% ਵੀ ਚੱਲਦੀ ਹੈ, ਪਰ ਕਿਸੇ ਘਰ ਦੇ ਵਿੱਚ 0% ਵੀ ਨਹੀਂ ਚੱਲਦੀ। ਇਹੋ ਜਿਹੇ ਘਰ ਵੀ ਨੇ। ਮੈਂ ਕੈਨੇਡਾ ਵਾਸਤੇ ਨਹੀਂ ਕਹਿ ਸਕਦੀ, ਹੋ ਸਕਦਾ ਹੁਣ, ਪਰ ਮੈਂ ਹਿੰਦੁਸਤਾਨ ਵਿੱਚ ਦੇਖਿਆ ਕਿ ਉਹਨਾਂ ਨੂੰ ਜੋ ਉਹਨਾਂ ਦੇ ਘਰਦਿਆਂ ਦੀ ਮਰਜ਼ੀ ਹੈ ਉਹਨਾਂ ਨੂੰ ਉਹ ਕਰਨਾ ਪੈਂਦਾ। ਉਹ ਤੋਂ ਬਿਨਾਂ ਉਹਨਾਂ ਦੇ ਲਈ ਤਾਂ ਬੜਾ ਸੌਖਾ ਹੁੰਦਾ। ਔਰ ਬਈ ਉਹ ਕਹਿੰਦੇ ਜੀ ਅਸੀਂ ਤਾਂ ਹੋਰ ਵਿਆਹ ਕਰਾ ਲਾਂਗੇ। ਜਿਹੜੇ ਇੱਥੋਂ ਵਾਲੇ ਲੋਕੀ ਹੈ ਨਾ ਉਹ ਵੀ ਕਹਿ ਦਿੰਦੇ ਮੈਂ ਇੰਡੀਆ ਤੋਂ ਹੋਰ ਵਿਆਹ ਕਰਾ ਲਿਆਉਂਗਾ। ਤੇ ਇਹ ਘਰ ਦੀ ਕਿਸੇ ਘਰ ਦੀ ਕੋਈ ਗੱਲ ਹੈ, ਕਿਸੇ ਘਰ ਦੀ ਕੋਈ ਗੱਲ ਹੈ। ਪਰ ਹਿੰਦੁਸਤਾਨ ਦੇ ਵਿੱਚ ਤਾਂ ਮੈਂ ਦੇਖਿਆ ਕਿ ਕੁਛ 10 12 20 15% ਕੁੜੀਆਂ ਹੋਣੀਆਂ ਜਿਨ੍ਹਾਂ ਦੀ ਘਰ 'ਚ ਚੱਲਦੀ ਹੋਊਗੀ ਤੇ ਹੈਗੀਆਂ ਵੀ ਨੇ, ਤੇ ਬਾਕੀ ਪਰ ਮੈਂ ਕਹਿੰਦੀ ਹੁੰਦੀ ਹਾਂ ਸਿੱਧੂ ਜੀ, ਮੈਂ ਕਹਿੰਦੀ ਹੁੰਦੀ ਹਾਂ ਕਿ ਸਬਜ਼ੀ ਕੀ ਬਣਾਉਣੀ ਹੈ, ਚੌਂਕਾ ਚੁੱਲ੍ਹਾ ਕਿਵੇਂ ਸੰਭਾਲਣਾ ਹੈ, ਪ੍ਰਾਹੁਣਾ ਆਇਆ ਉਹਦੇ ਕਿਵੇਂ ਆਓ ਭਗਤ ਕਰਨੀ ਹੈ, ਕਿਵੇਂ ਕਹਿਣਾ ਘਰ ਵਾਲੇ ਨੂੰ ਗਰੋਸਰੀ ਲੈ ਆ ਚੀਜ਼ਾਂ ਲੈ ਆਓ। ਨਹੀਂ ਇਹਨੂੰ ਚੱਲਦੀ ਨਹੀਂ ਕਹਿੰਦੇ, ਉਹ ਚੱਲਦੀ ਨਹੀਂ। ਉਹ ਤੁਹਾਡੇ ਤੁਸੀਂ ਆਪਣੇ ਐਡਜਸਟਮੈਂਟ ਹੈਗੀ ਆ। ਤੁਸੀਂ ਕੋਈ ਬੰਦਾ ਕੋਈ ਕੰਟਰੀਬਿਊਸ਼ਨ ਕਰਦਾ, ਕੋਈ ਕਮਾ ਕੇ ਲਿਆਉਂਦਾ, ਕੋਈ ਲਿਆਂਦਾ ਹੋਇਆ ਪਕਾਉਂਦਾ ਹੈ। ਹਰ ਕਿਸੇ ਦੀ ਆਪਣੀ ਕੰਟਰੀਬਿਊਸ਼ਨ ਹੈ। ਨੌਕਰਾਣੀ ਆ ਰਹੀ ਹੈ, ਉਹਨੂੰ ਕਿਵੇਂ ਮੈਨੇਜ ਕਰਨਾ ਹੈ, ਉਹਨੂੰ ਅਸੀਂ ਚੱਲਦੀ ਨਹੀਂ ਕਹਿ ਸਕਦੇ। ਇਹ ਤਾਂ ਸਾਰੇ ਆਪਸ ਵਿੱਚ ਕੀਤਾ ਹੁੰਦਾ ਕਿ ਇਹਨੇ ਇਹ ਕਰਨਾ ਉਹ ਕਰਨਾ। ਇਹ ਤਾਂ ਐਡਜਸਟਮੈਂਟਸ ਦੀਆਂ, ਇਹ ਚੱਲਦੀ ਵਾਲੀ ਗੱਲ ਕੋਈ ਨਹੀਂ ਹੁੰਦੀ। ਹਾਂ, ਚੱਲਦੀ ਵਾਲੀ ਉੱਥੋਂ ਗੱਲ ਹੈ ਜਦੋਂ ਜਿੱਥੇ ਕਿਤੇ ਉਹਦੀ ਕੋਈ ਵੀ ਮਰਜ਼ੀ ਹੋਵੇ ਤੇ ਉਹਦੀ ਮਰਜ਼ੀ ਪੁੱਗਣ ਨਾ ਦਿੱਤੀ ਜਾਵੇ। ਉਹਦੀ ਕੋਈ ਖੁਸ਼ੀ ਵੀ ਹੋਵੇ, ਉਹਦੀ ਖੁਸ਼ੀ ਤੂੰ ਆਪਣੇ ਘਰਦਿਆਂ ਨੂੰ ਫੋਨ ਨਹੀਂ ਕਰਨਾ, ਤੈਨੂੰ ਕੋਈ ਮਿਲਣ ਨਾ ਆਵੇ, ਤੂੰ ਬਾਹਰ ਨਹੀਂ ਜਾ ਸਕਦੀ ਘਰੋਂ, ਤੂੰ ਕੱਲੀ ਕਿਸੇ ਨਾਲ ਫੋਨ ਤੇ ਗੱਲ ਨਹੀਂ ਕਰ ਸਕਦੀ ਤੂੰ। ਸੋ ਜਿਹੜੇ ਇਸ ਤਰ੍ਹਾਂ ਦੇ ਰੂਲਸ ਹੈਗੇ ਆ ਉਹ ਜਿਹੜੇ ਆ ਉਹ ਡੈਮੇਜ ਕਰ। ਅੰਬਰੀ ਉੱਡਣ ਤੋਂ ਪਹਿਲਾਂ ਦੀ ਸਰਗੀ ਜਿਹਦੇ ਇੰਨੇ ਜ਼ਿਆਦਾ ਸੁਪਨੇ ਨੇ, ਇੰਨੇ ਜ਼ਿਆਦਾ ਚਾਅ ਨੇ, ਜਿਹਨੂੰ ਬੜੇ ਲਾਡਾਂ ਨਾਲ ਮਾਂ ਪਿਓ ਨੇ ਪਾਲਿਆ, ਉਹਦੇ ਨਾਲ ਕੀ ਵਾਪਰਦਾ ਕਿ ਤੁਹਾਡਾ ਜੀ ਕੀਤਾ ਕਿ ਮੈਂ ਲਿਖਾਂ ਅੰਬਰੀ ਉੱਡਣ ਤੋਂ ਪਹਿਲਾਂ? ਇਹ ਸਰਗੀ ਐਨੀ ਇੱਕ ਦਾਇਰੇ ਦੇ ਵਿੱਚ ਘਿਰੀ ਹੋਈ ਉਹ ਕੁੜੀ ਹੈ ਜਿਹੜੀ ਬਾਹਰ ਨਿਕਲਣਾ ਵੀ ਚਾਹੁੰਦੀ ਹੈ ਪਰ ਨਿਕਲਣ ਤੋਂ ਝਿਜਕਦੀ ਹੈ। ਬਹੁਤ ਸਾਰੇ ਹਾਲਾਤ ਨੇ, ਜਿਵੇਂ ਸਾਰਿਆਂ ਨੇ ਮਾਪੀਆਂ ਜਿਹੜੀਆਂ ਬੜੇ ਲਾਡ ਨਾਲ ਪਾਲੀਆਂ ਹੁੰਦੀਆਂ, ਪਰ ਕਈ ਵਾਰੀ ਇਹੋ ਜਿਹਾ ਹੋ ਜਾਂਦਾ ਹੈ ਕਿ ਗਲਤ ਫੈਸਲਾ ਹੋ ਜਾਂਦਾ ਜਦੋਂ ਉਹ ਕੁੜੀ ਇਹੋ ਜਿਹੇ ਪਰਿਵਾਰ ਵਿੱਚ ਚਲੀ ਜਾਂਦੀ ਹੈ ਜਿੱਥੇ ਉਹਨੂੰ ਜੀਣ ਹੀ ਨਹੀਂ ਦਿੱਤਾ ਜਾਂਦਾ। ਜਿਹੜੀ ਆਪਾਂ ਗੱਲ ਕਰਦੇ ਨਾ ਮਰਿਆਦਾਵਾਂ, ਉਹਦੇ ਤੇ ਇੰਨੀਆਂ ਠੋਸ ਦਿੱਤੀਆਂ ਜਾਂਦੀਆਂ। ਤੇ ਇਹ ਉਸ ਕੁੜੀ ਦੀ ਕਹਾਣੀ ਹੈ ਜਿਹੜੀ ਪੜ੍ਹੀ ਲਿਖੀ ਹੈ, ਜਿਹੜੀ ਬਹੁਤ ਕੁਝ ਕਰ ਸਕਦੀ ਹੈ, ਪਰ ਇਹੋ ਜਿਹੀਆਂ ਮਜਬੂਰੀਆਂ ਦੇ ਵਿੱਚ ਉਹ ਫਸ ਜਾਂਦੀ ਹੈ ਕਿ ਉਹਨੂੰ ਤਸ਼ੱਦਦ ਸਹਿਣਾ ਪੈਂਦਾ। ਤੇ ਇਹਦਾ ਨਾਂ ਅੰਬਰੀ ਉੱਡਣ ਤੋਂ ਪਹਿਲਾਂ ਇਸ ਕਰਕੇ ਹੈ ਕਿ ਉਹ ਤਸ਼ੱਦਦ ਸਹਿੰਦੀ ਵੀ ਆਪਣੇ ਜਿਹੜਾ ਟੀਚਾ ਹੈਗਾ, ਜਿਹੜਾ ਕੁਝ ਬਣਨ ਦਾ ਟੀਚਾ, ਕੁਝ ਪੜ੍ਹਨ ਦਾ ਟੀਚਾ ਹੈ, ਕਿਸੇ ਕੋਈ ਰੁਤਬਾ ਹਾਸਲ ਕਰਨ ਦਾ ਟੀਚਾ, ਉਹਦੇ ਵੱਲ ਵੀ ਵੱਧਦੀ ਰਹਿੰਦੀ ਹੈ। ਉਹ ਕਮਾਈ ਵੀ ਕਰਦੀ ਹੈ, ਘਰ ਵੀ ਚਲਾਉਂਦੀ ਹੈ, ਤੇ ਉਹ ਪੜ੍ਹਾਈ ਵੀ ਕਰਦੀ ਹੈ, ਤੇ ਉਹ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ 'ਚ ਭਾਗ ਵੀ ਲੈਂਦੀ ਹੈ, ਤੇ ਨਾਲ ਦੀ ਨਾਲ ਉਹ ਦੁੱਖ ਵੀ ਸਹਿੰਦੀ ਹੈ, ਰੋਂਦੀ ਵੀ ਹੈ, ਪਰ ਉਹ ਆਪਣਾ ਜਿਹੜਾ ਟੀਚਾ ਉਹਨੂੰ ਨਹੀਂ ਛੱਡਦੀ। ਸੋ ਆਖਿਰਕਾਰ ਸਾਰੀਆਂ ਜਿਹੜੀਆਂ ਮੁਸ਼ਕਿਲਾਂ ਉਹਨਾਂ ਨੂੰ ਟੱਪ ਕੇ, ਸਾਰੇ ਹਾਲਾਤਾਂ ਵਿੱਚੋਂ ਗੁਜ਼ਰ ਕੇ ਉਹ ਉੱਥੇ ਆ ਪਹੁੰਚਦੀ ਹੈ ਜਿੱਥੇ ਸੱਚਮੁੱਚ ਉਹਦੇ ਲਈ ਅੰਬਰੀ ਉੱਡਣ ਵਾਲੀ ਸਥਿਤੀ ਬਣ ਜਾਂਦੀ ਹੈ, ਜਿੱਥੇ ਉਹ ਸਮਾਜ ਦੇ ਵਿੱਚ ਉਹਦਾ ਕੋਈ ਰੁਤਬਾ ਹੁੰਦਾ, ਜਿੱਥੇ ਉਹ ਕਮਾ ਸਕਦੀ ਹੈ, ਉਹ ਘਰ ਪਾਲ ਸਕਦੀ ਹੈ, ਆਪਣੀਆਂ ਖੁਸ਼ੀਆਂ ਜਿਹੜੀਆਂ ਉਹਨੂੰ ਮਿਲ ਸਕਦੀਆਂ, ਤਾਂ ਉਹ ਉੱਡਣ ਲੱਗ ਜਾਂਦੀ ਹੈ ਅਸਮਾਨ ਦੇ ਵਿੱਚ, ਅੰਬਰ ਦੇ ਵਿੱਚ। ਪਰ ਉਹ ਤੋਂ ਪਹਿਲਾਂ ਜਿਹੜੇ ਦਰਦਾਂ ਵਿੱਚੋਂ ਨਿਕਲਦੀ ਹੈ, ਇਹ ਸਰਗੀ ਦੀ ਕਹਾਣੀ ਆ। ਤੇ ਖਾਸ ਕਰਕੇ ਮੈਂ ਇਸ ਕਰਕੇ ਵੀ ਲਿਖੀ ਸੀ, ਇਹਦੇ ਬੜੇ ਮੰਤਵ ਸੀਗੇ ਲਿਖਣ ਵਾਸਤੇ, ਕਿ ਪਹਿਲੀ ਗੱਲ ਕਿ ਕੁੜੀਆਂ ਜੇ ਕਿਸੇ ਇਹੋ ਜਿਹੇ ਹਾਲਾਤ 'ਚ ਹੋ ਵੀ ਜਾਂਦੀਆਂ ਨੇ, ਕਦੀ ਉਹਨਾਂ ਨੂੰ ਇਹੋ ਜਿਹਾ ਘਰ ਮਿਲ ਵੀ ਜਾਂਦਾ, ਤਾਂ ਉਹ ਦਿਲ ਨਾ ਛੱਡਣ, ਨਾ ਉਹ ਦਿਲ ਛੱਡਣ, ਨਾ ਇਹ ਨਹੀਂ ਕਿ ਮੈਂ ਮਰ ਜਾਊਂਗੀ ਜਾਂ ਮੈਂ ਹੋਰ ਕੁਛ ਐਸਾ ਕਰ ਲਵਾਂ, ਇਹ ਕਰ ਲਵਾਂ, ਜਾਂ ਮੈਂ ਗਿਵ ਅਪ ਕਰ ਦਿਆਂ, ਹੈ ਨਾ। ਆਪਣਾ ਟੀਚਾ ਜਿਹੜਾ ਉਹ ਫੜ ਕੇ ਰੱਖਣ, ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਤੇ ਜ਼ਰੂਰ ਪਹੁੰਚ ਜਾਣਗੇ। ਉਹਨਾਂ ਨੂੰ ਬਿਲਕੁਲ ਹੌਸਲਾ ਨਹੀਂ ਛੱਡਣਾ ਚਾਹੀਦਾ, ਹਾਲਾਤ ਨੂੰ ਆਪਣੇ ਆਪ ਨੂੰ ਉਹਦੇ ਨਾਲ ਢਾਲ ਕੇ ਵੀ ਮੁਕਾਬਲਾ ਕਰਨਾ ਚਾਹੀਦਾ, ਸਟਰੋਂਗ ਹੋਣਾ ਚਾਹੀਦਾ। ਦੂਜਾ ਮੇਰਾ ਲਿਖਣ ਦਾ ਕਾਰਨ ਇਹ ਸੀ ਕਿ ਜਿਹੜੇ ਮਾਪੇ ਹੈਗੇ ਆ, ਮਾਪਿਆਂ ਨੂੰ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਜੇ ਚਲ ਤੂੰ ਹੁਣ ਜੇ ਤੇਰਾ ਇੱਥੇ ਵਿਆਹ ਕਰਤਾ ਜੀ, ਇਸ ਤਾਂ ਬੜੀ ਮੁਸ਼ਕਿਲ ਨਾ ਕਰਤਾ, ਤੂੰ ਇੱਥੇ ਹੀ ਗੁਜ਼ਾਰਾ ਕਰ, ਤੂੰ ਇਸ ਪਰਿਵਾਰ 'ਚ ਐਡਜਸਟ ਕਰ। ਮਾਪਿਆਂ ਨੂੰ ਆਪਣੀਆਂ ਧੀਆਂ ਨਾਲ ਹਮੇਸ਼ਾ ਖਲੋਣਾ ਚਾਹੀਦਾ ਕਿ ਇਹ ਨਹੀਂ ਕਿ ਤੇਰਾ ਘਰ ਨਹੀਂ ਹੈ ਤੇ ਤੇਰਾ ਘਰ ਤਾਂ ਬਸ ਹੁਣ ਉਹੀ ਹੈ।
ਤਾਂ ਘਰ ਧੀਆਂ ਦਾ ਵੀ ਹੁੰਦਾ ਹੈ। ਤੇ ਇਸ ਨਾਵਲ ਦੇ ਸ਼ੁਰੂ ਵਿੱਚ ਹੀ ਤੁਸੀਂ ਦੇਖਿਆ ਹੋਣਾ ਕਿ ਸ਼ੁਰੂ ਵਿੱਚ ਹੀ ਕਿਹਾ ਕਿ ਬੇਟਾ ਤੂੰ ਇਹ ਘਰ ਤੇਰਾ ਹੈ, ਦਰਵਾਜ਼ਾ ਇਸ ਘਰ ਦਾ ਖੁੱਲਾ, ਤੂੰ ਜਦੋਂ ਮਰਜ਼ੀ ਇਸ ਘਰ 'ਚ ਆ ਜਾ। ਤੇ ਮਾਪਿਆਂ ਨੂੰ ਜਿਹੜਾ ਹਮੇਸ਼ਾ ਆਪਣੀਆਂ ਧੀਆਂ ਦੇ ਨਾਲ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ, ਉਹਨਾਂ ਲਈ ਆਪਣੇ ਘਰ ਦੇ ਵੀ ਆਪਣੇ ਦਿਲ ਦੇ ਦਰਵਾਜ਼ੇ ਖੁੱਲੇ ਰੱਖਣੇ ਚਾਹੀਦੇ। ਬਿਲਕੁਲ ਜੀ। ਅੰਬਰੀ ਉੱਡਣ ਤੋਂ ਪਹਿਲਾਂ ਕਿਤਾਬ ਦੀ ਗੱਲਬਾਤ ਕਰ ਰਹੇ ਤੇ ਗੱਲ ਅਸੀਂ ਹੋਰ ਵੀ ਕਰਨੀ ਹੈ, ਕਿਉਂਕਿ ਗੱਲ ਇੱਥੇ ਖਤਮ ਨਹੀਂ ਹੁੰਦੀ ਕਿ ਲੜਕੀ ਜਿਹੜੀ ਜਦੋਜਹਿਦ ਕਰੇ ਤੇ ਮਾਪੇ ਉਹਦੇ ਨਾਲ ਖੜਨ। ਗੱਲਾਂ ਹੋਰ ਵੀ ਬਹੁਤ ਸਾਰੀਆਂ ਨੇ। ਸੋ ਲੈਣੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਅੰਬਰੀ ਉੱਡਣ ਤੋਂ ਪਹਿਲਾਂ ਦੀ ਗੱਲਬਾਤ ਗੁਰਮਿੰਦਰ ਸਿੱਧੂ ਜੀ ਨਾਲ ਜਾਰੀ ਰੱਖਾਂਗੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਮੈਂ ਸਵਾਗਤ ਕਰਦੀ ਹਾਂ ਪ੍ਰੋਗਰਾਮ ਗੱਲਬਾਤ ਵਿੱਚ। ਤੇ ਗੱਲਬਾਤ ਅਸੀਂ ਕਰ ਰਹੇ ਹਾਂ, ਕਈਆਂ ਨੂੰ ਲੱਗਣਾ ਕਿ ਬੜਾ ਜੀ ਇਹ ਤਾਂ ਹਰ ਵਾਰੀ ਇਹਨਾਂ ਵਿਸ਼ਿਆਂ ਦੇ ਉੱਪਰ ਹੀ ਗੱਲਾਂ ਹੁੰਦੀਆਂ ਨੇ। ਉਹਨਾਂ ਵਿਸ਼ਿਆਂ ਤੇ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਵਿਸ਼ਿਆਂ ਤੇ ਗੱਲ ਕਰਨੀ ਬਣਦੀ ਹੈ ਤੇ ਜਿਨ੍ਹਾਂ ਦੇ ਉੱਪਰ ਸਾਨੂੰ ਸੋਚਣ ਦੀ ਵੀ ਲੋੜ ਹੈ ਤੇ ਜਿਹਦੇ ਵਿੱਚ ਸਮੇਂ ਦੇ ਨਾਲ ਕੁਝ ਬਦਲਾਅ ਲਿਆਉਣ ਦੀ ਵੀ ਜ਼ਰੂਰਤ ਹੈ। ਤੇ ਗੱਲਬਾਤ ਅਸੀਂ ਕਰ ਰਹੇ ਹਾਂ ਅੰਬਰੀ ਉੱਡਣ ਤੋਂ ਪਹਿਲਾਂ ਨਾਵਲ, ਜਿਹੜਾ ਕਿ 2022 ਦੇ ਵਿੱਚ ਛਪਿਆ ਗੁਰਮਿੰਦਰ ਸਿੱਧੂ ਜੀ ਦਾ। ਗੁਰਮਿੰਦਰ ਸਿੱਧੂ ਜੀ ਦੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੇ, ਪਰ ਖਾਸ ਤੌਰ ਤੇ ਮੈਂ ਇਸ ਨਾਵਲ ਦੇ ਉੱਪਰ ਹੀ ਅੱਜ ਜਿਹੜਾ ਹੈ ਵਿਚਾਰ ਚਰਚਾ ਕਰ ਰਹੀ ਹਾਂ, ਚਾਹੇ ਉਹ ਪਹਿਲਾ ਹਿੱਸਾ ਸੀ, ਚਾਹੇ ਵਿਚਕਾਰਲਾ ਤੇ ਚਾਹੇ ਹੁਣ ਅੰਤਮ, ਕਿਉਂਕਿ ਇਹ ਸਾਡੇ ਸਮਾਜ ਦਾ ਅੱਜ ਦਾ ਮੱਗ ਦਾ ਵਿਸ਼ਾ ਹੈ। ਵਿਆਹ ਹੋ ਜਾਂਦੇ ਨੇ, ਕੁੜੀਆਂ ਦੇ ਸਹੁਰੇ ਘਰ ਚਲੇ ਜਾਂਦੀਆਂ ਨੇ। 70 ਸਾਲ ਪਹਿਲਾਂ ਵੀ ਇਹ ਹੁੰਦਾ ਸੀ, 50 ਸਾਲ ਪਹਿਲਾਂ ਵੀ ਇਹੋ ਕੁਝ ਹੁੰਦਾ ਸੀ। ਤੇ ਜਦੋਂ ਦੇ ਇਹ ਪ੍ਰਵਾਸ ਕਰਕੇ ਕੈਨੇਡਾ, ਅਮਰੀਕਾ ਵਰਗੇ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਪ੍ਰਵਾਸ ਕਰਨ ਲੱਗਿਆ, ਹੁਣ ਉਹਦੇ ਨਾਲੋਂ ਵੀ ਕਿਤੇ ਵੱਧ ਹੁੰਦਾ ਹੈ। ਕਿਉਂਕਿ ਜਿੱਥੇ ਬਾਬਲ ਦੇ ਘਰ ਦੀ ਠੰਡੀ ਛਾਂ ਕਦੇ-ਕਦੇ ਧੀ ਦੇ ਵਿਹੜੇ 'ਚ ਛੇਤੀ ਚਲੇ ਜਾਂਦੇ ਸੀ, ਹੁਣ ਉਹਨੂੰ ਜਹਾਜ਼ ਤੇ ਚੜ੍ਹ ਕੇ ਜਾਣਾ ਪੈਂਦਾ ਹੈ। ਪਰਦੇਸਾਂ ਵਿੱਚ ਮਾਪਿਆਂ ਦਾ ਪਹੁੰਚਣਾ ਤੇ ਠੁੰਮਣਾ ਬਣਨਾ ਹੋਰ ਵੀ ਔਖਾ ਹੋ ਜਾਂਦਾ ਹੈ ਜਦੋਂ ਧੀ ਦੇ ਵੱਲੋਂ ਲੂਮੀਆਂ ਤੱਤੀਆਂ ਹਵਾਵਾਂ ਜਿਹੜੀਆਂ ਨੇ ਉਹ ਫੋਨਾਂ ਦੇ ਰਾਹੀਂ ਪਹੁੰਚਦੀਆਂ ਨੇ। ਸੋ ਫਿਰ ਮੁੜਦੇ ਆ ਗੁਰਮਿੰਦਰ ਸਿੱਧੂ ਵੱਲ। ਗੁਰਮਿੰਦਰ ਸਿੱਧੂ ਜੀ, ਇੱਕ ਵਾਰੀ ਫਿਰ ਆਪਾਂ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਸੋ ਗੱਲਬਾਤ ਨਿਰੀ ਇੱਥੇ ਨਹੀਂ ਖਤਮ ਹੋ ਜਾਂਦੀ ਤੇ ਕੁੜੀ ਡਟ ਜਾਵੇ, ਕੁੜੀ ਦੁੱਖ ਸਹੀ ਜਾਵੇ, ਕੁੜੀ ਕਮਾਈ ਜਾਵੇ ਤੇ ਤੁਹਾਡੇ ਇਸ ਨਾਵਲ ਦੇ ਪਾਤਰ ਦਾ ਜਿਹੜਾ ਮੁੰਡਾ ਹੈ ਉਹ ਉੱਥੇ ਕਵੇ ਜੀ ਹਜੇ ਤਾਂ ਮੇਰੇ ਪਸੰਦ ਦੀ ਨੌਕਰੀ ਨਹੀਂ ਮਿਲੀ, ਅਜੇ ਤਾਂ ਮੈਂ ਕੁੜੀ ਦੁੱਖ ਨਾ ਸਹੇ। ਮੈਂ ਪਰ ਉਹ ਕੁੜੀ ਦੀ ਆਪਣੀ ਇੱਛਾ ਹੈ ਸਰਗੀ ਦੀ ਕਿ ਮੈਂ ਇਹਨੂੰ ਜੂਝਣਾ, ਉਹ ਜੂਝਦੀ ਹੈ। ਉਹਦੇ ਮਾਪੇ ਵੀ ਉਹਦੇ ਨਾਲ ਖੜਦੇ ਨੇ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਘਰਾਂ ਦੇ ਵਿੱਚ ਆ ਜਿਹੜੇ ਕਲੇਸ਼ ਨੇ, ਜਿਹਨੂੰ ਅਸੀਂ ਸੋ ਕਾਲਡ ਘਰੇਲੂ ਹਿੰਸਾ ਕਹਿੰਦੇ ਆ, ਡੋਮੈਸਟਿਕ ਵਾਇਲੈਂਸ ਕਹਿੰਦੇ ਆ, ਜਿਹਦੇ ਲਈ ਹਰ ਮੁਲਕ ਦੇ ਵਿੱਚ ਕਾਨੂੰਨ ਬਣੇ ਨੇ, ਕੈਨੇਡਾ ਵਿੱਚ ਵੀ ਨੇ, ਇੰਡੀਆ ਵਿੱਚ ਵੀ ਨੇ, ਸਭ ਜਗ੍ਹਾ ਤੇ ਨੇ, ਇਹਦੇ ਵਿੱਚ ਕਿਹੜੇ ਘਰ ਦੇ ਪਰਿਵਾਰ ਦੇ ਜੀ ਨੇ ਜਿਹੜੇ ਜ਼ਿਆਦਾ ਯੋਗਦਾਨ ਪਾਉਂਦੇ ਨੇ ਇਹਨੂੰ ਹੈਲ ਬਣਾਉਣ ਲਈ, ਇਹਨੂੰ ਨਰਕ ਬਣਾਉਣ ਲਈ? ਦੇਖੋ ਇਹ ਨਾ ਸ਼ੁਰੂ ਵਿੱਚ ਹੀ ਬੱਚਿਆਂ ਦੀ ਜਦੋਂ ਪਾਲਣ ਪੋਸ਼ਣ ਹੁੰਦਾ ਨਾ, ਜਦੋਂ ਬੱਚੇ ਪੁੱਤ ਨੂੰ ਪਾਲਦੇ ਨੇ, ਉਸ ਵੇਲੇ ਪੁੱਤ ਨੂੰ ਉਹ ਇੰਨਾ ਉਹਨੂੰ ਸ਼ੋ ਕਰਦੇ ਨੇ ਕਿ ਤੂੰ ਤਾਂ ਪਤਾ ਨਹੀਂ ਕੀ ਹੈ, ਜਾਂ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਮਾਹੌਲ ਹੁੰਦਾ ਹੈ ਨਾ ਕਿ ਉਹਨੇ ਕੁੜੀਆਂ ਨੂੰ, ਭੈਣਾਂ ਨੂੰ ਵੀ ਦਬਾਉਣਾ ਜਾਂ ਦੂਜੀਆਂ ਕੁੜੀਆਂ ਨੂੰ ਦਬਾਉਣਾ। ਉਹਨਾਂ ਨੂੰ ਮਤਲਬ ਇਹ ਸਮਝਾਇਆ ਹੀ ਨਹੀਂ ਜਾਂਦਾ ਕਿ ਜਿਹੜੀ ਤੇਰੀ ਜੀਵਨ ਸਾਥਣ ਹੋਊਗੀ ਜਾਂ ਤੇਰੀ ਭੈਣ ਹੋਊਗੀ ਉਹ ਤੇਰੇ ਬਰਾਬਰ ਉਹਨੇ ਜਿਉਣਾ ਹੈਗਾ। ਉਹ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਕਿ ਜਿਹੜੇ ਪੇਰੈਂਟਸ ਵੱਲੋਂ ਨਹੀਂ, ਸਮਾਜ ਵੱਲੋਂ ਵੀ, ਆਸੇ-ਪਾਸੇ ਵੱਲੋਂ ਵੀ ਜਿਹੜੇ ਮੁੰਡੇ ਆ ਨਾ ਉਹਨਾਂ ਦੇ ਵਿੱਚ ਬੜੀ ਇੱਕ ਤਰ੍ਹਾਂ ਦੀ ਹੈਂਕੜ, ਬੜੀ ਹਉਮੈ, ਬੜਾ ਮੈਂ ਪਤਾ ਨਹੀਂ ਕੀ ਹੈਗਾ। ਤੇ ਬੜੇ ਇਸ ਤਰ੍ਹਾਂ ਦੇ ਸੀਰੀਅਲ ਆਉਂਦੇ ਨੇ, ਟੀਵੀ ਸੀਰੀਅਲ ਕਿ ਤੂੰ ਤਾਂ ਕੁਛ ਵੀ ਨਹੀਂ, ਤੂੰ ਤਾਂ ਮੇਰੇ ਪੈਰਾਂ ਦੀ ਜੁੱਤੀ ਹੈ। ਇਹ ਕਰਦੇ ਨੇ ਮੁੰਡਿਆਂ ਦੇ ਦਿਮਾਗ ਵਿੱਚ ਇਹ ਪਾਇਆ ਜਾਂਦਾ ਸ਼ੁਰੂ ਤੋਂ ਹੀ ਕਿ ਉਹ ਹਾਵੀ ਹੋ ਜਾਂਦੇ ਨੇ, ਭੈਣਾਂ ਦੇ ਉੱਤੇ ਵੀ ਹਾਵੀ ਹੋ ਜਾਂਦੇ ਨੇ, ਘਰ ਵਾਲੀਆਂ ਦੇ ਉੱਤੇ ਵੀ ਹਾਵੀ ਹੋ ਜਾਂਦੇ। ਸੋ ਜਦੋਂ ਫਿਰ ਉਹਨਾਂ ਦਾ ਇਹੋ, ਜੇ ਮੈਨੂੰ ਲੱਗਦਾ ਕਿ ਜੇ ਘਰ ਦੇ ਵਿੱਚ ਹੀ ਬੱਚਿਆਂ ਨੂੰ, ਘਰ ਦੇ ਵਿੱਚ ਕੁੜੀ ਦਾ ਹੋਣਾ ਬਹੁਤ ਜ਼ਰੂਰੀ ਹੈ। ਮੈਂ ਇਹ ਵੀ ਕਹੂੰਗੀ ਕਿ ਜਿਹੜੇ ਘਰ 'ਚ ਕੁੜੀ ਹੁੰਦੀ ਹੈ ਨਾ ਤੇ ਮੁੰਡੇ ਨੂੰ ਪਤਾ ਲੱਗ ਜਾਂਦਾ ਕਿ ਕੁੜੀਆਂ ਨਾਲ ਕਿਸ ਤਰ੍ਹਾਂ, ਭੈਣਾਂ ਨਾਲ ਕਿਸ ਤਰ੍ਹਾਂ ਡੀਲ ਕਰਨਾ, ਉਹਨਾਂ ਦੇ ਨਾਲ ਕਿਵੇਂ ਗੱਲ ਕਰਨੀ ਹੈ, ਕਿਵੇਂ ਉਹਨਾਂ ਦੇ ਅੱਗੇ ਕੱਪੜੇ ਪਾਣੇ ਨੇ, ਕਿਵੇਂ ਉਹਨਾਂ ਦਾ ਵੀ ਸਤਿਕਾਰ ਕਰਨਾ। ਤੇ ਇਹ ਮਾਂ ਪਿਓ ਦਾ ਦੱਸਣਾ ਵੀ ਫਰਜ਼ ਹੈ। ਜਦੋਂ ਜਿੱਥੇ ਇਸ ਤਰ੍ਹਾਂ ਦਾ ਨਹੀਂ ਹੁੰਦਾ, ਜਿੱਥੇ ਮੁੰਡਿਆਂ ਨੂੰ ਬਹੁਤ ਲਾਡ ਪਿਆਰ ਨਾਲ, ਮਤਲਬ ਜ਼ਰੂਰਤ ਤੋਂ ਵੱਧ ਦੇ ਲਾਡ ਪਿਆਰ ਨਾਲ ਪਾਲਿਆ ਜਾਂਦਾ, ਉਹਦੀ ਕਿਸੇ ਗੱਲ ਦੇ ਵਿੱਚ ਨੁਕਸ ਹੀ ਨਹੀਂ ਕੱਢਿਆ ਜਾਂਦਾ, ਉਹਦੀ ਗਲਤੀ ਹੋਈ ਨਹੀਂ ਕੱਢੀ ਜਾਂਦੀ, ਜੋ ਕੁਛ ਕੀਤਾ ਜਾਂਦਾ ਉਹਨੇ ਠੀਕ ਹੈ, ਉਸੇ ਤਰ੍ਹਾਂ ਦੀ ਉਹਦੀ ਮੈਂਟੈਲਿਟੀ ਡਿਵੈਲਪ ਹੋ ਜਾਂਦੀ ਹੈ। ਫਿਰ ਉਹ ਜਦੋਂ ਵਿਆਹ ਹੋ ਜਾਂਦਾ ਉਹਦਾ, ਤੇ ਫਿਰ ਉਹ ਆਪਣੀ ਘਰ ਵਾਲੀ ਨੂੰ ਉਹੀ ਆ ਵੀ ਇਹੀ ਮੇਰੇ ਕੱਪੜੇ ਧੋਵੇ, ਇਹੀ ਮੇਰੇ ਲਈ ਰੋਟੀ ਪਕਾਵੇ, ਇਹੀ ਮੇਰੀ ਸੇਵਾ ਕਰੇ, ਤੇ ਮੈਂ ਤਾਂ ਜੀ ਬਸ ਮਰਦ ਹਾਂ। ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅਸੀਂ ਮੁੰਡਿਆਂ ਨੂੰ ਕੁੜੀਆਂ ਨਾਲੋਂ ਵੱਖਰੇ ਤਰੀਕੇ ਨਾਲ ਪਾਲਦੇ ਹਾਂ। ਖੈਰ ਚਲੋ, ਮੁੰਡਾ ਹੈ, ਕੁੜੀ ਹੈ, ਉਹਨਾਂ ਲਈ ਪਾਲਣ ਦੇ ਵਿੱਚ ਥੋੜਾ ਫਰਕ ਜ਼ਰੂਰ ਹੋ ਸਕਦਾ ਹੈ। ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਮਾਂ ਹੁੰਦੀ ਹੈ ਉਹਦਾ
ਬਹੁਤ ਕਈ ਵਾਰੀ ਝੁਕਾਅ ਮੁੰਡੇ ਵੱਲ ਹੋ ਜਾਂਦਾ ਹੈ, ਮੇਰਾ ਪੁੱਤ, ਮੇਰਾ, ਮੈਂ ਤੈਨੂੰ ਪੜ੍ਹਾਇਆ, ਮੈਂ ਤੈਨੂੰ ਲਿਖਾਇਆ, ਤੂੰ ਮੇਰਾ ਪੁੱਤਰ ਹੈ। ਉਹਦੇ ਕਰਕੇ ਵੀ ਕਈ ਵਾਰੀ ਇੰਜਤ ਨਹੀਂ ਹੈ ਕਿ ਉਹ ਆਪਣੀ ਪਤਨੀ ਦੇ ਨਾਲ ਇਲ ਟ੍ਰੀਟ ਕਰਨ ਲੱਗ ਜਾਂਦਾ। ਮਾਂ ਦਾ ਵੀ ਕੋਈ ਦਬਦਬਾ ਹੁੰਦਾ, ਰੋਲ ਹੁੰਦਾ। ਮਾਮਾ ਨੂੰ ਵੀ ਬੜੀਆਂ ਖੁੱਲ੍ਹਦਿਲੀਆਂ ਹੋਣੀਆਂ ਚਾਹੀਦੀਆਂ। ਮਾਮਾ ਨੂੰ ਵੀ ਯਾਦ ਰਹਿਣਾ ਚਾਹੀਦਾ ਕਿ ਉਹ ਵੀ ਕਦੇ ਘਰ ਦੇ ਵਿੱਚ ਨੂੰਹਾਂ ਬਣ ਕੇ ਆਈਆਂ ਸੀਗੀਆਂ, ਉਹ ਵੀ ਕਿਸ ਤਰ੍ਹਾਂ ਉਹਨਾਂ ਨਾਲ ਵਰਤਾਰਾ ਹੁੰਦਾ ਸੀ ਤੇ ਉਹ ਕੀ ਐਕਸਪੈਕਟ ਕਰਦੀਆਂ ਸੀਗੀਆਂ। ਤੇ ਅੱਜ ਜਿਹੜੀ ਉਹਨਾਂ ਦੀ ਨੂੰਹ ਹੈਗੀ ਹੈ, ਉਹ ਕੀ ਕਿਸੇ ਘਰ ਦੀ ਕੁੜੀ ਹੈਗੀ ਹੈ ਜਿਹੜੀ ਤੁਹਾਡੇ ਘਰ ਦੇ ਵਿੱਚ ਆਈ ਹੈ, ਤੇ ਤੁਸੀਂ ਇਸ ਤਰ੍ਹਾਂ ਕਰਕੇ ਕਿ ਆਪਣੇ ਮੁੰਡੇ ਨੂੰ ਇਸ ਤਰ੍ਹਾਂ ਕਰਕੇ ਕਿ ਇਹਦਾ ਵਰਤਾਰਾ ਹੋਣਾ ਮਾਵਾਂ ਨੂੰ ਵੀ ਜ਼ਰੂਰ ਖੁੱਲ੍ਹਦਿਲੀਆਂ ਹੋਣਾ ਚਾਹੀਦਾ। ਔਰ ਜੋ ਕੁਛ ਉਹ ਸੋਚਦੀ ਆ ਕਿ ਮੇਰੀ ਧੀ ਨਾਲ ਮੇਰੇ ਉਹਦੇ ਸਹੁਰੇ ਵਰਤਣ, ਤੇ ਉਹ ਸੋਚੇ ਕਿ ਕਿਸੇ ਦੀ ਧੀ ਮੇਰੇ ਘਰ 'ਚ ਆਈ ਹੈ, ਤੇ ਜੇ ਮੈਂ ਉਹਦੀ ਸੱਸ ਹਾਂ ਜਾਂ ਅਸੀਂ ਉਹਦਾ ਸਹੁਰਾ ਪਰਿਵਾਰ ਆ, ਤਾਂ ਅਸੀਂ ਉਹਦੇ ਨਾਲ ਉਵੇਂ ਹੀ ਵਰਤੀਏ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਧੀ ਨਾਲ ਕੋਈ ਵਰਤੇ। ਹਾਂ, ਇੱਥੇ ਇੱਕ ਬਹੁਤ ਵੱਡੀ ਦੁਬਿਧਾ ਆ ਰਹੀ ਹੈ ਜਿਹਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਕੁਛ ਇੱਕ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਇਹ ਆ ਜਾਂਦਾ ਹੈ ਕਿ ਜਿਹੜਾ ਲੜਕਾ ਉਹ ਬਹੁਤ ਵੱਡੀ ਦੁਬਿਧਾ 'ਚ ਆ ਜਾਂਦਾ ਹੈ ਕਿ ਮੈਂ ਕਿਹੜੇ ਪਾਸੇ ਹੋਵਾਂ, ਹੈ ਕਿ ਮੈਂ ਮਾਂ ਦੇ ਵੱਲ ਹੋਵਾਂ ਕਿ ਜਾਂ ਮੈਂ ਆਪਣਾ ਪਰਿਵਾਰ ਸੰਭਾਲਾਂ। ਤੁਹਾਨੂੰ ਕੀ ਲੱਗਦਾ ਹੈ ਕਿ ਚਾਹੇ ਮੁੰਡਾ ਜਿੰਨੀ ਮਰਜ਼ੀ ਦੁਬਿਧਾ 'ਚੋਂ ਲੰਘੇ, ਉਹਦੀ ਪਹਿਲਾਂ ਜਿਹੜੀ ਪਹਿਲ ਉਹ ਕਿਹਦੇ ਵੱਲ ਹੋਣੀ ਚਾਹੀਦੀ? ਨਹੀਂ, ਮੁੰਡੇ ਲਈ ਬਹੁਤ ਔਖੀ ਸਥਿਤੀ ਹੈ। ਮੁੰਡੇ ਸੱਚੀ ਮੁੱਚੀ ਸੈਂਡਵਿਚ ਬਣ ਜਾਂਦੇ ਨੇ। ਉਹਦਾ ਫਰਜ਼ ਆਪਣੀ ਘਰਵਾਲੀ ਲਈ ਵੀ ਜ਼ਰੂਰ ਬਣਦਾ, ਜਿਹਨੂੰ ਉਹ ਵਿਆਹ ਕੇ ਲਿਆਇਆ, ਜਿਹੜੀ ਸਾਰੇ ਨੂੰ ਛੱਡ ਕੇ ਉਹਦੇ ਕੋਲੇ ਆਈ ਹੈ, ਕਿ ਉਹਨੂੰ ਇਹ ਨਿਗਲੈਕਟ ਕਰੇ। ਉਹਦਾ ਰੋਲ ਸੱਚੀ ਮੁੱਚੀ ਬਹੁਤ ਔਖਾ ਹੈ, ਜਿੱਥੇ ਆਪਾਂ ਇਹ ਸੋਚਦੇ ਹਾਂ ਕਿ ਉਹ ਕੀ ਕਰੇ, ਕਿਉਂਕਿ ਉਹਨੂੰ ਬੜੀ ਬੈਲੈਂਸਡ ਅਪਰੋਚ ਰੱਖਣੀ ਪੈਣੀ ਹੈ, ਤੇ ਉਹਨੂੰ ਜਿਹੜਾ ਵੀ ਕੋਈ ਉਹਨੂੰ ਕੁਝ ਕਹਿੰਦਾ ਹੈ ਤੇ ਉਹਨੂੰ ਸਮਝਣਾ ਪੈਣਾ, ਚਾਹੇ ਉਹਦੀ ਮਾਂ ਕਹਿੰਦੀ ਹੈ ਚਾਹੇ ਉਹਦੀ ਘਰਵਾਲੀ ਕਹਿੰਦੀ ਹੈ, ਤੇ ਉਹਨੂੰ ਐਜ਼ ਇਟ ਇਜ਼ ਉਹਨੂੰ ਐਕਸੈਪਟ ਕਰਨਾ ਚਾਹੀਦਾ। ਉਹਨਾਂ ਦੇ ਵਰਤੀਰੇ ਤੋਂ, ਉਹਨਾਂ ਦੀ ਬੋਡੀ ਲੈਂਗੁਏਜ ਤੋਂ ਉਹਨੂੰ ਸਮਝ ਲੈਣਾ ਚਾਹੀਦਾ ਕਿ ਸੱਚਾਈ ਕਿੱਥੇ ਹੈਗੀ ਹੈ, ਤੇ ਪਤਾ ਲੱਗ ਜਾਂਦਾ ਹਰ ਬੱਚੇ ਨੂੰ ਇਹ ਪਤਾ ਹੁੰਦਾ ਕਿ ਮੇਰੀ ਮਾਂ ਦਾ ਸੁਭਾਅ ਕਿਹੋ ਜਿਹਾ, ਉਹਨੂੰ ਇਹ ਵੀ ਪਤਾ ਹੁੰਦਾ ਕਿ ਮੇਰੀ ਘਰਵਾਲੀ ਦਾ ਸੁਭਾਅ ਕਿਹੋ ਜਿਹਾ, ਤੇ ਉਹ ਜੱਜ ਕਰ ਸਕਦਾ ਵੀ ਕੌਣ ਠੀਕ ਹੈ ਕੌਣ ਗਲਤ ਹੈ, ਤੇ ਉਹਨੂੰ ਇੱਦਾਂ ਇੱਕਦਮ ਰਿਐਕਟ ਕਦੀ ਵੀ ਨਹੀਂ ਕਰਨਾ ਚਾਹੀਦਾ। ਉਹਨੂੰ ਬਹੁਤ ਬੈਲੈਂਸ ਰੱਖਣਾ ਚਾਹੀਦਾ। ਹਾਲਾਂਕਿ ਇਹ ਬਹੁਤ ਔਖੀ ਗੱਲ ਹੈ। ਬਸ ਇਹੀ ਇੱਕ ਵੱਡਾ ਸਵਾਲ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਬਈ ਘਰ ਦੀਆਂ ਦੋ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਮਰਦ ਜਿਹੜਾ ਚੱਕੀ ਦੇ ਪੁੜ ਵਾਂਗੂ ਪਿਸਦਾ ਜਾਂਦਾ। ਸੋ ਉੱਥੇ ਹੁਣ ਆਪਾਂ ਦੋਨੋਂ, ਮੈਂ ਕਹੂੰਗੀ ਬੜੀਆਂ ਸਿਆਣੀਆਂ ਬੈਠੀਆਂ ਹੋਈਆਂ, ਆਪਾਂ ਨੂੰ ਕੀ ਲੱਗਦਾ ਹੈ ਕਿ ਕੀ ਕੀਤਾ ਜਾਵੇ ਕਿ ਜਿਹੜਾ ਮੁੰਡਾ ਉਹਨੂੰ ਉਸ ਚੱਕੀ ਦੇ ਪੁੜ ਦੇ ਵਿੱਚੋਂ ਕੱਢਿਆ ਜਾਵੇ? ਕੌਣ ਕੱਢੇ? ਘਰ ਦੇ ਹੋਰ ਜੀ ਨਹੀਂ ਹੈਗੇ? ਨਹੀਂ, ਘਰ ਦੇ ਜੀਆਂ 'ਚ ਤਾਂ ਉਹੀ ਹੈ। ਫਿਰ ਜਿਵੇਂ ਤੁਸੀਂ ਕਹਿੰਦੇ ਸਹੀ ਗੱਲ ਹੈ। ਇਹ ਦੇਖਿਆ ਗਿਆ ਹੈ ਕਿ ਸਹੁਰਿਆਂ ਦੀ ਬਹੁਤੀ ਕਿਤੇ ਹੁੰਦੀ ਹੋਊਗੀ ਇੰਟਰਫੇਰੈਂਸ, ਫਿਰ ਨਹੀਂ ਹੁੰਦੀ। ਜਿਹੜੀ ਬਹੁਤਾ ਕਨਫਲਿਕਟ ਹੈ ਉਹ ਸੱਸ ਦਾ ਤੇ ਨੂੰਹ ਦਾ ਹੀ ਚੱਲਦਾ ਹੈਗਾ। ਤੇ ਜਿਹੜਾ ਕੱਢਣਾ ਹੈ ਉਹ ਤੁਸੀਂ ਇਹੋ ਜਿਹੇ ਪ੍ਰੋਗਰਾਮ ਕਰੋ, ਇਹੋ ਜਿਹੇ ਡਰਾਮੇ ਕਰੋ, ਇਹੋ ਜਿਹੀਆਂ ਵੀਡੀਓਜ਼ ਪਾਓ, ਆਪਣਾ ਫਿਰ ਸ਼ੇਅਰ ਕਰੋ ਦੂਜੀਆਂ WhatsApp 'ਤੇ, ਕਿਉਂਕਿ ਲੋਕੀ ਜੋ ਦੇਖਣਗੇ, ਜੇ ਮਾਵਾਂ ਵੀ ਦੇਖਣਗੀਆਂ, ਉਹ ਬਹੁਤ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ। ਕਿਉਂਕਿ ਜੇ ਮਾਵਾਂ ਦੀ ਸੋਚ ਵੀ ਬਦਲਣੀ ਹੈ ਜਾਂ ਨੂੰਹਾਂ ਦੀ ਸੋਚ ਵੀ ਬਦਲਣੀ ਹੈ, ਜਿਹੜਾ ਵੀ ਹੈਗਾ, ਤਾਂ ਉਹ ਜਿਹੜੇ ਵੀ ਜਿਸ ਤਰ੍ਹਾਂ ਦੇ ਰਾਹ ਹੈਗੇ ਆ ਉਹ ਅਖਤਿਆਰ ਕਰਨੇ ਪੈਣਗੇ। ਤਾਂ ਹੀ ਬਾਰ-ਬਾਰ ਨਾਟਕ ਵੀ ਹੁੰਦੇ ਨੇ, ਫਿਲਮਾਂ ਵੀ ਇਹੋ ਜਿਹੀਆਂ ਚੀਜ਼ਾਂ 'ਤੇ ਆਉਂਦੀਆਂ। ਤਾਂ ਇਹੋ ਜਿਹੀਆਂ ਚੀਜ਼ਾਂ ਹੀ ਜਿਹੜੀਆਂ ਲੋਕਾਂ ਦੀ ਸਾਹਿਤ ਜਿਹੜਾ ਹੈਗਾ ਉਹ ਸੋਚ ਬਦਲ ਸਕਦਾ। ਤੇ ਇਹ ਸਾਹਿਤ ਜਿਹੜਾ ਕਿਸੇ ਵੀ ਰੂਪ ਵਿੱਚ ਹੋਵੇ, ਚਾਹੇ ਨਾਟਕ ਦੇ, ਚਾਹੇ ਫਿਲਮਾਂ ਦੇ, ਚਾਹੇ ਇਹ ਜ਼ਿਆਦਾ ਹੋਣਾ ਚਾਹੀਦਾ। ਕਿਉਂਕਿ ਦੇਖੋ, ਜਿਵੇਂ ਆਪਾਂ ਕਹਿੰਦੇ ਆ ਵੀ ਗੱਲ ਕਰਦੇ ਆ ਵੀ ਕਿਵੇਂ ਬਦਲਿਆ ਜਾਵੇ। ਹੁਣ ਇਹੋ ਜਿਹੇ ਸੀਰੀਅਲ ਆਉਂਦੇ ਸੀਗੇ, ਸਾਸ ਵੀ ਕਭੀ ਬਹੂ ਥੀ, ਤੇ ਤੀਨ ਬਹੂ ਰਾਣੀ, ਤੇ ਕਈ ਇਹੋ ਜਿਹੇ ਸੀਰੀਅਲ ਆਉਂਦੇ ਜਿਹੜੇ ਔਰਤਾਂ ਦੀ ਸੋਚ ਬਿਲਕੁਲ ਜ਼ਹਿਰੀਲੀ ਕਰ ਦਿੰਦੇ ਆ। ਉਹੋ ਹੀ ਦੇਖਦੀਆਂ ਨੇ, ਹੈ ਨਾ, ਉਹੀ ਦੇਖਦੀਆਂ ਨੇ, ਸਾਜ਼ਿਸ਼ਾਂ ਘੜਦੀਆਂ ਨੇ, ਕਿਉਂਕਿ ਜੋ ਕੁਝ ਤੁਸੀਂ ਦੇਖਦੇ ਹੋ ਨਾ, ਉਹ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਅਬਜ਼ਰਵ ਕਰ ਲੈਂਦੇ ਹੋ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹੀ ਚੀਜ਼ਾਂ ਉਵੇਂ ਉਹਨਾਂ ਨੂੰ ਐਕਟ ਕਰਨ ਲੱਗ ਜਾਂਦੇ ਹੋ। ਤੇ ਇਹ ਅੱਛੀਆਂ ਫਿਲਮਾਂ ਦਾ, ਅੱਛੇ ਸੀਰੀਅਲਸ ਦਾ ਬਹੁਤ ਵੱਡਾ ਰੋਲ ਹੈ। ਕਿਉਂਕਿ ਕਿਸੇ ਦੀ ਗੱਲ, ਤੁਹਾਡੀ ਵੀ ਗੱਲ ਉਹ ਸੁਣਨ ਨਾ ਸੁਣਨ, ਨੂੰਹਾਂ ਜਾਂ ਸੱਸਾਂ, ਪਰ ਉਹ ਜਿਹੜਾ ਉਹ ਦੇਖਣਗੀਆਂ, ਉਹ ਸੱਸ ਦੀ ਜ਼ਰੂਰ ਸੁਣਨੀ ਜਿਹਨੇ ਇੰਨਾ ਸਾਰਾ ਗਹਿਣਾ ਪਾਇਆ ਹੁੰਦਾ। ਉਹਨਾਂ ਦੀਆਂ ਗੱਲਾਂ ਉਹਨਾਂ ਨੇ ਜ਼ਰੂਰ ਸੁਣਨੀਆਂ, ਤੇ ਉਹਨਾਂ ਨੇ ਲਾਉਣੀਆਂ ਵੀ ਜ਼ਰੂਰ ਹੈ। ਤੁਹਾਨੂੰ ਲੱਗਦਾ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਅੰਬਰੀ ਉਡਣ ਤੋਂ ਪਹਿਲਾਂ ਵਾਲੀ ਜੀ, ਤੁਹਾਡੀ ਇਸ ਕਿਤਾਬ ਨੂੰ ਕਿੰਨੇ ਕੁ ਲੋਕੀ ਪੜ੍ਹਨ ਕੇ, ਤੁਹਾਨੂੰ ਕੀ ਲੱਗਦਾ ਐਡੀ ਵੱਡੀ ਕਿਤਾਬ ਨੂੰ? ਮੈਨੂੰ ਵੀ ਲੱਗਦਾ ਸੀਗਾ। ਮੈਨੂੰ ਜਦੋਂ, ਕਿਉਂਕਿ ਮੈਂ ਜਿਸ ਗੱਲ ਤੋਂ ਮੈਨੂੰ ਚਿੰਤਾ ਲੱਗਦੀ ਹੁੰਦੀ ਹੈ ਕਿ ਸਾਡੇ ਖਾਸ ਤੌਰ ਤੇ ਸਾਡੇ ਪੰਜਾਬੀ ਪਾਠਕ ਜਿਹੜਾ ਹੈ ਪੜ੍ਹਨ ਦੀ ਰੁਚੀ ਬਹੁਤ ਘੱਟ ਹੈ।
ਸਾਹਿਤ ਬਹੁਤ ਜ਼ਿਆਦਾ ਹੈ। ਬਿਲਕੁਲ ਬਿਲਕੁਲ। ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤਾਂ ਇਹ ਜਿਹੜੀ ਕਿਤਾਬ ਹੈ ਨਾ 500 ਸਫ਼ਿਆਂ ਦੀ ਸੀਗੀ। ਜਦੋਂ ਮੈਨੂੰ ਲੱਗਿਆ ਕਿ ਵੱਡੀ ਹੋ ਗਈ ਹੈ ਤੇ ਮੈਨੂੰ ਕਾਫੀ ਕੁਝ ਕੱਟ ਕੇ ਇਹਦੇ ਚੋਂ ਇਹਨੂੰ ਛੋਟੀ ਕਰਕੇ 336 ਸਫ਼ਿਆਂ ਤੇ ਲੈਣਾ ਪਿਆ। ਉਹੀ ਤੁਹਾਡੀ ਗੱਲ ਕਿ ਪਾਠਕ ਪੜ੍ਹਦਾ ਕਿ ਨਹੀਂ ਪੜ੍ਹਦਾ। ਗੱਲ ਇਹ ਕਿ ਪੜ੍ਹਨੀ ਚਾਹੀਦੀ। ਜੇ ਮੈਂ ਇਹਨੂੰ 2-3 ਸਿਟਿੰਗ 'ਚ ਪੜ੍ਹ ਸਕਦੀ, ਪਰ ਮੈਨੂੰ ਇਹ ਲੱਗਦਾ ਸੀ, ਮੈਨੂੰ ਇਹ ਸ਼ੱਕ ਸੀਗਾ। ਪਰ ਜਿੰਨੇ ਲੋਕਾਂ ਨੂੰ ਮੈਂ ਕਿਤਾਬ ਦਿੱਤੀ ਹੈ ਮੈਨੂੰ ਉਹਦੇ ਤੋਂ ਹੀ ਪਤਾ ਲੱਗਿਆ ਆ ਕਿ ਲੋਕੀ ਪੜ੍ਹਦੇ ਨੇ ਔਰ ਲੋਕੀ ਇਹਨੂੰ ਪੜ੍ਹਨਗੇ। ਕਿਉਂਕਿ ਮੈਨੂੰ ਕਈਆਂ ਨੇ ਕਿਹਾ ਕਿ ਸਾਨੂੰ 2 ਸਫ਼ੇ ਪੜ੍ਹ ਕੇ ਸਾਨੂੰ ਇਹ ਲੱਗਿਆ ਕਿ ਅੱਗੇ ਦੇਖੀਏ। ਸੋ ਜੇ ਕਿਤਾਬ ਦਿਲਚਸਪ ਹੋਵੇ, ਮੈਨੂੰ ਨਹੀਂ ਪਤਾ ਤਾਂ ਤੁਸੀਂ ਦੱਸੋਗੇ ਜਾਂ ਪਾਠਕ ਦੱਸੋਗੇ ਹੈ ਕਿ ਨਹੀਂ, ਪਰ ਜਿੰਨਾ ਮੈਨੂੰ ਹੁਣ ਤੱਕ ਜਿੰਨੇ 5-6 ਲੋਕਾਂ ਤੋਂ ਮੈਨੂੰ ਇੱਕ ਪੱਤਰਕਾਰ ਨੇ ਦੀਪਕ ਸ਼ਰਮਾ ਚਨਾਰਥਲ, ਉਹਨਾਂ ਨੇ ਮੈਨੂੰ ਇਹ ਕਿਤਾਬ ਪੜ੍ਹ ਕੇ ਕੀ ਫੋਨ ਕੀਤਾ ਕਿ ਮੈਂ ਬਹੁਤ ਬਿਜ਼ੀ ਰਹਿਣਾ, ਮੈਂ ਪੜ੍ਹਨ ਦਾ ਟਾਈਮ ਨਹੀਂ, ਪਰ ਮੈਂ ਪੜ੍ਹ ਰਿਹਾ ਸੀਗਾ ਕਿ ਜਦੋਂ ਮੈਂ ਹੁੰਦਾ ਨਾ ਕਾਰ ਚਲਾਉਣਾ ਹੁੰਦਾ, ਜਦੋਂ ਰੈੱਡ ਲਾਈਟ ਹੁੰਦੀ ਹੈ ਉਦੋਂ ਮੈਂ ਫਟਾਫਟ ਕੱਢ ਲੈਣਾ ਵੀ ਹੁਣ ਕੀ ਹੋਇਆ, ਵੀ ਘਰੇ ਜਾ ਕੇ ਤਾਂ ਮੈਂ ਫਿਰ ਪੜੂੰਗਾ। ਫਿਰ ਕਹਿੰਦਾ ਲਾਈਟ ਗ੍ਰੀਨ ਹੋ ਜਾਂਦੀ, ਫਿਰ ਮੈਂ ਅੱਗੇ ਚਲੇ ਜਾਂਦਾ, ਫਿਰ ਰੈੱਡ ਹੋ ਗਈ, ਫਿਰ ਕਹਿੰਦਾ ਮੈਥੋਂ ਰਹਿ ਨਹੀਂ ਹੁੰਦਾ। ਔਰ ਉਹਨੇ ਮੈਨੂੰ ਇਹ ਕਿਹਾ, ਕਹਿੰਦਾ ਤੁਸੀਂ ਲੋਕਾਂ ਨੂੰ, ਮੈਨੂੰ ਤਾਂ ਕਿਤਾਬ ਦਾ ਨਸ਼ਾ ਲਾਤਾ ਹੈ ਨਾ। ਸੋ ਕਿਹੋ ਜਿਹੀ ਮਾਨਸਿਕ ਸਥਿਤੀ ਹੈ ਕਿਸੇ ਦੀ, ਲੋਕੀ ਪੜ੍ਹਨਗੇ। ਮੈਨੂੰ ਉਮੀਦ ਹੈ ਕਿ ਜੇ ਲੋਕਾਂ ਤੋਂ ਇਹ ਇਸ ਤਰ੍ਹਾਂ ਦੀਆਂ ਰਿਐਕਸ਼ਨਸ ਮੈਨੂੰ ਹੁਣ ਤੱਕ ਮਿਲੀਆਂ ਨੇ। ਬਿਲਕੁਲ, ਲੋਕੀ ਜ਼ਰੂਰ ਕਿਤਾਬ ਪੜ੍ਹਨਗੇ। ਉਹਦਾ ਰੀਜ਼ਨ ਕੀ ਹੈ ਕਿ ਇਹ ਕਿਤਾਬ ਇੱਕ ਵੱਖਰੀ ਵਿਧਾ ਦੇ ਵਿੱਚ ਲਿਖੀ ਹੈ। ਉਹ ਵੱਖਰੀ ਵਿਧਾ ਜਿਹੜੀ ਹੈ ਇੱਕ ਡਾਇਰੀ ਦੇ ਰੂਪ ਵਿੱਚ ਹੈ। ਉਹ ਡਾਇਰੀ ਜਿਹਦੇ ਵਿੱਚ ਇੱਕ ਧੀ ਜਿਹੜੀ ਹੈ ਉਹ ਰੋਜ਼ ਆਪਣੀ ਮਾਂ ਦੇ ਨਾਲ ਗੱਲ ਕਰਦੀ ਹੈ, ਚਾਹੇ ਮੇਲ ਰਾਹੀਂ ਕਰਦੀ ਹੈ, ਈਮੇਲ ਰਾਹੀਂ ਕਰਦੀ ਹੈ, ਚਾਹੇ ਫੋਨ ਰਾਹੀਂ ਕਰਦੀ ਹੈ। ਉਹ ਆਪਣੀ ਹਮੇਸ਼ਾ ਮਾਂ ਦੇ ਨਾਲ ਕੰਟੈਕਟ ਦੇ ਵਿੱਚ ਰਹਿੰਦੀ ਹੈ। ਤੇ ਇਹਦੇ ਵਿੱਚ ਜਿਹੜੀ ਲੇਖਕਾ ਹੈ ਗੁਰਵਿੰਦਰ ਸਿੱਧੂ, ਉਹ ਇਹ ਦੱਸਣ ਦਾ ਯਤਨ ਕਰਦੀ ਹੈ ਕਿ ਜਦੋਂ ਕੋਈ ਸਾਡੀ ਬੱਚੀ ਜਾਂ ਸਾਡੀ ਧੀ ਜਾਂ ਸਾਡੀ ਭੈਣ ਕਿਸੇ ਮੁਸੀਬਤ 'ਚ ਹੈ ਤੇ ਅਸੀਂ ਉਹਨੂੰ ਪਿੱਛੇ ਨਾ ਧੱਕ ਦਈਏ, ਰੋਜ਼ ਨਾ ਫੋਨ ਕਰਿਆ ਕਰ, ਐਵੇਂ ਨਾ ਆਪਣੇ ਘਰ ਦੀਆਂ ਗੱਲਾਂ ਬਾਹਰ ਕੱਢਿਆ ਕਰ, ਬਲਕਿ ਉਹਦੀ ਗੱਲ ਨੂੰ ਸੁਣੀਏ, ਉਹਦੇ ਤੇ ਵਿਸ਼ਵਾਸ ਕਰੀਏ। ਆਪਾਂ ਕਈ ਵਾਰੀ ਵਿਸ਼ਵਾਸ ਨਹੀਂ ਕਰਦੇ ਵੀ ਇਹ ਤਾਂ ਐਵੇਂ ਹੀ ਕਹਿੰਦੀ। ਹੁਣ ਆਪਣੇ ਬੱਚਿਆਂ ਤੇ ਆਪਣੇ ਧੀਆਂ ਪੁੱਤਾਂ ਤੇ ਵਿਸ਼ਵਾਸ ਕਰੋ ਜੋ ਕਹਿੰਦੇ ਨੇ, ਨਹੀਂ ਤਾਂ ਕਈ ਵਾਰੀ ਇਸ ਤਰ੍ਹਾਂ ਹੀ ਹੁੰਦਾ। ਤੇ ਜਿਹੜੀ ਤੁਸੀਂ ਦੇਖਦੇ ਸੁਸਾਈਡ ਕਰ ਲਿਆ, ਬੱਚਿਆਂ ਦੇ ਨਾਲ ਹਮੇਸ਼ਾ ਖੜੇ ਰਹਿਣਾ ਚਾਹੀਦਾ। ਤੇ ਇਹ ਇਸ ਕਰਕੇ ਵੀ ਇਹ ਕਿਤਾਬ ਦੀ, ਜਿਵੇਂ ਮੈਂ ਸ਼ੁਰੂ 'ਚ ਗੁਜ਼ਾਰਿਸ਼ 'ਚ ਲਿਖਿਆ ਨਾ, ਮੈਂ ਇਹ ਵੀ ਕਿਹਾ ਕਿ ਇਹ ਮਾਪਿਆਂ ਨੂੰ ਵੀ ਪੜ੍ਹਨੀ ਚਾਹੀਦੀ, ਧੀਆਂ ਨੂੰ ਵੀ ਪੜ੍ਹਨੀ ਚਾਹੀਦੀ, ਇਹਦੇ ਪੁੱਤਾਂ ਨੂੰ ਵੀ ਪੜ੍ਹਨੀ ਚਾਹੀਦੀ ਹੈ ਕਿਤਾਬ, ਕਿ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੀ ਉਹਨਾਂ ਦੀ ਘਰ ਵਾਲੀ ਹੈ ਜਾਂ ਉਹਨਾਂ ਦੀ ਭੈਣ ਕਿਹੋ ਜਿਹੇ ਸੰਤਾਪ 'ਚੋਂ ਗੁਜ਼ਰ ਰਹੀ, ਜਾਂ ਕੋਈ ਵੀ ਕੁੜੀ ਉਹਨਾਂ ਦੇ ਨੇੜੇ ਹੈ ਉਹ ਕਿਹੋ ਜਿਹੇ ਸੰਤਾਪ 'ਚੋਂ ਗੁਜ਼ਰ ਰਹੀ ਹੈ। ਇਹ ਕਿਤਾਬ ਸਾਰਿਆਂ ਨੂੰ ਹੀ ਇਸ ਕਰਕੇ ਪੜ੍ਹਨੀ ਚਾਹੀਦੀ। ਜਿਹੜੀਆਂ ਕੁੜੀਆਂ ਆਪਾਂ ਆਪਣੇ ਆਸੇ-ਪਾਸੇ ਦੇਖ ਰਹੇ ਹਾਂ, ਵਿਚਰ ਰਹੀਆਂ, ਕੁੜੀਆਂ ਵੀ, ਨੂੰਹਾਂ ਵੀ, ਕੋਈ ਵੀ, ਕਿ ਕਿਤੇ ਇਹਨਾਂ ਨੂੰ ਕਿਸ ਦੁੱਖ ਵਿੱਚੋਂ ਨਿਕਲ ਰਹੀਆਂ ਨੇ, ਕਿਸ ਸੰਤਾਪ 'ਚੋਂ ਨਿਕਲ ਰਹੀਆਂ ਨੇ। ਜਾਗਰੂਕ ਹੋਣਾ ਚਾਹੀਦਾ ਤੁਹਾਨੂੰ, ਆਪਣੇ ਆਲੇ ਦੁਆਲੇ ਤੋਂ ਅੱਖਾਂ ਮੁੰਦਣੀਆਂ ਨਹੀਂ ਚਾਹੀਦੀਆਂ। ਬਿਲਕੁਲ ਨਹੀਂ। ਇਹ ਨਹੀਂ ਕਹਿਣਾ ਚਾਹੀਦਾ ਕਿ ਫਲਾਣੀ ਦੇ ਨਾਲ ਤਾਂ ਇੰਝ ਹੋ ਗਿਆ, ਸਾਡੇ ਤਾਂ ਬਿਲਕੁਲ ਸਹੀ ਹੈ। ਸੋ ਕਹਿੰਦੇ ਹੁੰਦੇ ਅੱਗ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਸਾਡੇ ਘਰ ਵੀ ਆ ਲੱਗਣੀ ਹੈ। ਸੋ ਇਹ ਜਿਹੜੀਆਂ ਸਮੱਸਿਆਵਾਂ ਨੇ, ਜਿਹੜੀਆਂ ਅੱਜ ਦੇ, ਮੈਂ ਕਹਿੰਦੀ ਹੁੰਦੀ ਕਿ ਸਾਡੇ ਨਵਯੁੱਗ ਦੀਆਂ ਸਮੱਸਿਆਵਾਂ ਨੇ। ਪਹਿਲਾਂ ਇਹ ਸਮੱਸਿਆਵਾਂ ਘਰ ਦੀ ਚਾਰ ਦੀਵਾਰੀ 'ਚ ਨਜਿੱਠੀਆਂ ਜਾਂਦੀਆਂ ਸੀ, ਉੱਥੇ ਨਨਾਨਾ ਹੁੰਦੀਆਂ ਸੀ, ਪਰ ਕੋਈ ਨਾ ਕੋਈ ਵੱਡੀ ਚਾਚੀ ਤਾਈ ਹੁੰਦੇ ਸੀ, ਕਿਸੇ ਨੇ ਦੱਸ ਲੈਣੀ, ਕਿਸੇ ਨੇ ਸੁਣਾ ਲੈਣੀ। ਪਰ ਹੁਣ ਇੱਕ ਜਿਹੜੇ ਇਕੱਲੇ ਪਰਿਵਾਰ ਹੋ ਗਏ ਨੇ, ਉਹਨਾਂ ਦੇ ਵਿੱਚ ਇਹ ਸਮੱਸਿਆਵਾਂ ਹੋਰ ਉੱਭਰ ਕੇ ਆ ਰਹੀਆਂ ਨੇ। ਸੋ ਇਹਨਾਂ ਨੂੰ ਬਜਾਏ ਖੰਡਾਰਨ ਦੇ ਸਮੇਟਣ ਦੀ ਜ਼ਰੂਰਤ ਹੈ, ਤੇ ਇਹ ਸਮੇਟਿਆ ਜਾ ਸਕਦਾ ਹੈ ਉਸ ਸਾਹਿਤ ਦੇ ਰਾਹੀਂ ਜਿਹੜਾ ਸਾਹਿਤ ਰਚਿਆ ਜਾ ਰਿਹਾ ਹੈ। ਉਹਨਾਂ ਸਮੱਸਿਆਵਾਂ ਤੇ ਆਧਾਰਿਤ ਜਿਹੜੀਆਂ ਸਾਡੇ ਆਲੇ ਦੁਆਲੇ ਹੈਗੀਆਂ ਨੇ, ਬੇਸ਼ੱਕ ਮੇਰੇ ਘਰ ਨਹੀਂ ਹੈਗੀ। ਸੋ ਇਹ ਮੇਰੀ ਗੁਜ਼ਾਰਿਸ਼ ਹੈ, ਬਹੁਤ ਪੁਰਜ਼ੋਰ ਗੁਜ਼ਾਰਿਸ਼ ਹੈ ਗੁਰਵਿੰਦਰ ਸਿੱਧੂ ਸਾਡੇ ਸੁਣਨ ਵਾਲਿਆਂ ਨੂੰ, ਵੀ ਕਿਤਾਬਾਂ ਪੜ੍ਹਿਆ ਕਰੋ। ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ। ਉਹੀ ਤੁਹਾਨੂੰ ਜ਼ਿੰਦਗੀ ਦਾ, ਸਮਾਜ ਦਾ ਉਹੀ ਸ਼ੀਸ਼ਾ ਹੁੰਦੀਆਂ ਨੇ। ਬੇਸ਼ੱਕ ਤੁਹਾਨੂੰ ਲੱਗੇ ਕਿ ਥੋੜਾ ਟਾਈਮ ਲੱਗਦਾ, ਪਰ ਟਾਈਮ ਤਾਂ ਮਿਲ ਜਾਂਦਾ ਹਰ ਚੀਜ਼ ਲਈ ਜਦੋਂ ਆਪਾਂ ਕਰਨਾ ਚਾਹੀਏ। ਤੇ ਅਸੀਂ ਗੱਡੀਆਂ 'ਚ ਸਫ਼ਰ ਕਰਦੇ ਹਾਂ, ਹਾ ਹੂ ਕਰੀ ਜਾਂਦੇ ਹਾਂ, ਹੈ ਅਸੀਂ ਉੱਥੇ। ਆਪਣੇ ਪੰਜਾਬੀਆਂ ਨੂੰ ਵੈਸੇ ਘੱਟ ਆਦਤ ਹੈ ਕਿਤਾਬਾਂ ਪੜ੍ਹਨ ਦੀ, ਮੈਂ ਦੇਖਿਆ। ਤਾਂ ਹੀ ਤਾਂ ਬਾਰ-ਬਾਰ ਕਹਿ ਰਹੀ ਹਾਂ, ਦੂਜੇ ਲੋਕੀ ਪੜ੍ਹਦੇ ਨੇ ਕਿਤਾਬਾਂ, ਬਹੁਤ ਜ਼ਰੂਰੀ ਨੇ ਚੰਗੀਆਂ ਕਿਤਾਬਾਂ, ਚੰਗਾ ਸਾਹਿਤ ਪੜ੍ਹਨਾ, ਚੰਗਾ ਸਾਹਿਤ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਤੇ ਜ਼ਿੰਦਗੀ ਲਈ ਪੋਜ਼ੀਟਿਵ ਅਪਰੋਚ ਰੱਖਣਾ। ਤੇ ਮੈਂ ਤਾਂ ਇਹੀ ਕਹਿੰਦੀ ਹੁੰਦੀ ਹਾਂ ਕਿ ਜਿਹੜੀ ਤੁਸੀਂ ਇਹ ਸੋਚੋ ਵੀ ਥੋੜ੍ਹੀ ਜਿਹੀ ਜ਼ਿੰਦਗੀ ਹੈਗੀ, ਕਹਿੰਦੇ ਹੁੰਦੇ ਵੀ ਜ਼ਿੰਦਗੀ ਤਾਂ ਪਿਆਰ ਕਰਨ ਲਈ ਹੋਈ ਇੰਨੀ ਥੋੜ੍ਹੀ ਹੈ, ਤੇ ਨਫ਼ਰਤ ਕਰਨ ਲਈ, ਲੜਾਈ ਕਰਨ ਲਈ, ਈਰਖਾ ਕਰਨ ਲਈ ਕਿੱਥੇ ਜਗ੍ਹਾ ਹੈਗੀ ਹੈ। ਕਿਉਂ ਆਪਾਂ ਆਪਣੀ ਜ਼ਿੰਦਗੀ ਨਰਕ ਬਣਾਉਂਦੇ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਸੋਚ ਕੇ? ਕਿਉਂ ਨਾ ਆਪਾਂ
ਖੁਸ਼ੀ ਵਾਲੀਆਂ ਗੱਲਾਂ, ਮੁਹੱਬਤ ਵਾਲੀਆਂ ਗੱਲਾਂ, ਪੋਜ਼ਿਟਿਵ ਗੱਲਾਂ ਕਰੀਏ, ਆਪਣੀ ਜ਼ਿੰਦਗੀ ਵੀ ਵਧੀਆ ਗੁਜ਼ਰੇ, ਦੂਜੇ ਦੀ ਯਾਦ ਹੈ ਤੁਹਾਨੂੰ ਕੰਧਾਂ ਦੇ ਉੱਤੇ ਸਕੂਲ ਤੇ ਲਿਖਿਆ ਹੁੰਦਾ ਸੀ ਜੀਓ ਤੇ ਜੀਣ ਦਿਓ। ਹਾਂ ਹੈ ਲਿਵ ਐਂਡ ਲੈਟ ਅਦਰਸ ਲਿਵ। ਉਹ ਆਪਾਂ ਖੁਦ ਜੀਵੀਏ ਤੇ ਦੂਜੇ ਨੂੰ ਜੀਣ ਦਈਏ, ਤੇ ਮੈਨੂੰ ਲੱਗਦਾ ਕਿ ਇਹਦੇ ਵਰਗੀ ਤਾਂ ਰੀਸ ਹੀ ਕੋਈ ਨਹੀਂ। ਪਰ ਇਹ ਗੱਲਾਂ ਜਿਹੜੀਆਂ ਆਪਾਂ ਪੜ੍ਹ ਲੈਂਦੇ ਨਾ ਪ੍ਰੈਕਟੀਕਲੀ, ਜਦੋਂ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਿੰਨਾ ਚਿਰ ਉਹਨਾਂ ਨੂੰ ਨਹੀਂ ਉਤਾਰਦੇ, ਸਿਰਫ ਸੁਣ ਹੀ ਲੈਂਦੇ ਆ, ਸਿਰਫ ਆਪਾਂ ਕਹਿ ਹੀ ਲੈਂਦੇ ਆ ਵੀ ਹਾਂਜੀ ਧੀਆਂ ਪੁੱਤਾਂ ਦੇ ਬਰਾਬਰ ਆ ਜਾਂ ਨੋਹਾਂ ਧੀਆਂ ਵਰਗੀਆਂ ਹੁੰਦੀਆਂ, ਪਰ ਜਦੋਂ ਇਹਨਾਂ ਚੀਜ਼ਾਂ ਨੂੰ ਆਪਾਂ ਆਪਣੀ ਲਾਈਫ 'ਚ ਨਹੀਂ ਲਿਆਉਂਦੇ ਉਹਨਾਂ ਚਿਰ ਗੱਲ ਨਹੀਂ ਬਣਦੀ। ਤੇ ਔਰ ਦੂਜੀ ਗੱਲ ਇਹ ਹੈ ਕਿ ਜਦੋਂ ਆਪਾਂ ਕਿਸੇ ਤੇ ਗੁੱਸਾ ਕੱਢਦੇ ਆ ਨਾ, ਮੈਂ ਤਾਂ ਇਹ ਕਹਿੰਦੀ ਹਾਂ ਚਾਹੇ ਕਿਸੇ ਨਾਲ ਆਪਾਂ ਕਿਸੇ ਬਾਰੇ ਬੁਰਾ ਵੀ ਬੋਲਦੇ ਆ, ਤਾਂ ਉਹ ਭਾਵੇਂ ਉਹ ਬੰਦਾ ਨੇੜੇ ਨਹੀਂ ਹੁੰਦਾ, ਪਰ ਜਦੋਂ ਆਪਾਂ ਆਪਣੇ ਆਪ ਨੂੰ ਸਜ਼ਾ ਦੇ ਰਹੇ ਹੁੰਦੇ, ਉਹ ਕਹਿੰਦੇ ਆ ਕਿ ਕਿਸੇ ਨੂੰ ਜੇ ਤੁਸੀਂ ਫੁੱਲ ਦਿਓਗੇ ਤਾਂ ਤੁਹਾਡੇ ਹੱਥਾਂ ਨੂੰ ਖੁਸ਼ਬੂ ਲੱਗ ਜੂਗੀ, ਹੈ ਨਾ, ਤੇ ਜੇ ਤੁਸੀਂ ਕੰਡੇ ਦਿਓਗੇ ਤਾਂ ਤੁਹਾਡੇ ਹੱਥਾਂ 'ਚੋਂ ਹੀ ਲਹੂ ਨਿਕਲੂਗਾ। ਤੇ ਆਪਾਂ ਦੁਖੀ ਹੁੰਦੇ ਆ ਕਿਸੇ ਨਾਲ ਬੁਰਾ ਵਰਤਾਓ ਕਰਕੇ, ਕਿਸੇ ਬਾਰੇ ਝੂਠੀ ਚੁਗਲੀ ਕਰਕੇ, ਬੁਰੀ ਗੱਲ ਕਰਕੇ, ਇਹ ਤੁਹਾਡਾ ਆਪਣਾ ਮਨ ਦੁਖੀ ਹੁੰਦਾ। ਜਦੋਂ ਆਪਾਂ ਕਿਸੇ ਨੂੰ ਸੁਖੀ ਕਰਦੇ ਆ ਤੇ ਆਪਣੇ ਮਨ ਨੂੰ ਸਕੂਨ ਹੁੰਦਾ, ਤੇ ਆਪਾਂ ਆਪਣੇ ਮਨ ਦੇ ਸਕੂਨ ਲਈ ਇਹ ਕਰੀਏ ਕਿ ਦੂਜੇ ਨੂੰ ਸੁਖੀ ਕਰੀਏ, ਦੂਜੇ ਨੂੰ ਖੁਸ਼ੀ ਕਰੀਏ, ਦੂਜਿਆਂ ਨੂੰ ਸੁੱਖ ਦਈਏ। ਦੂਜਿਆਂ ਨੂੰ ਸੁੱਖ ਦੇਣ ਬਾਰੇ ਬਹੁਤ ਪਹਿਲਾਂ ਸਾਡੇ ਜੀ ਸ਼ਹੀਦਾਂ ਨੇ ਵੀ ਸੋਚਿਆ ਸੀ। ਤੇ ਮੇਰੇ ਸਾਹਮਣੇ ਇੱਕ ਕਵਿਤਾ ਵੀ ਪਈ ਹੋਈ ਹੈ, ਭਗਤ ਸਿੰਘ ਹੁਣਾਂ ਨੂੰ ਮੁਖਾਤਬ ਕਰਕੇ ਤੁਸੀਂ ਲਿਖੀ ਹੈ। ਮੇਰਾ ਜੀ ਕਰਦਾ ਕਿ ਪ੍ਰੋਗਰਾਮ ਅਸੀਂ ਇਹਦੇ ਨਾਲ ਹੀ ਐਂਡ ਕਰੀਏ। ਤੁਹਾਡੀ ਮਰਜ਼ੀ, ਪਰ ਆਪਣੀ ਗੱਲ ਦੇ ਬਿਲਕੁਲ ਠੀਕ ਹੈ। ਦੇਖੋ ਜੀ, ਜਿਹੜੀ ਗੱਲਬਾਤ ਹੁੰਦੀ ਹੈ ਨਾ, ਉਹਦੇ ਵਿੱਚ ਦੁਖਾਂਤ ਦੇ ਵਿੱਚੋਂ ਸੁਖਾਂਤ ਤੇ ਸੁਖਾਂਤ ਦੇ ਵਿੱਚੋਂ ਕਿਤੇ ਦੂਰ ਜਾਣ ਦੀ ਬਹੁਤ ਵੱਡੀ ਇੱਕ ਹੁੰਦੀ ਹੈ ਚੀਜ਼। ਕਿਉਂਕਿ ਸਾਡੇ ਜਦੋਂ ਅਸੀਂ ਗੱਲ ਇਹ ਕਰਦੇ ਹਾਂ ਨਾ ਕਿ ਦੂਜਿਆਂ ਨੂੰ ਸੁੱਖ ਦੇਣ ਖਾਤਰ ਅਸੀਂ ਕੁਛ ਨਾ ਕੁਛ ਕੁਰਬਾਨ ਕਰੀਏ, ਚਾਹੇ ਉਹ ਸਾਡੇ ਆਪਣੇ ਸੁੱਖ ਹੋਣ ਤੇ ਚਾਹੇ ਉਹ ਸਾਡੀਆਂ ਆਪਣੀਆਂ ਗੱਲਾਂ ਹੋਣ, ਤਾਂ ਗੱਲ ਜ਼ਰੂਰ ਸਾਡੇ ਕਵਿਤਾਵਾਂ ਦੇ ਰਾਹੀਂ ਸਾਡੇ ਉਹਨਾਂ ਵਡੇਰਿਆਂ ਵੱਲ ਵੀ ਜੁੜ ਜਾਂਦੀ ਹੈ ਜਿਨ੍ਹਾਂ ਨੇ ਸਮਾਜ ਨੂੰ ਸੁੱਖ ਦੇਣ ਲਈ ਆਪਣੀ ਕੁਰਬਾਨੀਆਂ ਦਿੱਤੀਆਂ, ਜ਼ਿੰਦਗੀ ਦੀ ਕੁਰਬਾਨੀ ਦਿੱਤੀ। ਅੱਜ ਅਸੀਂ ਉਹਨਾਂ ਸ਼ਹੀਦਾਂ ਨਾਲ ਕੀ ਕਰ ਰਹੇ ਹਾਂ, ਕੀ ਕੀਮਤ ਪਾ ਰਹੇ ਹਾਂ। ਫੁੱਲਾਂ ਦੇ ਹਾਰ ਪਾ ਦਿੰਨੇ ਆ, ਉਹ ਬੁੱਤ ਹੈਗਾ ਉਹਦੇ ਅੱਗੇ ਸਿਰ ਝੁਕਾ ਦਿੰਨੇ ਆ, ਤੇ ਉਸ ਤੋਂ ਬਾਅਦ ਆ ਕੇ ਜੋ ਕੁਝ ਕਰਦੇ ਆ ਤੁਹਾਨੂੰ ਪਤਾ ਹੀ ਹੈ। ਇਸ ਤੋਂ ਪਹਿਲਾਂ ਕਿ ਸਾਡੇ ਅਜੋਕੇ ਸਮਾਜ ਦੇ ਪਾਤਰ ਕੇਵਲ ਇੱਕ ਬੁੱਤ ਬਣ ਕੇ ਰਹਿ ਜਾਣ, ਅਸੀਂ ਉਹਨਾਂ ਦੇ ਗਲਾਂ 'ਚ ਹਾਰ ਪਾ ਦਈਏ। ਆਓ ਆਪਾਂ ਭਗਤ ਸਿੰਘ ਨੂੰ ਵੀ ਜਿਉਂਦਾ ਕਰ ਲਈਏ। ਭਗਤ ਸਿੰਘ ਨੂੰ ਯਾਦ ਕਰ ਲਓ, ਤੁਹਾਡੇ ਕੋਲ ਹੈ, ਕਹਿੰਦੇ ਤੁਹਾਡਾ ਮੇਰੀਆਂ ਕਵਿਤਾਵਾਂ ਸੁਣਾਉਣ ਦਾ ਤੁਹਾਡਾ ਮੇਰਾ ਆਪਣਾ ਹੀ ਟਾਈਮ ਹੈ। ਇਹਨਾਂ ਨੇ ਬੜੀ ਖੂਬਸੂਰਤ ਕਵਿਤਾ ਮੈਨੂੰ ਲਿਖੀ ਜਿਹੜੀ ਕਿ ਮੈਨੂੰ ਬੜੀ ਅੱਛੀ ਲੱਗੀ, ਕਿਉਂਕਿ ਮੈਂ ਵੀ ਤਾਂ ਕਈ ਵਾਰ ਇਹੋ ਕੁਝ ਲਿਖ ਦਿੰਦੀ ਹਾਂ। ਕਹਿੰਦੀ ਆਜ਼ਾਦੀਆਂ ਦੇ ਜਸ਼ਨ ਮਨਾਉਣ ਵਾਲਿਓ, ਬੁੱਤਾਂ ਦੇ ਗਲਾਂ 'ਚ ਹਾਰ ਪਾਉਣ ਵਾਲਿਓ, ਹੱਥ ਦੋਵੇਂ ਆਪਣੇ ਦਿਖਾਵੇ ਖਾਤਰ ਜੋੜ ਕੇ ਲੋਕਾਂ ਅੱਗੇ ਇਸ ਤਰ੍ਹਾਂ ਉਹ ਸਿਰ ਨਿਵਾਉਣ ਵਾਲਿਓ, ਸੁਣ ਲਓ ਇੱਕ ਵਾਰ ਤਾਂ ਸਾਡੇ ਦਿਲਾਂ ਦੀ ਵੇਦਨਾ। ਕੌਣ ਕਹਿ ਰਿਹਾ? ਭਗਤ ਸਿੰਘ ਕਹਿ ਰਿਹਾ। ਤੇ ਮੈਂ ਸਿਰਫ ਅੰਤਮ ਵਾਲੀਆਂ ਲਾਈਨਾਂ ਪੜ੍ਹਨੀਆਂ ਨੇ। ਉਹ ਕਹਿੰਦੇ ਨੇ, ਕੀ ਮੈਂ ਇਸੇ ਆਜ਼ਾਦੀ ਲਈ ਜਵਾਨੀ ਵਾਰ ਆਇਆ ਸੀ? ਕੀ ਮੈਂ ਇਸੇ ਆਜ਼ਾਦੀ ਲਈ ਜ਼ਿੰਦਗੀ ਹਾਰ ਆਇਆ ਸੀ? ਕੀ ਮੈਂ ਇਸੇ ਆਜ਼ਾਦੀ ਵਾਸਤੇ ਫਾਂਸੀ ਨੂੰ ਚੁੰਮਿਆ ਸੀ? ਬਸੰਤੀ ਚੋਲਾ ਪਹਿਨ ਕੇ ਕੀ ਇਹਦੇ ਲਈ ਘੁੰਮਿਆ ਸੀ? ਨਹੀਂ 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 ਨਹੀਂ, ਉਹ ਹਿੰਦਵਾਸੀਓ, ਉਹ ਸਾਥੀਓ, ਉਹ ਦੋਸਤੋ, ਮੈਂ ਆਜ਼ਾਦੀ ਤਾਂ ਨਹੀਂ ਮੰਗੀ ਸੀ, ਮੈਂ ਆਜ਼ਾਦੀ ਤਾਂ ਨਹੀਂ ਮੰਗੀ ਸੀ। ਤੇ ਮੈਂ ਕਹਿੰਦੀ ਹਾਂ ਕਿ ਅਸੀਂ ਕੁੜੀਆਂ ਲਈ ਵੀ ਇਹੋ ਜਿਹੀ ਆਜ਼ਾਦੀ ਨਹੀਂ ਮੰਗੀ ਸੀ। ਗੱਲ ਮੈਂ ਫਿਰ ਉੱਥੇ ਲੈ ਕੇ ਆਉਣੀ ਕਿ ਸਾਡੇ ਜਿਹੜੇ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਆਜ਼ਾਦੀ ਦੀਆਂ ਲੜਾਈਆਂ ਲੜੀਆਂ ਨੇ, ਉਹਨਾਂ ਨੇ ਇੱਕ ਬਹੁਤ ਸੋਹਣੇ ਸਮਾਜ ਦੀ ਸਿਰਜਣਾ ਕਰਨ ਦੀ ਸੁਪਨਾ ਲਿਆ ਸੀ। ਕੀ ਅਸੀਂ ਉਹਨਾਂ ਸੁਪਨਿਆਂ ਨੂੰ ਪੂਰਾ ਕਰ ਸਕੇ ਹਾਂ? ਮੈਨੂੰ ਲੱਗਦਾ ਕਿ ਕਈ ਵਾਰੀ ਹਾਲਾਤ ਉਹਦੇ ਨਾਲੋਂ ਵੀ ਬਦਤਰ ਹੋ ਜਾਂਦੇ ਨੇ। ਜਦੋਂ ਅਸੀਂ ਅੰਬਰੀ ਉੱਡਣ ਤੋਂ ਪਹਿਲਾਂ ਦੀ ਕਹਾਣੀ ਦੀ ਗੱਲ ਕਰਦੇ ਆ, ਜਦੋਂ ਅਸੀਂ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਹਾਲਾਤ ਹੁੰਦੇ, ਜਿਹੋ ਜਿਹੀਆਂ ਘਟਨਾਵਾਂ ਹੁੰਦੀਆਂ, ਤਾਂ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਤਾਂ ਕੀ ਕਰਨਾ, ਅਸੀਂ ਤਾਂ ਉਹਨਾਂ ਦੇ ਸੁਪਨਿਆਂ ਨੂੰ ਮਲੀਆ ਮੇਟ ਕਰ ਦਿੱਤਾ ਹੋਇਆ। ਸੁਲਾ ਜੀ, ਅੱਜ ਦੀ ਇਸ ਗੱਲਬਾਤ ਨੂੰ ਅਸੀਂ ਇਹਨਾਂ ਸੁਪਨਿਆਂ ਨੂੰ ਪੂਰੇ ਕਰਨ ਦੇ ਇੱਕ ਬਹੁਤ ਵੱਡੇ ਵਿਸ਼ਵਾਸ ਦੇ ਨਾਲ ਖਤਮ ਕਰਦੇ ਹਾਂ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੱਥੇ ਆਏ। ਤੇ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸੁਨੇਹਾ ਜ਼ਰੂਰ ਸਾਡੇ ਪਾਠਕਾਂ ਨੂੰ, ਸਾਡੇ ਸਰੋਤਿਆਂ ਨੂੰ ਦੇ ਜਾਓ। ਜੀ, ਸੁਨੇਹਾ ਤਾਂ ਮੈਂ ਸਾਰੀ ਗੱਲਬਾਤ ਦੇ ਵਿੱਚ ਇਹੀ ਦਿੱਤਾ ਆ, ਤੇ ਇਹੀ ਕਹਿ ਸਕਦੀ ਹਾਂ ਕਿ ਆਪਣੀਆਂ ਬੱਚੀਆਂ ਨੂੰ, ਆਪਣੇ ਬੱਚਿਆਂ ਨੂੰ, ਬੇਟਿਆਂ ਨੂੰ ਪਿਆਰ ਕਰੋ, ਵਿਸ਼ਵਾਸ ਕਰੋ। ਕਹੋ ਤਾਂ 4 ਲਾਈਨਾਂ 'ਚ ਕਹਿ ਦਿੰਦੀ ਹਾਂ ਜੀ, ਬਿਲਕੁਲ, ਕਿ ਸਾਰਿਆਂ ਨੂੰ ਕਿ ਆਪਣੇ ਪੰਜਾਬ ਨੂੰ ਪਿਆਰ ਕਰੋ, ਕਿ ਜੀਓ ਜਵਾਨੀਆਂ ਮਾਣੋ, ਤੁਹਾਡੀ ਜੱਗ ਤੇ ਉੱਚੀ ਆਬ ਰਹੇ। ਜੀਓ ਜਵਾਨੀਆਂ ਮਾਣੋ, ਤੁਹਾਡੀ ਜੱਗ ਤੇ ਉੱਚੀ ਆਬ ਰਹੇ। ਰੂਹ ਵਿੱਚ ਰਹੇ ਦਿਵਾਲੀ, ਮੱਥੇ ਬਲਦਾ ਕੋਈ ਚਿਰਾਗ ਰਹੇ। ਉੱਚੇ ਅੰਬਰੀ ਪਾਓ ਆਲਣੇ, ਪਰ ਸੀਨੇ ਵਿੱਚ ਪੰਜਾਬ ਰਹੇ। ਸੀਨੇ ਵਿੱਚ ਉੱਚੇ ਅੰਬਰੀ ਪਾਓ ਆਲਣੇ, ਪਰ ਸੀਨੇ ਵਿੱਚ ਪੰਜਾਬ ਰਹੇ। ਸੋ ਇਹ ਸੀ ਸਾਡੇ ਨਾਲ ਗੁਰਮਿੰਦਰ ਸਿੱਧੂ ਜੀ, ਜਿਨ੍ਹਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ, ਆਪਣੀਆਂ ਵਾਰਤਕ ਰਾਹੀਂ, ਬੱਚਿਆਂ ਦੀਆਂ ਲੇਖਣੀਆਂ ਰਾਹੀਂ, ਨਾਵਲਾਂ ਰਾਹੀਂ, ਕਹਾਣੀਆਂ ਰਾਹੀਂ ਬਹੁਤ ਕੁਝ ਸਮਾਜ ਲਈ ਦਿੱਤਾ ਹੈ। ਸਿਰਫ ਆਪਾਂ ਨੂੰ ਲੋੜ ਹੈ ਇਹਨਾਂ ਕਿਤਾਬਾਂ ਨੂੰ ਖੋਲ੍ਹ ਕੇ ਇਹਦੇ ਅੰਗ ਸੰਗ ਵਿਚਰਨ ਦੀ,
ਵੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।